ਜਦ ਚੱਲ ਪੜ੍ਹ ਤਾਂ ਆਪਾਂ ਦਿੰਦੇ ਹਾਂ ਜਾਂ ਵਿਚਾਰਨ ਲੱਗਦੇ ਹਾਂ ਨਾ, ਵਿਚਾਰਦੇ ਹਾਂ ਜਿਸ ਟਾਈਮ ਵਿਚਾਰਨ ਲੱਗਦੇ ਹਾਂ, ਉਹ ਤਾਂ ਅਸੀਂ ਜਾਗਰਤ ਅਵਸਥਾ ਵਿੱਚ ਨਹੀਂ ਵਿਚਾਰਦੇ, ਸਹਿਜ ਵਿੱਚ ਆ ਕੇ ਨਹੀਂ ਵਿਚਾਰਦੇ। ਯਾਨੀ ਸਹਿਜ ਮਤਲਬ ਬਹੁਤ ਹੌਲੀ। ਤੁਸੀਂ ਜਿਹੜੀ ਗੱਲ ਇੱਕ ਵਾਰ ਵਿਚਾਰ ਲਈ, ਉਹਨੂੰ ਬਾਰ-ਬਾਰ ਵਿਚਾਰੋ ਵੀ ਇਹਦੇ 'ਚ ਕੋਈ ਕਮੀ ਤਾਂ ਨਹੀਂ। ਇੱਕ ਵਾਰ ਵਿਚਾਰੀ ਨੂੰ ਤੁਸੀਂ ਫਾਈਨਲ ਕਰ ਦਿੰਦੇ ਹੋ ਵੀ ਠੀਕ ਹੈ, ਆਹ ਗੱਲ। ਉਹ ਕਹਿੰਦੇ ਸਹਿਜੇ ਬਲੋਵੋ ਜੈਸੇ ਤੱਤ ਨਾ ਜਾਈ, ਤੱਤ ਰਹਿ ਤਾਂ ਨਹੀਂ ਗਿਆ ਕੋਈ। ਜੇ ਏਕਣ ਵਿਚਾਰੋਗੇ ਫਿਰ ਤੁਸੀਂ ਇੱਕ ਦਿਨ 'ਚ ਨਹੀਂ ਗੱਲ ਵਿਚਾਰ ਸਕਦੇ। ਫਿਰ ਬਾਰ-ਬਾਰ ਵਿਚਾਰ, ਤੁਹਾਨੂੰ ਲੱਗੂਗਾ ਜੋ ਤੱਤ ਰਹਿ ਗਿਆ, ਅਜੋ ਵੀ ਤੱਤ ਰਹਿ ਗਿਆ, ਮੇਰੀ ਤਸੱਲੀ ਨਹੀਂ ਹੋਈ ਗੱਲ ਦੀ। ਤੁਹਾਨੂੰ ਕਦੇ ਵੀ ਭੁੱਖ ਨਹੀਂ ਪੂਰੀ ਹੋ ਸਕਦੀ ਗੁਰਬਾਣੀ ਚੋਂ। ਜੇ ਭੁੱਖ ਪੂਰੀ ਹੋ ਗਈ ਉੱਥੇ ਤੁਹਾਡਾ ਫਿਰ ਉਹ ਵਿਸ਼ਰਾਮ ਲੱਗ ਗਿਆ। ਇੱਥੇ ਹੀ ਨੇ ਸਾਰੇ ਵਿਦਵਾਨ ਖੜੇ ਜਾਂ ਗਿਆਨਵਾਨ ਖੜੇ, ਖੜ ਨਹੀਂ ਸਕਦੇ ਤੁਸੀਂ ਕਿਤੇ ਵੀ। ਇੱਥੇ ਰੁਕਣਾ ਹੈ ਮੌਤ ਤੇਰੀ, ਮਨ ਰੁਕ ਗਿਆ ਮਰ ਗਿਆ। ਜੇ ਵਿਚਾਰ ਚੋਂ ਰੁਕ ਗਿਆ ਉੱਥੇ ਮਰ ਗਿਆ ਹੈ। ਇਸ ਕਰਕੇ ਉੱਚੇ ਤੋਂ ਉੱਚਾ ਭਗਵੰਤ ਹੈ, ਜਿੰਨੀ ਮਰਜ਼ੀ ਵਿਚਾਰ ਕਰੀ ਜਾਓ ਮੁਕਤੀ ਨਹੀਂ ਹੈ। ਬਰੀਕ ਤੇ ਬਰੀਕ ਹੋਈ ਜਾਊ, ਇਹ ਸਾਨੂੰ ਚੜ੍ਹਦੀ ਕਲਾ ਕਹਿੰਦੇ ਨੇ। ਉਹ ਹੁਣ ਤਾਂ ਉਹੀ ਕਹਿੰਦਾ ਚੜ੍ਹਦੀ ਕਲਾ। ਜੇ ਥੋੜਾ ਜਿਹਾ ਕੰਮ ਠੀਕ ਹੋਵੇ ਚੜ੍ਹਦੀ ਕਲਾ, ਖੁਸ਼ੀ ਹੋਵੇ। ਜੇ ਕੁਛ ਉਦਾਸ ਹੋਵੇ ਕੋਈ ਗੱਲ, ਫਿਰ ਚੜ੍ਹਦੀ ਕਲਾ, ਫਿਰ ਚੁੱਪੇ ਕਰ ਜਾਂਦੇ, ਚੜ੍ਹਦੀ ਕਲਾ ਹੀ ਨਹੀਂ ਕਹਿੰਦੇ। ਕਹਿੰਦੀ ਕਲਾ ਤਾਂ ਨਹੀਂ ਮੰਨਦੇ, ਕਹਿੰਦੀ ਕਲਾ ਵਾਲੇ ਚੜ੍ਹਦੀ ਕਲਾ ਕਹਿ ਰਹੇ ਨੇ। ਕਿਉਂ? ਚੜ੍ਹਦੀ ਕਲਾ ਦੇ ਮੈਨੇ ਮਾਇਆ ਚ ਬਦਲ ਲਿਆ, ਮਿਸਲਾ ਬਣ ਗਿਆ ਚੜ੍ਹਦੀ ਕਲਾ। ਕੋਈ ਮੋਰਚੇ ਦੇ ਵਿੱਚ ਜ਼ਿਆਦਾ ਆਪਾਂ ਨੂੰ ਸਪੋਰਟ ਮਿਲਦੀ ਹੈ, ਚੜ੍ਹਦੀ ਕਲਾ। ਚੜ੍ਹਦੀ ਕਲਾ ਹੀ ਹੋਰ ਕਾਲੀ। ਬੁੱਧੀ ਭ੍ਰਸ਼ਟ ਹੁੰਦੀ ਹੈ ਚੜ੍ਹਦੀ ਕਲਾ, ਉਹ ਬੁੱਧੀ ਭ੍ਰਸ਼ਟ ਨਹੀਂ, ਬੁੱਧੀ ਸ਼ੁੱਧ ਹੁੰਦੀ ਹੈ ਤਾਂ ਚੜ੍ਹਦੀ ਕਲਾ ਹੁੰਦੀ ਹੈ। ਜਦ ਨਿਰਮਲ ਬੁੱਧ ਹੁੰਦੀ ਹੈ ਤਾਂ ਚੜ੍ਹਦੀ ਕਲਾ ਹੁੰਦੀ ਹੈ। ਕਲਾ ਅਕਲ ਨੂੰ ਕਹਿੰਦੇ ਨੇ। ਜੇ ਅਕਲ ਉੱਤੇ ਨੂੰ ਜਾਂਦੀ ਹੈ ਚੜ੍ਹਦੀ ਕਲਾ, ਜੇ ਥੱਲੇ ਨੂੰ ਜਾਂਦੀ ਹੈ ਢਹਿੰਦੀ ਕਲਾ। ਢਹਿੰਦੀ ਕਲਾ ਦੇ ਅਰਥ ਕਿਉਂ ਨਹੀਂ ਪੁੱਛ ਸਮਝੇ ਬਾਈ, ਚੜ੍ਹਦੀ ਕਲਾ ਦਾ ਸਮਝ ਲੈ। ਕਿਉਂ? ਇਹ ਮੇਰੇ ਗੁਣ ਨੇ, ਇੱਥੇ ਮੈਂ। ਗੁਰਬਾਣੀ ਤੇ ਨਹੀਂ ਪੁੱਛਿਆ ਕਲਾ ਕੀ ਹੁੰਦੀ ਹੈ, ਇਹ ਨਹੀਂ ਪੁੱਛਿਆ ਅਕਲ ਕਲਾ ਕੀ ਹੈ। ਅਕਲ ਨੂੰ ਕਲਾ ਕਹਿੰਦੇ ਨੇ। ਅਕਲ ਕਲਾ ਭਰਪੂਰ ਰਿਹਾ, ਪਰਮੇਸ਼ਰ ਸਾਰਿਆਂ ਵਿੱਚ ਅਕਲ ਦੀ ਸ਼ਕਤੀ ਪੂਰੀ ਕਰ ਰਿਹਾ ਹੈ। ਆਹ ਸਿਸਟਮ ਤਾਂ ਬਣਾਇਆ। ਲੈ ਇੱਕ ਪੰਕਤੀ ਚ ਇੰਨਾ ਅਰਥ ਪਿਆ, ਇਹਦੇ ਜੇ ਅਰਥ ਸਮਝ ਲੈਂਦੇ ਚੜ੍ਹਦੀ ਕਲਾ ਨਹੀਂ ਸੀ ਕਹਿੰਦੇ। ਉੱਥੇ ਪੰਕਤੀ ਪੜ੍ਹਨ ਲੱਗੇ ਤਾਂ ਗਲਤੀ ਕੀ ਕੀਤੀ ਹੈ। ਮੇਰਾ ਗੁਣ ਆਪ ਗੁਣ ਨਾ ਵਿਚਾਰੋ ਕੋਈ, ਮੇਰੀ ਮਤ ਤਾਂ ਥੋੜੀ ਰਾਮ ਹੈ। ਜਿਹੜੀ ਮੇਰੀ ਸੀ ਹੋਣੀ ਆ ਉਹ ਹੁਣ ਵਾਲੀ ਤੇਰੀ ਹੈ। ਮੇਰੀ ਉਹ ਸੀ ਜਿਹੜੀ ਬਦਲੀ ਗਈ ਬੁੱਧ, ਉਹ ਤਾਂ ਤੇਰੀ ਹੈ ਹੁਣ। ਉਹ ਫੌਜੀ ਦੇ ਅਕਲ ਤਾਂ ਜਮਾ ਕਰ ਲੈਂਦੇ ਨੇ। ਇਵੇਂ ਗੁਰੂ ਅਕਲ ਆਪਣੇ ਵਾਲੀ ਬੁੱਧ ਜਮਾ ਕਰ ਲੈਂਦਾ ਵੀ ਤੂੰ ਇੱਥੇ ਇਹਨੂੰ ਜਮਾ ਕਰ ਦੇ, ਮੈਂ ਤੈਨੂੰ ਹੋਰ ਦਿੰਦਾ ਬੁੱਧ ਨਵੀਂ। ਫਿਰ ਉਹ ਡਿਵੈਲਪ ਕਰਦਾ ਉਹਨੂੰ ਨਵੀਂ ਨੂੰ। ਤੇਰਾ ਵਾਲੀ ਉਵੇਂ ਪਈ ਆ, ਉਹ ਫਿਰ ਫੌਜੀ ਨੂੰ ਦਿੰਦੇ ਨਹੀਂ ਅਕਲ ਆਉਣ ਲੱਗੇ ਨੂੰ, ਉਹਦੇ ਵਾਲੀ ਨਵੀਂ ਦੇ ਕੇ ਭੇਜਦੇ ਨੇ ਨਾ। ਅਸੀਂ ਕਹਿੰਦੇ ਉਹ ਅਕਲ ਹੈ ਨਹੀਂ ਉਹਨੂੰ, ਉਹ ਨਹੀਂ ਉਹ ਤਾਂ ਕੋਈ ਨਵੀਂ ਹੈ, ਤੁਹਾਡੇ ਵਾਲੀ ਨਹੀਂ ਹੈ, ਸੰਸਾਰ ਵਾਲੀ ਨਹੀਂ। ਸੰਸਾਰ ਨਾਲ ਇਵੇਂ ਭਗਤਾਂ ਦੀ ਹੈ ਨਹੀਂ, ਸੰਸਾਰ ਵਾਲੀ ਇਹਨਾਂ ਦੀ ਮੇਲ ਨਹੀਂ ਖਾਂਦੀ। ਉਹ ਫੌਜੀ ਸੰਸਾਰੀ ਫੌਜੀ ਦੀ ਮੇਲ ਨਹੀਂ ਖਾਂਦੀ। ਕੀ ਫੌਜੀ ਬੇਅਕਲ ਹੈ? ਕਿ ਬੇਅਕਲ ਐਡੀਆਂ ਬੜੀਆਂ ਜੰਗਾਂ ਜਿੱਤ ਸਕਦੇ ਨੇ ਐਡੇ ਐਡੇ ਵੱਡੇ? ਫਿਰ ਏਕਤਾ ਨਾਲ ਰਹਿ ਸਕਦੇ ਨੇ? ਫੌਜ ਇਹ ਰਹਿ ਕੇ ਦਿਖਾਉਣੇ ਏਕਤਾ ਨਾਲ, ਸਿਵਲ ਵਾਲੇ ਇਕੱਠੇ ਚੱਲ ਸਕਦੇ ਨੇ? ਡਿਸਪਲਿਨ ਉਹ ਜਿਹਾ ਰੱਖ ਸਕਦੇ ਨੇ?
ਬਾਬੇ ਅਕਲ ਕਹਿ ਦਿੱਤਾ। ਜਿਹੜੇ ਉਹ ਫੀਲਡ ਵਿੱਚ ਆ ਕੇ ਵਿਚਰਦਾ ਬਾਅਦ ਚ, ਉਹ ਫੀਲਡ ਦੀ ਅਕਲ ਨੂੰ ਘੱਟ ਹੁੰਦੀ ਹੈ, ਕਿ ਫੀਲਡ ਤੇ ਉਹਨੇ ਗੱਲ ਲਈ ਨਹੀਂ। ਉਹ ਤਾਂ ਰੱਬ ਬਦਲ ਲਿਆ। ਉਹ ਤਾਂ ਉਹ ਜਿਹੜੀ ਜਿੰਨਾ ਚਿਰ ਦੀ ਸੰਗਤ ਚ ਰਿਹਾ ਉਹੀ ਜੋ ਗੱਲ ਉਹਦੇ ਕੋਲ ਸੰਸਾਰੀ, ਬਾਕੀ ਦੂਈ ਹੋਰ ਹੈ। ਹੁਣ ਇਵੇਂ ਭਗਤਾਂ ਦੀ ਹੁੰਦੀ ਆ। ਹਾਂ, ਮੇਰੇ ਗੁਣ ਕਿਹੜੇ ਸੀ? ਮੇਰੇ ਰਜੋ ਤਮੋ ਸਤੋ ਮੇਰੇ ਗੁਣ ਤੇ ਗੁਣ ਮੰਦਾ ਸੰਸਾਰ। ਇਹ ਕਿਹੜੇ ਗੁਣ ਨੇ? ਇਹ ਸੁਰਗੁਣ ਨੇ। ਸੁਰਗੁਣ ਸਮੇਤ ਹੋ ਤਿਰਗੁਣ ਅਤੀਤ ਕਹੂੰ, ਸੁਰਗੁਣ ਸਮੇਤ ਹੋ। ਜਿਹੜੇ 8 ਗੁਣ ਨੇ ਇਹ ਤਿਰਗੁਣ ਅਤੀਤ ਨੇ। ਰਜੋ ਤਮੋ ਸਤੋ ਮਾਇਆ ਚ ਨੇ, ਉੱਪਰ ਨਹੀਂ ਹੈ। ਉੱਪਰ ਵਾਲੇ 8 ਗੁਣ ਤਾਂ ਉਹਦੇ ਨੇ। ਉਹ ਕਹਿੰਦਾ ਮੇਰੇ ਵਾਲੇ ਨਾ ਵਿਚਾਰਿਓ, ਕਿ ਉਹਦੇ ਕੋਲ ਪੈ ਨਾ ਜਮਾ ਗੁਥਲੀ ਗੁਣਾਂ ਦੀ, ਜਿਹੜੀ ਤੇਰੇ ਕੋਲ ਸੀਗੀ। ਅਕਲ ਦੇ ਵਿੱਚੇ ਪਏ ਨੇ, ਅਕਲ ਗੁਥਲੀ ਹੈ ਗੁਣ, ਉਹ ਗੁਣ ਵਿੱਚ ਨੇ ਉਹਦੇ। ਉਹ ਕਹਿੰਦਾ ਉਹਨੂੰ ਮੇਰੇ ਵਾਲੀ ਅਕਲ ਨੂੰ ਨਾ ਬੋਲਿਓ। ਹੁਣ ਉਹ ਫਿਰ ਮੈਨੂੰ ਸ਼ਰਮ ਆਊਗੀ, ਬੇਵਕੂਫੀ ਹੈ। ਇਹ ਮਹਾਭਾਰਤ ਰਾਮਾਇਣ ਦਿਖਾ ਕੇ ਉਹ ਪਿਛਲੇ ਦੀ ਅਕਲ ਬੋਲਦੇ ਨੇ ਆਪਣੇ ਸਾਹਮਣੇ। ਉਹ ਤਾਂ ਪਤਾ ਲੱਗਦਾ ਵੀ ਕਿੰਨੇ ਗਿਆਨਵਾਨ ਸੀ ਉਹ। ਔਰ ਉਸ ਵੇਲੇ ਦੇ ਲੋਕ ਕਿੰਨੇ ਗਿਆਨਵਾਨ ਤੇ ਜਿਹੜੇ ਇਹੋ ਜਿਹਾ ਕੁਛ ਉਹਨਾਂ ਦਾ ਮੰਨ ਲੈਂਦੇ ਧਰਮ ਦੇ ਨਾਂ ਤੇ। ਇਹ ਵੀ ਐਂਗਲ ਹੈ ਸਾਡੇ ਕੋਲ। ਇਸ ਐਂਗਲ ਤੋਂ ਅਸੀਂ ਵਿਚਾਰਨ ਲੱਗ ਗਏ। ਚਲ ਅਸੀਂ ਤਾਂ ਨਹੀਂ ਵਿਚਾਰਦੇ, ਸਾਡਾ ਆਪਣਾ ਸੰਬੰਧ ਹੈ ਭਾਰਤ ਨਾਲ। ਪਰ ਜਿਵੇਂ ਮੁਸਲਮਾਨ ਨੇ ਉਹ ਤਾਂ ਵਿਚਾਰ ਸਕਦੇ ਨੇ, ਜਿਵੇਂ ਇਹ ਕਰਦੇ ਨੇ। ਹੁਣ ਜੇ ਤਾਂ ਉਹ ਕਹਿੰਦੇ ਨੇ ਲੜਾਈ ਛੱਡਦੀ ਹੈ, ਆਪਣੇ ਮਨ ਤਾਂ ਵਿਚਾਰ ਹੀ ਸਕਦਾ ਹੈ। ਇਹ ਦੱਸੋ ਇਹੋ ਜਿਹੇ ਬੇਵਕੂਫ ਆਦਮੀ ਆ ਲਿਟਰੇਚਰ ਵਾਲੇ ਆਪਣੇ ਆਪ ਨੂੰ ਧਾਰਮਿਕ ਮੰਨਦੇ ਨੇ। ਇਸ ਕਰਕੇ ਲੋਕਾਂ ਦਾ ਧਰਮ ਤੇ ਵਿਸ਼ਵਾਸ ਨਹੀਂ ਹੈ। ਇਹ ਚੀਜ਼ਾਂ ਧਰਮ ਤੋਂ ਦੂਰ ਕਰਨ ਵਾਲੀਆਂ ਨੇ ਇੰਟੈਲੀਜੈਂਟ ਬੰਦਿਆਂ ਨੂੰ। ਇੰਟੈਲੀਜੈਂਟ ਬੰਦੇ ਧਰਮ ਤੋਂ ਦੂਰ ਕਿਉਂ ਹੋਏ ਨੇ? ਜੋ ਅਸੀਂ ਦੇ ਰਹੇ ਹਾਂ ਉਹ ਇੰਟੈਲੀਜੈਂਟ ਬੰਦੇ ਦੇ ਸਮਝ ਤੋਂ ਪਰੇ ਹੈ। ਅੱਜ ਦਾ ਸੰਵਿਧਾਨ ਨਹੀਂ ਮੰਨਦਾ, ਜੂਆ ਖੇਡਣਾ ਨਜਾਇਜ਼ ਹੈ। ਵਰਡ ਦਾ ਕੋਈ ਵੀ ਨਹੀਂ ਮੰਨਦਾ, ਨਾ ਕੋਈ ਧਰਮ ਮੰਨਦਾ। ਇਹਨਾਂ ਨੇ ਜਾਇਜ਼ ਕੀਤਾ ਹੋਇਆ। ਜੂਏ ਚ ਔਰਤਾਂ ਹਾਰ ਦੇਣੀ ਕਿੱਡੀ ਗਿਰੀ ਹੋਈ ਸਮਾਜ ਦੀ ਗੱਲ ਹੈ। ਜਿਹੜੇ ਜੂਏ ਵਿੱਚ ਔਰਤਾਂ ਹਾਰ ਜਾਣ, ਉਹ ਸਮਾਜ ਕਹੀ ਜਿਹੀ ਹੋਊਗੀ, ਇਮੈਜਿਨ ਕਰਕੇ ਦੇਖੋ। ਔਰ ਸਭਾ ਦੇ ਵਿੱਚ ਉਹ ਇਹ ਇੱਛਾ ਕਰ ਸਕਦਾ ਹੈ ਕਿ ਔਰਤ ਨੂੰ ਮੈਂ ਸਭਾ ਚ ਨੰਗੀ ਕਰਨਾ, ਬੇਪਰਦ ਕਰਨਾ। ਕਿਸੇ ਨੇ ਕਿਹਾ ਨਹੀਂ ਵੀ ਗੱਲ ਜਾਇਜ਼ ਹੈ, ਨਜਾਇਜ਼ ਹੈ। ਦ੍ਰੋਣਾਚਾਰੀਆ ਬੈਠਾ, ਭੀਸ਼ਮ ਪਿਤਾਮਾ ਬੈਠਾ, ਕ੍ਰਿਸ਼ਨ ਨੇ ਵੀ ਨਹੀਂ ਬਾਅਦ ਦੇ ਵਿੱਚ ਕਹੀ ਇਹ ਗੱਲ। ਇਹ ਅਪਰਾਧ ਹੀ ਲਾਇਆ ਕਿਸੇ ਨੇ ਉਹਨਾਂ ਤੇ ਵੀ ਤੁਸੀਂ ਆਹ ਕੰਮ ਕੀਤਾ ਸੀ। ਅਪਰਾਧ ਕੀ ਹੈ? ਵੀ 14 ਸਾਲ ਬਾਅਦ ਜੇ ਸਾਡਾ ਨਾ ਪਤਾ ਲੱਗਿਆ ਗੁਪਤ ਸਾਲ ਦਾ, ਫਿਰ ਅਸੀਂ ਰਾਜ ਲਵਾਂਗੇ ਆ ਕੇ। ਉਹ 14 ਸਾਲ ਬਾਅਦ ਹੀ ਉਹਨੂੰ ਪਤਾ ਲੱਗ ਗਿਆ। ਉਹ ਪਤਾ ਲੱਗ ਗਿਆ, ਚੜਾਈ ਹੋਈ, ਜੰਗ ਹੋਈ ਨਾ। ਉਹਨਾਂ ਨੇ ਕਿਹਾ ਵੀ ਸਦੋ, ਵੀ ਪਤਾ ਲੱਗ ਗਿਆ। ਜਾਂ ਦਿਨ ਗਣੇ 14 ਤੇ ਟੱਪ ਗਏ ਸੀ। ਫਿਰ ਉਹ ਘਰ ਆ ਗਏ। ਫਿਰ ਉਹ ਕਹਿੰਦੇ ਰਾਜ ਦਾ ਹਿੱਸਾ ਦੇ ਸਾਡਾ। 14 ਸਾਲ ਬਾਅਦ ਤੇ ਹੀ ਹਾਰਿਆ ਸੀ ਰਾਜ ਅਸਲ ਚ। ਪੱਕਾ ਨਹੀਂ ਸੀ ਹਾਰਿਆ। 14 ਸਾਲ ਮੈਂ ਰਾਜ ਨਹੀਂ ਕਰੂੰਗਾ, 14 ਸਾਲ ਮੇਰੀ ਜਗ੍ਹਾ ਤੂੰ ਰਾਜ ਕਰੇਗਾ, ਰਾਜਾ ਹੋਏਗਾ। ਹਾਰਿਆ 14 ਸਾਲ ਵਾਸਤੇ ਸੀ। ਜੇ ਪਰਮਾਨੈਂਟ ਹਾਰਿਆ ਹੁੰਦਾ ਫਿਰ ਪੰਚਮਿੰਟ ਕਰਦੇ ਦੇ। ਫਿਰ ਮੁੜ ਕੇ ਆਉਣ ਦਾ ਮਤਲਬ ਕੀ ਸੀ? ਕੁਛ ਗੱਲਾਂ ਇਹੋ ਜਿਹੀਆਂ ਵੀ ਨੇ ਜਿਹੜੀਆਂ ਹਾਈਲਾਈਟ ਨਹੀਂ ਹੋਈਆਂ ਹੋਈਆਂ ਇਸ ਤਰੀਕੇ ਨਾਲ। ਉਹ ਤਾਂ ਪਤਾ ਲੱਗਦਾ ਵੀ 14 ਸਾਲ ਵਾਸਤੇ ਹੀ ਸੀਗਾ। 14 ਸਾਲ ਦਾ ਹੀ ਉਦੋਂ ਬਣਵਾਸ ਰਾਮਚੰਦਰ ਦਾ। ਰਾਮਚੰਦਰ ਦੇ ਬਣਵਾਸ ਦੇ ਵੀ ਕਾਰਨ ਜੇ ਲੱਭਣ ਚੱਲਾਂਗੇ ਹੋਰੇ ਮਿਲਣੇ ਨੇ। ਸੱਚਾ ਕੋਈ ਵੀ ਨਹੀਂ ਜੋ ਕਹਿ ਰਹੇ ਨੇ ਮੌਕੇ ਤੇ। ਇਹ ਮੰਨਦੇ ਨੇ ਕਿ ਸੀਤਾ ਦੀ ਵਿਚਾਰਧਾਰਾ ਨਹੀਂ ਰਲਦੀ, ਉਹ ਰਾਵਣ ਵਾਲੀ ਹੈ, ਰਾਜੇ ਜਨਕ ਦੀ ਕੁੜੀ ਹੈ। ਹੋ ਸਕਦਾ ਰਾਮ ਤੇ ਪ੍ਰੈਸ਼ਰ ਪਿਆ ਹੋਵੇ ਵੀ ਸੀਤਾ ਨੂੰ ਛੱਡ ਦੇ।
ਆਪਣੇ ਨੂੰ ਵਿਚਾਰਧਾਰਾ ਨਹੀਂ ਮਿਲਦੀ ਇੱਥੇ ਆ ਕੇ ਘਰ। ਉਹ ਕਹਿੰਦਾ ਵੀ ਮੈਂ ਨਹੀਂ ਛੱਡਦਾ, ਜਿੱਤ ਕੇ ਲਿਆਇਆ ਮੈਂ। ਉਹ ਕਹਿੰਦਾ ਵਿਚਾਰਧਾਰਾ ਨਹੀਂ ਮਿਲਦੀ, ਕਹਿੰਦਾ ਆਪੇ ਬਦਲ ਜੂ। ਉਹਦੀ ਵਿਚਾਰਧਾਰਾ ਤੇ ਇਹਨਾਂ ਦਾ ਅਸਰ ਨਹੀਂ ਪਿਆ ਕੋਈ। ਰਿਸ਼ੀ ਮੁਨੀਆਂ ਨੇ ਜਿਹਨਾਂ ਨੇ ਵਿਆਹ ਕਰਵਾਇਆ ਸੀ, ਉਹਨਾਂ ਨੇ ਕਿਹਾ ਵੀ 14 ਸਾਲ ਇੱਥੇ ਇਹਨਾਂ ਦੇ ਨਾਲ ਰਹਿ ਜੰਗਲ 'ਚ, ਇਹ ਪੜ੍ਹਾਈ ਕਰ ਸਾਧੂ ਬਣ ਕੇ, ਤੇਰੀ ਵਿਚਾਰਧਾਰਾ ਬਦਲ ਜਾਵੇ। ਸਾਧੂਆਂ ਦਾ ਕੋਈ ਅਸਰ ਨਹੀਂ ਪਿਆ ਉਹਦੇ 'ਤੇ, ਇਹ ਜੱਗਾਂ ਦਾ ਕੋਈ ਅਸਰ ਨਹੀਂ ਪਿਆ ਉੱਤੇ, ਹਿੰਦੂ ਮਨ ਦਾ ਕੋਈ ਅਸਰ ਨਹੀਂ ਪਿਆ ਉੱਤੇ। ਫਿਰ ਉਹ ਰਾਵਣ ਨਾਲ ਆਪ ਗਈ ਹੈ, ਕਿਉਂ? ਲਕਸ਼ਮਣ ਰੇਖਾ ਕੱਢੀ ਸੀ ਲਕਸ਼ਮਣ ਨੇ, ਇਹਦੇ ਅੰਦਰ ਨਹੀਂ ਕੋਈ ਵੜ ਸਕਦਾ। ਸੀਤਾ ਨੇ ਪਟਨ ਰੱਖ ਕੇ ਕਮਲੀ ਰੇਖਾ ਟੱਪੀ, ਉਹਦੀ ਮਰਜ਼ੀ ਸੀ। ਔਰ ਜਿਸ ਤਰੀਕੇ ਨਾਲ ਉਹਨੇ ਭੇਜਿਆ, ਉਹ ਲਿਖਿਆ ਹੈ ਰਾਮਾਇਣ ਦੇ ਵਿੱਚ, ਦਸ਼ਰਥ ਨੂੰ ਨਾਮ ਨੂੰ ਤਾਨੇ ਮਾਰੇ ਨੇ ਵੀ ਤੂੰ ਚਾਹੁੰਦਾ ਵੀ ਮੇਰਾ ਭਾਈ ਮਰ ਜਾਵੇ, ਮੈਂ ਸੀਤਾ ਨਾਲ ਵਿਆਹ ਕਰਾਉਣਾ ਮੇਰੇ ਨਾਲ, ਤਾਂ ਗਿਆ ਉਹ ਲਕਸ਼ਮਣ, ਨਹੀਂ ਜਾਂਦਾ ਹੀ ਨਹੀਂ ਸੀ। ਇਹ ਗੱਲਾਂ ਤੋਂ ਸਾਬਤ ਹੁੰਦਾ ਕਿ ਸੀਤਾ, ਇਹ ਸਭ ਕੁਝ ਸੀਤਾ ਨੇ ਜਾਣ ਕੇ ਕੀਤਾ ਸੀ। ਸੋਨੇ ਦਾ ਮਿਰਗ ਵੀ ਇਸੇ ਧੜੇ ਦੀ ਕੋਈ ਰਾਵਣ ਦੀ ਮਾਇਆ ਸੀ। ਰਾਵਣ ਨੇ ਮਿਲ ਕੇ ਪਲਾਨ ਬਣਾਇਆ ਸੀ ਸੀਤਾ ਨਾਲ, ਇਹ ਦੇ ਵਿੱਚੋਂ ਤੈਨੂੰ ਨਰਕ 'ਚੋਂ ਤੈਨੂੰ ਕੱਢ ਲਾਂਗੇ, ਉੱਥੇ ਤੂੰ ਉੱਥੇ ਰਹੀ, ਆਪਣਾ ਤਪੱਸਿਆ ਕਰੀ, ਜ਼ਿੰਦਗੀ ਸੁਧਾਰ ਲਈ। ਅਸ਼ੋਕ ਵਾਟਿਕਾ ਦੇ ਵਿੱਚ ਉਹ ਰਹਿੰਦੀ ਸੀ, ਜਿਸ ਤਰੀਕੇ ਨਾਲ ਰਹਿੰਦੀ ਸੀ, ਉੱਥੇ ਇੰਤਜ਼ਾਮ ਸੀ ਉਹਦੇ ਵਾਸਤੇ, ਉਹ ਅੱਜ ਉੱਪਰ ਉਹ ਕੋਈ ਕਰ ਨਹੀਂ ਸਕਦਾ। ਰਾਵਣ ਦੀ ਨੀਅਤ ਖੋਟ ਬਿਲਕੁਲ ਨਹੀਂ ਸੀ। ਰਾਵਣ ਕਹਿੰਦਾ ਤੇ ਇਹਦੀ ਵਿਚਾਰਧਾਰਾ ਜਿਹੜੀ ਹੈਗੀ ਹੈ ਸਾਡੇ ਵਾਲੀ ਹੈ, ਇਹਨੂੰ ਬਚਾਇਆ ਜਾਵੇ। ਤਾਂ ਉਹ ਕਹਿੰਦੇ ਵੀ ਰਾਵਣ ਧਨ ਤੋੜ ਸਕਦਾ ਸੀ, ਇਹ ਕਰ ਸਕਦੀ, ਉਹ ਕਰ ਸਕਦਾ। ਰਾਵਣ ਨੂੰ ਗਿਆਨ ਸੀ, ਗਿਆਨ 'ਚ ਸੀਤਾ ਨੂੰ ਜਿੱਤ ਸਕਦਾ ਸੀ। ਉਹੀ ਵਿਗਿਆਨ ਉਹਦੇ ਕੋਲ ਸੀ, ਉਹਦੇ ਕੋਲ ਰਾਮ ਕੋਲ ਵੀ ਸੀ ਉਹ ਗਿਆਨ। ਸੀਤਾ ਕੋਲ ਵਿਕਲਪ ਕੋਈ ਨਹੀਂ ਸੀ। ਉਹ ਜਿਹੜਾ ਧਨਸ ਸੀ ਉਹਦੇ ਤੇ ਚਲਾ ਚੜਾ ਕੇ ਤੀਰ ਮਾਰ ਦੇਣਾ ਜਿਹੜਾ ਹੈਗਾ ਸੀ। ਮਤਲਬ ਇਹ ਹੈ, ਧਨਕ ਚੜਾਇਓ ਸੱਤ ਕਾ ਜਸੰਦਾ ਬਾਣ, ਕਲਮੇ ਤੂੰ ਆਧਾਰ ਚੜਿਓ ਰਹਿ ਪਾਣ। ਯਾਨੀ ਆਤਮ ਦਰਸ਼ਨ ਦਾ ਗਿਆਨ ਰਾਮਚੰਦਰ ਕੋ ਥਾ, ਆਤਮਾ ਤੱਕ ਦੀ ਪਹੁੰਚ ਉਹਦੇ ਕੋ ਥੀ, ਅੰਦਰੋਂ ਮੂਰਤੀ ਪੂਜ ਕੋ ਨਹੀਂ ਸੀ। ਉਹਦੇ ਬਾਬਾ ਜਿਹੜਾ ਸੀ, ਇਹ ਖਾਨਦਾਨ ਸੀ, ਇਹਦੇ ਕੋਲ ਬ੍ਰਹਮ ਗਿਆਨ ਸੀ। 10ਵੇਂ ਗ੍ਰੰਥ 'ਚੋਂ ਸਾਬਤ ਹੁੰਦਾ। ਅੱਜ ਰਾਜੇ ਦੇ ਵਾਸਤੇ ਜੋ ਕੁਛ ਲਿਖਿਆ 10ਵੇਂ ਪਾਤਸ਼ਾਹ ਨੇ, ਉਹ ਪੜ੍ਹਨ ਵਾਲਾ। ਉਹ ਕਹਿੰਦੇ ਬ੍ਰਾਹਮਣ ਬ੍ਰਹਮ ਰੂਪ ਕਰ ਜਾਣਾ। ਜੇ ਬ੍ਰਾਹਮਣ ਆ ਕੇ ਬਹਿ ਗਿਆ, ਉਹ ਕਹਿੰਦਾ ਬ੍ਰਹਮ ਇਹੀ ਬ੍ਰਹਮ ਹੈ। ਰਾਜੇ ਨੂੰ ਕਹਿੰਦੇ ਇੰਨਾ ਗਿਆਨ ਸੀ ਉਹਦੇ 'ਚ। ਅੱਜ ਕਹਿੰਦਾ ਰਗ ਅੱਜ ਦਾ ਬਾਪ। ਬ੍ਰਾਹਮਣ ਬ੍ਰਹਮ ਰੂਪ ਕਰ ਜਾਣਾ, ਸੰਨਿਆਸੀਨ ਦੱਤ ਰੂਪ ਪਹਿਚਾਨੋ। ਜੇ ਸੰਨਿਆਸੀ ਕੇ, ਉਹ ਕਹਿੰਦੇ ਦੱਤਾਤਰੇಯ ਦਾ ਅਵਤਾਰ ਹੈ। ਇੱਡਾ ਪ੍ਰਭਾਵਿਤ ਹੁੰਦਾ ਸੀ ਉਹ ਤੇ, ਇੰਨਾ ਗਿਆਨਵਾਨ ਸੀ ਉਹ। ਤਾਂ ਇਹ ਸੀ ਰਾਮਚੰਦਰ ਦਾ ਚੌਥੀ ਪੀੜ੍ਹੀ, ਉਹਨਾਂ ਦੇ ਘਰ ਸੀ ਗਿਆਨ। ਇਹ ਐਸੀ ਗੱਲ ਨਹੀਂ ਸੀ। ਬੇਈਮਾਨ ਹੋ ਗਏ ਸੀ ਜਾਣ ਕੇ, ਜਿਵੇਂ ਸਿੱਖ ਹੋਏ ਹੋਏ ਨੇ ਸਾਡੇ ਵਿਰੋਧ ਕਰਨਾ, ਜਾਣ ਪਤਾ ਉਹਨਾਂ ਨੂੰ, ਲੇਕਿਨ ਬੇਈਮਾਨ ਨੇ। ਬੇਈਮਾਨੀ ਆਈ ਸੀ, ਕਿਉਂ ਆਈ ਬੇਈਮਾਨੀ? ਤੈਨੂੰ ਅਸੀਂ ਡਿਕਲੇਅਰ ਕਰ ਦਾਂਗੇ ਅਵਤਾਰ। ਉਹਦੇ ਬਾਅਦ ਕ੍ਰਿਸ਼ਨ ਬਾਅਦ 'ਚ ਅਵਤਾਰ ਡਿਕਲੇਅਰ ਹੋਇਆ। ਕ੍ਰਿਸ਼ਨ ਰਾਮਚੰਦਰ ਦਾ ਵਿਰੋਧੀ ਦੂਏ ਧੜੇ ਨੇ ਕੀਤਾ। ਬ੍ਰਹਮ ਗਿਆਨੀਆਂ ਨੇ ਕ੍ਰਿਸ਼ਨ ਨੂੰ ਡਿਕਲੇਅਰ ਕੀਤਾ ਹੈ। ਗੀਤਾ ਬ੍ਰਹਮ ਗਿਆਨ ਨਾਲ ਮਿਲਦੀ ਹੈ, ਸਾਡੇ ਨਾਲ ਮਿਲਦੀ ਹੈ। ਇਹ ਰਾਵਣ ਦੇ ਧੜੇ ਦਾ ਅਵਤਾਰ ਹੈ ਕ੍ਰਿਸ਼ਨ। ਤਾਂ ਯਾਦਵ ਸਾਰੇ ਸ਼ਰਾਬ ਪੀਂਦੇ ਨੇ। ਸਾਡੇ ਨਾਲ ਮੈਂ ਤਾਂ ਹੀ ਕਹਿਣਾ ਖੜੇ ਨੇ। ਇਹ ਦੱਖਣ ਵਾਲਿਆਂ ਨਾਲ ਖੜਾ ਸਾਰਾ ਬੈਚ। ਰਾਮਚੰਦਰ ਵਾਲੇ ਅਲੱਗ ਨੇ, ਜਿਹੜੇ ਜੋਗੀ ਨੇ ਉਹ ਵੀ
ਸ਼ਿਵ ਨਾਲ ਖੜੇ ਨੇ, ਉਹ ਵੀ ਵੇਦ ਨਾਲ ਖੜੇ ਨੇ, ਹੁਕਮ ਨਾਲ ਖੜੇ ਨੇ, ਉਹ ਨਾਦ ਸੁਣਦੇ ਨੇ, ਨਾਦ ਵੱਡਾ, ਪਰਮੇਸ਼ਰ ਨੂੰ ਵੱਡਾ ਸਮਝਦੇ ਨੇ। ਹੰਕਾਰ ਨਹੀਂ ਆ ਸ਼ਿਵ ਜੀ ਚ, ਰਾਜਾ ਨਹੀਂ ਬਣਿਆ, ਤਿਆਗੀ ਆ ਉਹ, ਦੁਨੀਆ ਬਣਦੀ ਹੈ, ਤਿਆਗ ਤਾਂ ਹੈ ਉਹਦੇ ਚ, ਤਿਆਗ ਕੋਈ ਕਰਕੇ ਦਿਖਾਓ, ਅਗਨਿਸ਼ਟੀ ਵੀ ਹੈ, ਤਿਆਗ ਵੀ ਹੈ। ਕੋਈ ਕੱਪੜਾ, ਕੋਈ ਬਿਸਤਰਾ, ਕੋਈ ਭਾਂਡਾ ਦਿਖਾਓ ਤੇ ਉਹ ਕੀ ਹੈ, ਕੋਈ ਘਰ, ਕੋਈ ਕੱਪੜਾ ਵੀ ਨਹੀਂ, ਖੱਲ ਹੈ ਪਾਈ ਹੋਈ ਸਰੀਰ ਤੇ, ਪਸ਼ੂਆਂ ਦੀ ਖੱਲ ਮਿਲਦੀ ਹੈ, ਪਸ਼ੂਆਂ ਦੇ ਕੱਪੜੇ ਲਾ ਕੇ ਪਾਉਂਦੇ, ਖੱਲ ਕੱਪੜਾ ਹੀ ਹੁੰਦੀ ਹੈ ਪਸ਼ੂ ਦਾ, ਉਹੀ ਪਾਈ ਹੈ। ਕੋਈ ਝੌਂਪੜੀ ਨਹੀਂ ਬਣਾਈ, ਕੋਈ ਝੌਂਪੜੀ ਦਿਖਾਓ ਜਿੱਥੇ ਉਹਦਾ ਬੈਠਾ ਹੋਵੇ, ਤੂੰ ਹੈ ਬਸ ਦਰਖਤ ਥੱਲੇ ਹੋ ਸਕਦਾ ਬੈਠਾ, ਕਹਿੰਦਾ ਘਰ ਦਿੱਤਾ ਕੁਦਰਤ ਨੇ ਬਣਾ ਕੇ ਮੈਨੂੰ, ਵੱਡਾ ਬਲੋਟਾ ਮੈਨੂੰ ਦਿੱਤਾ। ਦਰਖਤ ਜਾਨਵਰ ਨਹੀਂ ਰਹਿੰਦੇ ਦਰਖਤਾਂ ਤੇ, ਆਲਣੇ ਬਣਾ ਕੇ ਰਹਿੰਦੇ। ਫਿਰ ਖੱਡਾਂ ਨੇ, ਪਹਾੜ ਬਣਾਏ ਨੇ ਵਿੱਚ ਕੁਦਰਤ ਨੇ, ਉਹਦੇ ਵਿੱਚ ਘਰੇ ਨੇ। ਕਿਉਂ ਬਣਾਈਏ ਬਿਲਡਿੰਗ ਅਸੀਂ, ਕਿਉਂ ਐਨਰਜੀ ਵੇਸਟ ਕਰੀਏ? ਉਹ ਉਸ ਬੰਦਾ ਸੀ ਜਿਹੜਾ ਉਹਨਾਂ ਨੂੰ ਸੁੱਖ ਸੀ, ਇਹਨਾਂ ਨੂੰ ਹੋ ਨਹੀਂ ਸਕਦਾ। ਜਿਹੜੀ ਉਹਨਾਂ ਕੋਲ ਬੁੱਧ ਸੀ, ਇਹਨਾਂ ਕੋਲ ਹੈ ਨਹੀਂ। ਇੱਕ ਪਾਸੇ ਉਹ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਗੱਲ ਕਰ ਰਿਹਾ ਜਾ ਕੇ, ਇੱਕ ਪਾਸੇ ਇਹ ਨੇ ਅੱਜ ਵਾਲੇ ਜਿਹਨੂੰ ਅਪਰਾਧੀ ਕਹਿ ਰਹੇ ਗੁਰੂ ਨਾਨਕ, ਜਿਵੇਂ ਪੈਰ ਕੋਹੜਾ ਮਾਰਿਆ ਗਾਫਲ ਆਪਣੇ ਹੱਥ, ਜਿਨ੍ਹਾਂ ਨੂੰ ਮੂਰਖੰਦ ਖੋਰ, ਚੋਰ ਹਰਾਮ ਖੋਰ ਕਹਿ ਰਹੇ, ਜਿਹੜੇ ਸਮਾਜਿਕ ਆਦਮੀ ਨੇ, ਸਮਾਜ ਬਣੇ ਹੋਏ ਨੇ, ਉਹਨਾਂ ਦੇ ਵਿੱਚ ਚੋਰ ਹਰਾਮ ਖੋਰ ਔਰ ਮੂਰਖੰਦ ਖੋਰ ਨੇ। ਮੂਰਖੰਦ ਖੋਰ ਤਾਂ ਜਦ ਹੋ ਕੇ ਜਾਂ ਸਮਾਜ ਬਣਾ ਲਈ ਉਹਨਾਂ ਨੇ, ਘਰ ਬਣਾ ਲਿਆ, ਤੇ ਘਰ ਬਣਾ ਲਿਆ ਤੇ ਉਹ ਅਸਲੀ ਕੰਮ ਛੱਡਤਾ, ਦੂਏ ਕੰਮ ਲੱਗ ਗਏ ਕਰਨ। ਤਾਂ ਲੱਗ ਗਏ ਖੇਤੀ, ਕਹਿੰਦੇ ਮੁੰਡਾ ਕੀ ਕਰੂ ਖੇਤੀ, ਕਿਸੇ ਨੇ ਕਿਹਾ ਨਾਮ ਜਪੂ, ਨਾਮ ਜਪਣਾ ਹੈ। ਕੌਣ ਕਹਿੰਦਾ ਮੁੰਡਾ ਕੀ ਕਰੂ, ਜਾਂ ਮੁੰਡਾ ਜਿੱਥੇ ਕੁੜੀ ਮੰਗੀ ਮੁੰਡਾ ਕੀ ਕਰਦਾ, ਤੇ ਇਹ ਕੌਣ ਨੇ? ਮੂਰਖੰਦ ਖੋਰ ਨਹੀਂ। ਉਹ ਕਿਸੇ ਨੂੰ ਪਤਾ ਵੀ ਕੀ ਕਰਨਾ, ਉਹਦਾ ਚੈਪਟਰ ਨਹੀਂ ਹੈ ਤੁਹਾਡੇ ਸਮਾਜ 'ਚ। ਤੁਸੀਂ ਭਾਲਦੇ ਗੱਲਾਂ ਕਰਦੇ ਹੋ ਧਰਮ ਦੀਆਂ, ਹਰੇਕ ਆਦਮੀ ਧਰਮ ਦੇ ਵੀ ਡਾਕਟਰ ਬਣਿਆ ਫਿਰਦਾ, ਵੀ ਡਿਗਰੀ ਮੇਰੇ ਕੋਲ ਹੀ ਹੈ। ਧਰਮ ਕਰੇ ਹੈ, ਤੁਹਾਨੂੰ ਕਿਵੇਂ ਸੁਪਨਾ ਆ ਗਿਆ ਵੀ ਧਰਮ ਹੁੰਦਾ? ਉਹ ਸੁਣੀਆਂ ਸਾਰੀਆਂ ਗੱਲਾਂ ਨੇ, ਹੈ ਧਰਮ ਐ ਕਰੀਦਾ ਹੁੰਦਾ, ਉਹ ਕਰੀਦਾ ਹੁੰਦਾ। ਇਹ ਪਰੰਪਰਾਵਾਂ ਨੇ, ਧਰਮ ਨਹੀਂ ਹੈ। ਸਮਾਜਿਕ ਲੋੜਾਂ ਨੇ ਸਾਡੀਆਂ, ਧਰਮ ਨਹੀਂ ਹੈ। ਬਸ ਸਮਾਜ ਆ ਸਾਡਾ, ਰੀਤੀ ਰਿਵਾਜ ਆ। ਧਰਮ ਇੱਕ ਰੀਤੀ ਰਿਵਾਜ ਦੇ ਤੌਰ ਤੇ ਆ ਸਾਡੇ ਕੋਲ, ਨਾ ਕਿ ਧਰਮ ਕਮਾਉਣ ਦੇ ਤੌਰ ਤੇ। ਕਮਾਉਣ ਦੇ ਤੌਰ ਤੇ ਮਾਇਆ, ਪ੍ਰੋਸਪੈਰਿਟੀ ਹੈ, ਪ੍ਰੋਪਰਟੀ ਹੈ, ਕਮਾਈ ਦਾ ਇਹ ਟਾਰਗੇਟ ਇਹ ਹੈ। ਧਰਮ ਹੈਗਾ ਐਵੇਂ ਇੱਕ ਸਮਾਜਿਕ, ਕੋਈ ਜੰਮੇ ਮਰੇ ਤੇ ਖੁਸ਼ੀ ਖੁਸ਼ੀ ਦੀ, ਉਹ ਫਿਰ ਉਹ ਕਿਤੇ ਉਹਦੇ ਵਾਸਤੇ ਸਾਨੂੰ ਜਾਣਾ ਹੀ ਪੈਂਦਾ। ਕਮਿਊਨਿਟੀ ਸੈਂਟਰ ਜਿਵੇਂ ਬਣੇ ਹੁੰਦੇ ਨੇ, ਉਹ ਗੱਲ ਆ, ਹੋਰ ਕੁਛ ਨਹੀਂ। ਇਹ ਧਰਮ ਨਹੀਂ ਹੈ, ਕਿਉਂਕਿ ਧਰਮ ਦੀ ਗੱਲੇ ਹੈ ਨਹੀਂ, ਧਰਮ ਦੀ ਕਮਾਈ ਦਾ ਜ਼ਿਕਰ ਹੈ ਨਹੀਂ। ਉਹ ਜੇਕਰ ਗੁਰਬਾਣੀ ਨੇ ਕੀਤਾ ਸੀ, ਉਹ ਸਿੱਖਿਆ ਦਿੱਤੀ ਸੀ, ਉਹ ਤਾਂ ਸੁਣੀ ਹੋਣੀ। ਤੇ ਗ੍ਰੰਥ ਗੁਰੂ ਵੀ ਹੈ, ਗ੍ਰੰਥ ਦੀ ਗੱਲ ਵੀ ਨਹੀਂ ਸੁਣੀ। ਮੇਨ ਗੱਲ ਇਹਦੀ ਇਹੀ ਨਹੀਂ ਸੁਣੀ, ਮੰਨੀ। ਜੇ ਸੁਣੀ ਤਾਂ ਮੰਨੀ ਨਹੀਂ, ਜੇ ਸੁਣੀ ਤਾਂ ਮੰਨੀ ਨਹੀਂ। ਚਲੋ ਸੁਣੀ ਨਹੀਂ, ਜੇ ਸੁਣੀ ਤਾਂ ਉਹ ਕਹਿੰਦੇ ਨੇ ਆਸਾ ਦੀ ਵਾਰ ਦੇ ਵਿੱਚ ਉਹਨੂੰ ਓਮੀ ਸਾਧ ਕਹਿੰਦੇ ਨੇ, ਜਿਹਨੂੰ ਸੁਣੀ ਨਹੀਂ ਹੈ ਜੋ। ਤੇ ਜਿਹਨੇ ਸੁਣ ਲਈ ਜਾਣਦਾ, ਉਹ ਪੜਿਆ ਗੁਨਾਹਗਾਰ ਹੈ, ਉਹ ਚੋਰ ਹਰਾਮ ਖੋਰ ਹੈ।
ਜਿਹੜੇ ਲੀਡਰ ਨੇ ਧਰਮ ਦੇ ਵਿੱਚ ਅਗਵਾਈ ਦੇ ਰਹੇ ਨੇ, ਉਹ ਮੂਰਖੰਦ ਘੋਰ ਵੀ ਨੇ, ਚੋਰ ਹਰਾਮ ਖੋਰ। ਮੂਰਖੰਦ ਘੋਰ ਤਾਂ ਥੇ ਹੀ ਪਹਿਲਾਂ ਸਾਰੇ ਹੀ ਨੇ। ਜਦੋਂ ਧਰਮ ਦੀ ਪੜ੍ਹਾਈ ਕੀਤੀ, ਉਹਨੂੰ ਧੰਦਾ ਬਣਾ ਲਿਆ, ਚੋਰ ਹਰਾਮ ਖੋਰ ਬਣ ਗਏ। ਜੇ ਧਰਮ ਨੂੰ ਧੰਦਾ ਬਣਾਉ, ਚੋਰ ਹਰਾਮ ਖੋਰ ਹੈ। ਜੇ ਧਰਮ ਨੂੰ ਧਰਮ ਨੂੰ, ਫਿਰ ਉਹਨੂੰ ਤਨ ਮਨ ਤਨ ਦੇਣਾ ਪਊਗਾ। ਸੌਂਪ ਗੁਰ ਕੋ ਹੁਕਮ ਮੰਨਣਾ ਪਊਗਾ, ਭਾਣੇ ਚ ਰਹਿਣਾ ਪਊਗਾ, ਫੇਰ ਕੁਛ ਪ੍ਰਾਪਤੀ ਹੈ। ਵਰਨਾ ਪ੍ਰਾਪਤੀ ਕੁਛ ਵੀ ਨਹੀਂ। ਇਹ ਉਹਨਾਂ ਲੋਕਾਂ ਵਾਸਤੇ ਪੰਕਤੀ ਹੈ ਜਿਹੜੇ ਕੁਛ ਪ੍ਰਾਪਤੀ ਕਰਨੀ ਚਾਹੁੰਦੇ ਨੇ ਇਮਾਨਦਾਰੀ ਨਾਲ। ਉਹ ਆ ਸ਼ਰਤ ਪੂਰੀ ਕਰਨੀ ਪਊਗੀ। ਜਿਹਨੇ ਪੂਰੀ ਕੀਤੀ ਉਹਨੇ ਪਾਇਆ। ਅੱਜ ਤੱਕ ਕੋਈ ਰਿਕਾਰਡ ਹੈ ਨਹੀਂ ਕਿ ਆ ਸ਼ਰਤ ਪੂਰੀ ਕੀਤੀ ਹੋਵੇ, ਪਾਇਆ ਨਾ ਹੋਵੇ। ਜੇ ਇਹ ਗੱਲ ਹੁੰਦੀ, ਇਹਦੇ ਖਿਲਾਫ ਜਵਾਬ ਆ ਜਾਂਦਾ। ਕੋਈ ਆਦਮੀ ਕਹਿੰਦਾ ਹਾਂ ਮੈਂ ਇੱਕ ਸ਼ਰਤ ਪੂਰੀ ਕੀਤੀ, ਮੈਂ ਨਹੀਂ ਪਾਇਆ, ਜੇ ਕਿਸੇ ਨੇ ਕੋਈ ਇਹੋ ਜਿਹਾ ਹੈਗਾ ਹੁਣ ਅੱਜ, ਜੇ ਪਾਇਆ ਨਹੀਂ ਕਾਰਨ ਉਹਦੇ ਅੰਦਰੋਂ ਸੁੱਚੇ ਦੀ, ਜੇ ਪਾਇਆ ਨਹੀਂ, ਭਾਂਡਾ ਹੀ ਸੁੱਚਾ ਨਹੀਂ ਤੇਰਾ, ਫਿਰ ਤੂੰ ਬੁੱਧੀ ਦੱਸ ਤੇਰੀ ਕਿੰਨੀ ਹੈ। ਪੌੜਾ ਦਾ ਬੁੱਧ ਨਹੀਂ ਹੈ। ਭਾਂਡਾ ਵੱਡੇ ਚ ਚੀਜ਼ ਪੈਂਦੀ ਹੈ, ਸਰਵ ਵਿਆਪੀ ਹੈ ਉਹ। ਭਾਂਡਾ ਦਾ ਛੋਟਾ ਜਿਹਾ, ਸਰਵ ਵਿਆਪੀ ਕਿਵੇਂ ਆਜੂ ਬਈ ਉਹ ਚ? ਆਕਾਸ਼ ਛੋਟਾ ਸਾਰਾ ਹੀ, ਆਕਾਸ਼ ਛੋਟਾ, ਭਾਂਡਾ ਵੱਡਾ ਚਾਹੀਦਾ। ਹੁਣ ਭਾਂਡਾ ਹੈ ਉਹ ਨਹੀਂ ਕੋਈ, ਇਹਦਾ ਮਤਲਬ ਉਹਦੇ ਆਲੇ ਬਾਉਂਡਰੀ ਹੈ ਨਹੀਂ। ਫਿਰ ਕੀ ਕਰਨਾ? ਉਹਦੇ ਵਿੱਚ ਆਪ ਸਮਾ ਜਾਣਾ, ਪੈ ਜਾਣਾ, ਉਹਨੂੰ ਆਪਣੇ ਚ ਨਹੀਂ ਪਾਉਣਾ। ਝੋਲੀਆਂ ਭਰ ਲੈਂਦਾ, ਮੈਂ ਕਾਹਦੇ ਨਾਲ ਭਰ ਲੈਂਦਾ ਝੋਲੀਆਂ ਵਿੱਚ? ਤੇਰੀ ਐਡੀ ਝੋਲੀ ਆ ਜੀ ਤਾਂ ਪੈਜੂ। ਕਾਹਦੀ ਬਣੀ ਹੋਈ ਹੈ ਝੋਲੀ ਉਹ? ਜਦ ਮੈਂ 2-3 ਸਵਾਲ ਕੀਤੇ ਉਹਨੂੰ, ਜਗਾਦਰੀ ਵਾਲੇ ਨੂੰ, ਮੁੜ ਗਿਆ ਝੋਲੀਆਂ ਛੱਡ ਗਿਆ ਕਿਹੜੀਆਂ। ਉਹਦੀ ਝੋਲੀ ਬਹੁਤ ਬੜੀ ਹੈ ਬਈ। ਹੈ ਮੇਰੀ ਝੋਲੀ ਚ ਨਾਮ ਪਾ ਦੇ, ਲੈ ਦੱਸ। ਮੈਂ ਨਾਮ ਪਤਾਸਿਆ ਦੀ ਮੁੱਠੀ ਹੈ ਜਿਹੜੀ ਪਾ ਦੂ ਤੇਰੀ ਝੋਲੀ ਚ। ਉਹ ਤੁਹਾਨੂੰ ਪਤਾ ਨਾਮ ਕੀ ਹੁੰਦਾ? ਇਹ ਕੱਥ ਕਥਾ, ਇਹ ਪੌੜੀ ਹੈ ਤੇਰੀ ਝੋਲੀ ਚ। ਕਥਾ ਤਾਂ ਕੱਥ ਹੈ, ਝੋਲੀ ਲੈ ਕੇ ਤੇਰੀ ਝੋਲੀ, ਤੇਰੀ ਅਕਲੇ ਝੋਲੀ ਆ। ਹੋਰ ਤੇਰੇ ਕੋਲ ਕੀ ਹੈ ਝੋਲੀ? ਆਪਣੀ ਅਕਲ ਚ ਪੈਣੀ ਹੈ ਜੋ ਚੀਜ਼ ਪੈਣੀ ਹੈ। ਜੇ ਅਕਲ ਛੋਟੀ ਹੈ, ਬੜੀ ਚੀਜ਼ ਕਿਵੇਂ ਪੈ ਜੂ? ਬੜਾ ਗਿਆਨ ਨਹੀਂ ਪੈਂਦਾ ਉੱਤੇ ਦੀ ਲੰਘ ਜਾਂਦਾ, ਫਿਰ ਉਹਦੀ ਨਹੀਂ ਸਮਝ ਆਉਂਦਾ। ਜਿਵੇਂ ਆਪਾਂ ਭਾਂਡੇ ਛੋਟੇ, ਜਿਹਨੂੰ ਮਰਜ਼ੀ ਦੁੱਧ ਪਾ ਦੇ ਬਾਹਰ ਡੁੱਲ ਜੂ, ਉਹਦੇ ਬਾਹਰ ਡੁੱਲ ਜਾਂਦਾ। ਬਾਕੀ ਜਿੰਨੀ ਬੁੱਧ ਹੈ ਉਹਦੀ ਕਪੈਸਿਟੀ, ਉਨੀ ਉਹ ਚੀਜ਼ ਪੈਂਦੀ ਆ ਉਹ ਚ। ਬਾਕੀ ਨਹੀਂ ਉਹਦੇ ਸਮਝ ਆਉਂਦੀ। ਬੋਲ ਜਾਏ ਬੋਲਣ ਨਾਲ ਜੋ ਮਰਜ਼ੀ ਜਾਵੇ। ਜਿਉਂ ਜਿਉਂ ਸੁਣੀ ਜਾਈਦਾ, ਥੋੜਾ ਗਿਆਨ ਵੱਧਦਾ ਰਹਿੰਦਾ ਹੈ। ਜਿਵੇਂ ਭਾਂਡਾ ਹੁੰਦਾ ਹੈ, ਉਹਦੇ ਚੋਟ ਮਾਰੀ ਜਾਂਦੇ ਨਾ, ਚੋਟ ਆਪੇ ਵਧੀ ਜਾਂਦਾ। ਦੇਖੋ ਠਠਿਆਰੇ ਭਾਂਡਾ ਬਣਾਉਂਦੇ ਨੇ ਜਾਂ ਘੁਮਾਰ ਬਣਾਉਂਦੇ ਨੇ, ਬਾਹਰ ਚੋਟ ਮਾਰ ਜਾਂਦਾ ਮਿੱਟੀ ਤੇ, ਉਹ ਭਾਂਡਾ ਵਧੀ ਜਾਂਦਾ। ਵਧਦਾ ਨਾ। ਅੰਤਰ ਹਾਸਾਰ ਦੇ ਬਾਹਰ ਮਾਰੇ ਚੋਟ, ਕਬੀਰ ਕਹਿੰਦਾ ਨਹੀਂ। ਗੁਰੂ ਘੁਮਾਰ ਸੇ ਸੁਕੁੰਭ ਕਹਿੰਦਾ ਘੜਾ ਹੈ ਸਾਡੀ ਅਕਲ ਦਾ, ਇਹਨੂੰ ਵੱਡਾ ਕਰ ਰਿਹਾ ਗੁਰੂ ਘੁਮਾਰ। ਗੜ ਗੜ ਮਾਰੇ ਚੋਟ, ਆ ਜਿਹੜੀ ਪੜ੍ਹਾਈ ਕਰਾਉਂਦਾ ਚੋਟਾ ਮਾਰਦਾ ਬੇਦ ਹਥਿਆਰ। ਉਸ ਨਿਆਰ ਦੀ ਵੀ ਇਹੀ ਕਹਾਣੀ ਹੈ। ਜਿਉਂ ਜਿਉਂ ਚੋਟ ਪੈਂਦੀ ਹੈ, ਭਾਂਡਾ ਵਧੀ ਜਾਂਦਾ, ਬੜਾ ਅਕਲ ਬੜੀ ਹੋਈ ਜਾਂਦੀ ਆ, ਉਹ ਗਿਆਨ ਵਧੀ ਜਾਂਦਾ। ਹੋਰ ਭਾਂਡਾ ਕੀ ਵਧਣਾ? ਜੇ ਵੱਧ ਗਿਆਨ ਹੈ ਭਾਂਡਾ ਆਪੇ ਬੜਾ। ਭਾਂਡਾ ਦਾ ਆਕਾਸ਼ ਹੈ, ਬਥੇਰਾ ਬੜਾ ਭਾਂਡਾ ਹੈ, ਇਹ ਜੇ ਫੈਲਣਾ ਜਦੋਂ ਮਰਜ਼ੀ ਫੈਲ ਲਓ। ਉਨੀ ਵਸਤੂ ਜਿੰਨੀ ਤੁਹਾਡੇ ਕੋਲ ਗਿਆਨ ਹੈ, ਓਨਾ ਚਾਨਣਾ ਤੁਹਾਡੇ ਅੰਦਰ। ਜਿੰਨਾ ਤੁਹਾਡਾ ਚਾਨਣਾ ਉਹੀ ਤੁਹਾਡਾ ਭਾਂਡਾ। ਬਸ ਜੋ ਵਧੀ ਜਾਣਾ ਗਿਆਨ, ਚਾਨਣ ਵਧੀ ਜਾਣਾ, ਭਾਂਡਾ ਵਧੀ ਜਾਣਾ। ਭਾਂਡਾ ਵਧੀ ਜਾਣਾ ਜਦ ਤੁਸੀਂ ਦੁਬਾਰਾ ਸੁੱਟਦੇ ਹੋ ਨਾ, ਪਹਿਲੀਆਂ ਚੋਟਾਂ ਨੇ ਭਾਂਡਾ ਜਿਹੜਾ ਵਧਾਇਆ, ਫਿਰ ਤੁਹਾਨੂੰ ਹੋਰ ਗੱਲ ਦੀ ਗੱਲ ਸਮਝ ਆ ਜਾਂਦੀ। ਹੋਰ ਕਹਿੰਦੇ ਵੀ ਐਤ ਕੀ ਸਮਝ ਆਇਆ ਹੋਰ, ਕਿਉਂ ਭਾਂਡਾ ਪਹਿਲੀਆਂ ਚੋਟਾਂ ਨੂੰ ਵਧਾਤਾ। ਜਦੋਂ ਪਹਿਲਾਂ ਸਮਝੀ ਸੀ ਨਾ,
ਉਹਨੇ ਭਾਂਡਾ ਵਧਾਇਆ ਅੰਦਰ ਜਾ ਕੇ। ਇੱਕ ਗਿਆਨ ਦੇ ਪੈਣ ਜੋਗੀ ਸਪੋਜ਼ ਰਹਿਣੀ ਹੈ, ਉਨੀ ਜਗ੍ਹਾ ਖਾਲੀ ਰਹਿਣੀ ਹੈ ਇੱਕ ਗੱਲ ਦੇ ਪੈਣ ਜੋਗੀ। ਬਸ ਇੱਕ ਸਾਹ ਹੈ ਆਪਣਾ ਹੈ, ਉਹ ਨਿਕਲ ਗਿਆ, ਦੂਆ ਆ ਗਿਆ। ਸਪੇਸ ਤਾਂ ਉਹਦੀ ਇੱਕ ਚੀਜ਼ ਪੈ ਗਈ ਥੱਲੇ, ਗਿਆਨ ਕਣਕਾ, ਉਹਨੇ ਭਾਂਡਾ ਚੌੜਾ ਕਰ ਦੇਣਾ। ਉਹ ਜਿਹੜੀ ਉਤਲੀ ਜਗ੍ਹਾ ਹੈ ਹੋਰ ਇੱਕ ਪੈਣ ਦੀ, ਉਹ ਖਾਲੀ ਹੋ ਰਹਿਣੀ। ਉਹਦਾ ਜਿਹੜਾ ਉੱਤੇ ਪੈਣਾ ਉਹਦਾ ਦਬਾਅ ਇੰਨਾ ਪੈ ਜਾਣਾ ਉਹ ਗਿਆਨ ਦਾ, ਕਿਉਂਕਿ ਵੱਡਾ ਗਿਆਨ ਹੋਊ ਉਹ ਵਜ਼ਨਦਾਰ, ਪਹਿਲੇ ਨਾਲ ਵੱਡੀ ਗੱਲ ਹੋਊ। ਪਹਿਲੀ ਸਟੇਜ ਨੂੰ ਵਜ਼ਨਦਾਰ ਹੈ ਉਹ ਗੱਲ, ਸਾਰੀ ਨੂੰ ਦੱਬ ਕੇ ਥੱਲੇ ਉਹ ਬੁਲਬੁਲਾ ਚੌੜਾ ਕਰ ਦੇਣਾ। ਗੁਣ में ਗਿਆਨ ਪ੍ਰਾਪਤ ਹੋਏ, ਪਾਰਾ ਪਾਉਣ ਲੱਗ ਜਾ ਤੂੰ ਰਬੜ ਦੇ ਟਿਊਬ ਦੇ ਵਿੱਚ, ਦੇਖੀ ਟਿਊਬ ਨੂੰ ਚੌੜੀ ਆਪੇ ਕਰਦਾ ਚਲੇ। ਉਹ ਪਾਰੇ ਦਾ ਵਜਨ ਹੁੰਦਾ, ਲੋਹੇ ਨੂੰ ਭਾਰੀ ਆ ਪਾਰਾ, ਵਜਨ ਨਾਲੇ ਉਹਨੇ ਫੈਲ ਜਾਣਾ। ਵਜਨ ਹੀ ਪੈਣਾ, ਹਵਾ ਦਾ ਵੀ ਵਜਨ ਹੀ ਪੈਂਦਾ, ਪ੍ਰੈਸ਼ਰ ਹੈ। ਪਾਰੇ ਦਾ ਹੀ ਪ੍ਰੈਸ਼ਰ ਇੰਨਾ ਹੁੰਦਾ, ਹਵਾ ਉਹਨੂੰ ਰਬੜ ਨੂੰ ਫੈਲਾ ਦਿੰਦਾ। ਜਿੱਥੇ 2 ਕੁਆਂਟਲ ਪਾ ਉਹ ਰਬੜ ਕੀ ਕਰੂ ਉੱਥੇ, ਫੈਲੂ ਆਲੇ ਦੁਆਲੇ। 2 ਕੁਆਂਟਲ ਜਾਂ ਵੱਡਾ ਟਿਊਬ ਦੇ ਵਿੱਚ ਪਾਰਾ ਪਾਏਗਾ ਤੂੰ ਟਰੱਕ ਦੀ ਚ, ਬਾਹਰ ਨੂੰ ਜਾਊ ਕਸ ਹੁੰਦਾ ਉੱਤੇ, ਬੋਝ ਪੈਣਾ। ਏਦਾਂ ਇਹ ਭਾਉ ਵਿੱਚ ਭਾਰਾ ਵਜਨ ਇੰਨਾ ਇਹਦਾ ਵੱਡਾ ਤੋਲ, ਅਕਲ ਨੂੰ ਢੱਕ ਕੇ ਬੜੀ ਉਜਾਲੀ ਉਹੀ ਹੈ। ਇੱਧਰ ਜਿਵੇਂ ਆਪਣੀ ਲਾਈਟ ਹੈ, ਆਪਾਂ ਕਹਿੰਦੇ ਡਿਮ ਸੀ, ਲਾਈਟ ਜ਼ਿਆਦਾ ਆਉਣ ਲੱਗ ਗਈ, ਜਦ ਹਨੇਰਾ ਧੱਕ ਚੱਲ ਜ਼ਿਆਦਾ ਹੋ ਗਿਆ। ਚਾਹੇ ਐ ਮਿਸਾਲ ਲੈ ਲਓ, ਤੇਰਾ ਭਾਂਡਾ ਵੱਡਾ ਹੋ ਗਿਆ ਜਿੰਨਾ ਚੱਲਣ ਵੱਧ ਗਿਆ, ਜਿੰਨੀ ਦੂਰ ਤੱਕ ਚੱਲਣ ਚੱਲੇਗਾ ਭਾਂਡਾ ਉਨਾ ਹੀ ਵੱਡਾ ਹੋ ਗਿਆ। ਸਾਰੇ ਆਕਾਸ਼ ਹੈ ਜਿੰਨਾ ਮਰਜੀ ਭਾਂਡਾ ਆਪਣਾ, ਸੂਰਜ ਹੈ ਕਿੱਡਾ ਭਾਂਡਾ, ਸੂਰਜ ਦਾ ਕਿਸ ਤੱਕ ਧੁੱਪ ਹੈ, ਆਕਾਸ਼ ਹੈ। ਫਿਰ ਵੀ ਸਾਰੇ ਆਕਾਸ਼ ਚਾਨਣ ਹੈ ਨਹੀਂ ਸੂਰਜ ਦਾ, ਥੋੜੀ ਦੂਰ ਤੱਕ ਆ ਚਾਨਣ, ਉੱਤੇ ਚੜ੍ਹਦੇ ਸੂਰਜ ਦਾ ਚਾਨਣ ਨਹੀਂ ਦਿੰਦਾ, ਧਰਤੀ ਦਾ ਹੀ ਪੈਂਦਾ। ਉਹ ਟਾਰਚ ਜਿੱਥੇ ਮਾਰੇਗਾ ਉੱਥੇ ਜਾਊਗੇ। ਧਰਤੀ ਵਾਸਤੇ ਟਾਰਚ ਬਣਾਈ ਹੈ ਪਰਮੇਸ਼ਰ ਨੇ, ਇੱਕੋ ਥਾਂ ਟਿਕਿਆ ਹੋਇਆ ਉਹ ਤੇ ਹੀ ਚਮਕਦਾ। ਜਾਂ ਉਹ ਤਾਂ ਇੱਧਰ ਚਲੇ ਜਾਂਦੇ ਹੋਰ ਪਲੈਨਟਾਂ ਤੇ, ਉਹ ਦੀਦਾ ਨਹੀਂ। ਉਹ ਐ ਆਪਣੀ ਧਰਤੀ ਦਾ ਸੂਰਜ ਹੈ, ਇਹ ਤੇ ਫੋਕਸ ਹੈ ਇਹਦਾ, ਅੱਡ ਅੱਡ ਜਗ੍ਹਾ ਫੋਕਸ ਨੇ ਹਰ ਚੀਜ਼ ਦੇ ਕੀਤੇ ਹੋਏ, ਇਹ ਤੇ ਹੀ ਫੋਕਸ ਹੈ ਬਸ। ਧਰਤੀ ਘੁੰਮੀ ਜਾਂਦੀ ਹੈ, ਫੋਕਸ ਸੂਰਜ ਦਾ ਉੱਥੇ ਹੀ ਹੈ, ਘੁੰਮਦਾ ਵੀ ਹੈ ਪਰ ਉਹਦੇ ਹਿਸਾਬ ਨਾਲ ਰੁੱਤਾਂ ਬਣਦੀਆਂ ਨੇ। ਇਹ ਕੰਪਿਊਟਰਾਈਜ਼ ਹੈ ਸਭ ਕੁਛ, ਆਟੋਮੈਟਿਕ। ਕੰਪਿਊਟਰ ਤੇ ਜਿਵੇਂ ਬਣਾਈ ਦਾ ਉਹੀ ਚੀਜ਼ ਬਣਾਈ ਹੋਈ ਹੈ, ਕੰਪਿਊਟਰ ਇੱਥੋਂ ਹੀ ਬਣਿਆ। ਕੰਪਿਊਟਰ ਆਕਾਸ਼ ਜਾ ਚਲੇ ਜਾਂਦੇ ਹਾਂ ਅਸੀਂ, ਉੱਥੇ ਫਿਰ ਇਹ ਚੀਜ਼ਾਂ ਨੇ, ਆਕਾਸ਼ ਦੀ ਖੋਜ ਹੈ ਕੰਪਿਊਟਰ ਵੀ। ਆਕਾਸ਼ ਬਾਣੀ ਤੋਂ ਆਕਾਸ਼ ਸ਼ੁਰੂ ਹੋ ਗਿਆ ਤੱਤ। ਇੱਕ ਚੀਜ਼ ਇੱਕ ਗੱਲ ਬੋਲਦੇ ਹੋ, ਤੁਹਾਡੇ ਤੱਕ ਗੱਲ ਤੱਕ ਪੂਰੀ ਗੱਲ ਕਿਉਂ ਸੁਣਦੀ, ਮੈਂ ਤਾਂ ਇੱਕ ਬੋਲੀ ਹੈ, ਡਿਵਾਈਡ ਕਿਉਂ ਨਹੀਂ ਹੋਈ। ਆਕਾਸ਼ ਹੈ, ਗਗਨ ਦੀ ਆਵਾਜ਼ ਹੈ। ਮੈਂ ਤਾਂ ਇੱਕ ਚੀਜ਼ ਬੋਲੀ ਹੈ, ਗਾਂ ਜਿੰਨੇ ਵੀ ਬੰਦੇ ਨੇ ਇੱਥੇ ਖੜੇ ਹੋਣ ਸਭ ਨੂੰ ਇਹ ਸੁਣੂ ਪੂਰੀ, ਡਿਵਾਈਡ ਕਿਉਂ ਨਹੀਂ ਹੋਈ। ਇੱਥੇ ਹੀ ਹੈ ਸਭ ਕੁਛ, ਤੁਹਾਡੇ ਸਾਹਮਣੇ ਹੀ ਐ ਚ ਖੋਜ ਲਓ। ਇੱਕ ਤੋਂ ਨੇ ਟਕਰਾਈ ਦੀ ਗੱਲ, ਤੈਨੂੰ ਪੂਰੀ ਸੁਣੀ, ਉਹਨੂੰ ਵੀ ਉਹਨੂੰ ਬਿਕਸ ਨਹੀਂ ਹੋਈ, ਹੋਈ ਆ। ਫਿਰ ਐਵੇਂ ਜੋਤ ਰਹਿੰਦੀਆਂ ਨੇ ਸਾਰੀਆਂ, ਬਿਕਸ ਵੀ ਨੇ ਬਿਕਸ ਵੀ ਨਹੀਂ। ਉਹ ਬਾਣੀ ਰਹਿੰਦੀ ਆਕਾਸ਼ਬਾਣੀ, ਆਕਾਸ਼ਬਾਣੀ ਜੋ ਪਤਾ ਲੱਗਦਾ ਬਿਕਸ। ਫੋਟੋਆਂ ਨੇ ਚਲੋ ਛੱਡੋ, ਫੋਟੋਆਂ ਸਭ ਬਿਕਸ ਨੇ ਇੱਥੇ, ਪਰ ਜਿਹੜਾ ਤੂੰ ਪੈਣਾ ਉਹੀ ਕਿਉਂ ਦੂਈ ਗੱਲ ਨਹੀਂ ਹੁੰਦੀ ਵਿੱਚ।
ਆਕਾਸ਼ ਚ ਮਿਕਸ ਕਿਵੇਂ ਹੋ ਗਈ, ਅੱਡ ਅੱਡ ਕਿਵੇਂ? ਆਕਾਸ਼ ਤਾਂ ਇੱਕ ਹੈ, ਦੂਏ ਦੀ ਫੋਟੋ ਜਾ ਆਉਂਦੀ ਹੈ, ਇੱਧਰੋਂ ਐ ਆਉਂਦੀ ਹੈ, ਮਿਕਸ ਕਿਉਂ ਨਹੀਂ ਹੁੰਦੀ ਵਿੱਚ? ਫ੍ਰੀਕੁਐਂਸੀ ਕੀ ਹੈ? ਇਹ ਤਾਂ ਆਦਮੀ ਨੇ ਆਕਾਸ਼ ਵਿੱਚ ਜਾ ਕੇ ਫਿਰ ਇਹ ਨਿਰਾਕਾਰੀ ਖੋਜ ਹੈ, ਇੱਧਰ ਵੀ ਹੈ ਉੱਧਰ ਵੀ। ਉਹਨਾਂ ਦਾ ਇੱਧਰ ਨੂੰ ਦਿਮਾਗ ਚੱਲ ਗਿਆ, ਮੈਟਰ ਵੱਲ ਨੂੰ। ਜੋ ਬ੍ਰਹਮੰਡੇ ਸੋਈ ਪਿੰਡ, ਇੱਧਰ ਵੀ ਉਹੀ ਗੱਲ ਹੈ, ਗਿਆਨ ਹੈ, ਉਧਰ ਵੀ ਉਹੀ ਗਿਆਨ ਹੈ, ਆਤਮਾ ਦਾ ਵੀ ਉਹੀ ਹੈ। ਇਸ ਕਰਕੇ ਉੱਚੇ ਤੋਂ ਉੱਚਾ ਭਗਵੰਤ ਹੈ। ਜਿੰਨੀ ਇੱਧਰ ਖੋਜ ਹੋਈ ਜਾਣੀ ਹੈ, ਉਨੀ ਬਰੀਕੀ ਨਾਲ ਉਧਰ ਖੋਜ ਪਹਿਲਾਂ ਤਿਆਰ ਹੈ। ਆਈ ਤਾਂ ਉੱਥੋਂ ਹੀ ਹੈ ਬਰੀਕੀ, ਇੱਥੇ ਕਿੱਥੋਂ ਆਈ ਹੈ ਬਰੀਕੀ? ਉੱਥੋਂ ਹੀ ਆਈ। ਸਾਨੂੰ ਇਹ ਗੱਲ ਸਮਝਣ ਨੂੰ ਕੋਈ ਚਿਰ ਨਹੀਂ ਲੱਗਦਾ, ਜਿਹੜੀ ਇਹ ਖੋਜਦੇ ਨੇ ਉੱਥੋਂ ਹੀ ਆਈ ਹੈ, ਔਰ ਕਿੱਥੋਂ ਆਈ ਹੈ? ਉਹ ਜਦ ਲੱਭ ਲੈਂਦੇ ਨੇ, ਲੱਭੇ ਜਾਣੀ ਸੀ ਅੰਦਰ ਤਾਂ ਹੈ ਉਹ। ਇਸ ਕਰਕੇ ਇਸ ਲੈਵਲ ਤੇ ਆ ਕੇ ਜਿਹੜੇ ਬੜੇ ਬੜੇ ਵਿਦਵਾਨ ਨੇ, ਸਮਝਦਾਰ ਨੇ, ਇਮਾਨਦਾਰ ਨੇ, ਉਹ ਮੰਨਦੇ ਨੇ ਵੀ ਹਾਂ ਧਰਮ ਕੋਈ ਚੀਜ਼, ਇਹ ਬੁੱਧ ਕੋਈ ਚੀਜ਼ ਹੈ। 80 ਕਾਲਜਾਂ ਸਕੂਲਾਂ ਚ ਇਹਦੀ ਖੋਜ ਕਰ ਕਰਕੇ ਇਹ ਗੱਲਾਂ ਲੱਭੀਆਂ, ਇਹਨਾਂ ਨੂੰ ਇੱਕ ਸਕਿੰਟ 'ਚ ਪਤਾ ਲੱਗ ਜਾਂਦਾ ਕੀ ਗੱਲ ਹੈ। ਫਿਰ ਬੁੱਧ ਹੀ ਸਭ ਕੁਛ ਹੈ, ਉਹਨੂੰ ਕੋਲ ਵੀ ਬੁੱਧ ਹੈ, ਬਹੁਤ ਅਵਤਾਰ ਹੈ, ਉਹ ਮਾਇਆ ਦੇ ਵਿੱਚ ਹੈ, ਬਹੁਤ ਅਵਤਾਰ। ਜੰਮੂ ਮਰੂਗਾ, ਉਹ ਮਾਇਆ ਵਾਲਾ ਗਿਆਨ ਜਨਮ ਮਰਨ ਤੇ ਬਾਅਦ ਇੱਧਰ ਹੀ ਆਉਣਾ ਪੈਣਾ ਸੀ, ਛੁਟਕਾਰਾ ਇੱਥੇ ਆ ਕੇ ਆਉਣਾ। ਉਹ ਤਾਂ ਮਾਇਆ ਨਾਲ ਜੋੜਦਾ, ਅਜੇ ਤਾਂ ਮਾਇਆ ਨੂੰ, ਅਜੇ ਤਾਂ ਉਹਨੂੰ ਭਰੋਸਾ ਵੀ ਮਾਇਆ ਚੋਂ ਮੈਂ ਆ ਜਿਹੜਾ ਦੂਆ ਇਹ ਵੀ ਮਾਇਆ ਚ, ਮਾਇਆ ਵਰਗੀ ਕੋਈ ਚੀਜ਼ ਹੈ, ਆਤਮਾ ਵੀ ਕੋਈ ਮਾਇਆ ਵਰਗੀ ਚੀਜ਼ ਹੈ, ਮੈਂ ਖੋਜ ਲੂੰਗਾ, ਪਹੁੰਚ ਜੂਗਾ। ਮਾਇਆ ਦੇ ਰਸਤੇ, ਝੂਠ ਦੇ ਰਸਤੇ ਤੁਰ ਕੇ ਸੱਚ ਨੂੰ ਨਹੀਂ ਪਹੁੰਚੀਦਾ, ਝੂਠ ਦੇ ਸਮੁੰਦਰ ਜਾ ਡੁੱਬੀਦਾ। ਜੇ ਝੂਠ ਨੂੰ ਖੋਜਣ ਲੱਗ ਜੇ ਨਾ, ਵੀ ਝੂਠ ਨੂੰ ਚਲਿਆ ਜਾਵਾਂ, ਝੂਠ ਦੇ ਨਾਲ ਖੋਜਦਾ ਪਿੱਛਾ, ਝੂਠ ਦਾ ਪਿਛੋਕੜ, ਝੂਠ ਦਾ ਅਤੀਤ, ਮਾਇਆ ਝੂਠੀਆ ਦਾ ਅਤੀਤ ਖੋਜ ਰਹੇ ਨਾ ਆਪਾਂ। ਇਹਦਾ ਅਤੀਤ ਅਸੀਂ ਆਪਣਾ ਆਤਮਾ ਦਾ ਖੋਜਣਾ, ਉਹ ਵੀ ਅਤੀਤ ਰੂਪ ਹੈ, ਮਾਇਆ ਦਾ ਵੀ ਅਤੀਤ ਰੂਪ ਹੈ। ਅੱਗੇ ਜਾ ਕੇ ਦੋਹਾਂ ਦੇ ਵਿੱਚੋਂ ਇੱਕ ਜੜ ਸ਼ਕਤੀ ਹੈ, ਇੱਕ ਚੇਤਨ ਸ਼ਕਤੀ ਹੈ। ਚੇਤਨ ਨੂੰ ਆਪਣੇ ਆਪ ਦੀ ਸੋਝੀ ਦੀ, ਜੜ ਨੂੰ ਆਪਣੇ ਆਪ ਦੀ ਸੋਝੀ ਹੈ। ਚੇਤਨ ਨੂੰ ਆਪਣੇ ਆਪ ਦੀ ਸੋਝੀ ਹੈ, ਜੜ ਨੂੰ ਆਪਣੇ ਆਪ ਦੀ ਸੋਝੀ ਨਹੀਂ। ਸੌਰੀ, ਜੜ ਚੇਤਨ ਦੀ ਕਲਪਨਾ ਚੋਂ ਪੈਦਾ ਹੋਈ ਹੈ, ਕੁਛ ਵੀ ਨਹੀਂ। ਇਸ ਕਰਕੇ ਮੂਲ ਰੂਪ ਚ ਕੋਈ ਗੱਲ ਹੈ, ਮੂਲ ਰੂਪ ਚ ਕੋਈ ਚੇਤਨ ਰਹਿ ਜਾਂਦਾ। ਇਹ ਵਿਦਵਾਨ ਵੀ ਮੰਨਦੇ ਨੇ ਕਿ ਜਦ ਇੱਕਾ ਦੂਆ ਹੈ ਹੀ ਨਹੀਂ, ਫਿਰ ਦੂਆ ਆਇਆ ਕਿੱਥੋਂ? ਇਹ ਚੇਤਨ ਦੀ ਦੇਹੀ ਚੋਂ ਹੋਇਆ ਭਾਈ। ਚੇਤਨ ਦੀ ਦੇਹੀ ਕੀ ਹੈ? ਆਕਾਸ਼ ਹੈ, ਸਪੇਸ ਹੈ। ਤੇ ਉਹ ਆਪ ਕੀ ਹੈ? ਆਪ ਉਹ ਜੋਤ ਹੈ, ਲਾਈਟ ਹੈ, ਸਪੇਸ ਵਿੱਚ ਫੈਲੀ ਹੋਈ ਹੈ, ਸਪੇਸ ਉਹਨੇ ਭਰੀ ਹੋਈ ਹੈ। ਇਸ ਕਰਕੇ ਉਹਨੂੰ ਸਰਵਿਆਪੀ ਕਹਿੰਦੇ ਆ। ਇੱਥੇ ਆ ਕੇ ਵਿਦਵਾਨਾਂ ਦੀ ਬੁੱਧੀ ਥੱਲੇ ਹੋ ਜਾਂਦੀ ਹੈ, ਸਾਡੇ ਵਾਲੀ ਉੱਤੇ ਚਲੀ ਜਾਂਦੀ ਹੈ। ਗੱਲ ਤਾਂ ਸਪੇਸ ਦੀ ਚੱਲ ਪਈ ਲੋ। ਸਪੇਸ ਕੀ ਹੈ? ਜੋਤ ਕੀ ਹੈ? ਅੱਡ ਅੱਡ ਨੇ ਦੋਏ। ਸੂਰਜ ਛੁਪ ਜਾਂਦਾ, ਸਪੇਸ ਰਹਿ ਜਾਂਦੀ ਹੈ, ਜੋਤ ਹੁੰਦੀ ਨਹੀਂ। ਇਸ ਕਰਕੇ ਉਹਨੂੰ ਸੂਰਜ ਦੀ ਸੰਗਿਆ ਦਿੱਤੀ ਹੈ ਨਾਲ। ਸਵੇਤਾ ਹੈ, ਸਪੇਸ ਦਾ ਰੰਗ ਕਾਲਾ, ਲਾਈਟ ਦਾ ਰੰਗ ਚਿੱਟਾ। ਸਪੇਸ ਨੂੰ ਲਾਈਟ ਖਾ ਜਾਂਦੀ ਹੈ, ਨਿਗਲ ਲੈਂਦੀ ਹੈ ਆਪਣੇ ਅੰਦਰ। ਸਪੇਸ ਨਹੀਂ ਦਿੰਦੀ, ਚਿੱਟਾ ਹੀ ਦਿੰਦਾ। ਫਿਰ ਅੰਦਰਲੀ ਚੀਜ਼ ਕਿਵੇਂ ਦੇਖੂ, ਬਾਹਰਲੀ ਦੇਖੂ। ਜੋਤ ਬਾਹਰ ਹੈ, ਸਪੇਸ ਅੰਦਰ ਹੈ। ਸਪੇਸ ਘੇਲ ਨਹੀਂ ਜੋਤ ਨੇ। ਅੰਬਰ ਸਾਰਾ ਪੀ ਲਿਆ ਜੋਤ ਨੇ, ਪੀਤਾੰਬਰ ਨੂੰ ਹੋ ਗਿਆ।
ਪਰ ਦਰਸ਼ਨ ਸਪੇਸ ਦਾ ਨਹੀਂ ਹੋ ਰਿਹਾ, ਦਰਸ਼ਨ ਜੋਤ ਦਾ ਹੋ ਰਿਹਾ। ਲਾਈਟ ਆ ਰਹੀ ਹੈ ਸਾਡੇ ਤੱਕ ਸੂਰਜ ਦੀ, ਸੂਰਜ ਨਹੀਂ ਆ ਰਿਹਾ। ਸੂਰਜ ਆਪਣੀ ਸਪੇਸ ਤੱਕ ਸੀਮਤ ਹੈ, ਸੂਰਜ ਸਪੇਸ ਤੱਕ ਹੀ ਸੀਮਤ ਹੈ। ਜਿੰਨੀ ਸਪੇਸ ਹੈ ਉਨੀ ਉਹਦੀ ਬੋਡੀ ਹੈ, ਜਿੰਨੀ ਉਹਦੀ ਬੋਡੀ ਉਨੀ ਉਹਦੀ ਸਪੇਸ ਹੈ ਘੇਰੀ ਹੋਈ। ਤੇ ਸਪੇਸ ਉੱਥੇ ਹੀ ਹੈ, ਬੋਡੀ ਉੱਥੇ ਹੀ ਹੈ, ਜੋਤ ਟਰੈਵਲ ਕਰ ਰਹੀ ਹੈ। ਤੇ ਬੋਡੀ ਏਦਾਂ ਨਹੀਂ ਕਰ ਸਕਦੀ, ਬੋਡੀ ਨਹੀਂ ਏਦਾਂ ਕਰ ਸਕਦੀ, ਬੋਡੀ ਉੱਥੇ ਖੜੀ ਹੈ। ਜੋਤ ਉੱਥੇ ਬੋਡੀ ਦੇ ਵਿੱਚੋਂ ਨਿਕਲ ਕੇ ਬਾਹਰ ਮਾਰ ਕਰ ਸਕਦੀ ਹੈ, ਬੋਡੀ ਦੇ ਵਿੱਚੋਂ ਨਿਕਲ ਕੇ ਬਾਹਰ ਦੇਖ ਸਕਦੀ ਹੈ, ਬੋਡੀ ਤੋਂ ਬਾਹਰ ਵੀ। ਇਸ ਕਰਕੇ ਉਹ ਕਹਿੰਦੇ ਤਾरों के आगे जहां और भी है। ਤਾਰੇ ਉੱਥੇ ਉੱਥੇ ਹੀ ਨੇ ਜਿੱਥੇ ਤੱਕ ਰਚਨਾ। ਇਹ ਲੱਗ ਇਹ ਸਪੇਸ ਉਹਨੇ ਖਾਲੀ ਕੀਤੀ ਹੈ, ਉਦੋਂ ਖਾਲੀ ਹੋਈ ਹੈ ਜਦੋਂ ਰਚਨਾ ਰਚਣੀ ਸੀ। ਇਹ ਕੀ ਹੈ ਸਪੇਸ? ਇਹ ਉਹਦਾ ਜਿਹੜਾ ਮਨ ਹੈ ਨਾ ਆਪਣਾ, ਉਹ ਵੱਖਰਾ ਹੋਇਆ ਜਾਗਰਤ ਅਵਸਥਾ ਚ, ਉਹ ਸਹਿਜ ਚ। ਜਾਗਰਤ ਨਹੀਂ ਕਹਿੰਦੇ, ਜਾਗਰਤ ਤਾਂ ਪਹਿਲਾਂ ਸੀ, ਉਹ ਜਾਗਰਤ ਪਹਿਲਾਂ ਸੀ, ਜਦ ਸੁਰਨ ਸਮਾਜ ਸੀ ਜਾਗਰਤ ਸੀ ਉਹ, ਜਦ ਵੀ ਜਾਗਰਤ ਸੀ। ਹੁਣ ਉਹਦੇ ਚ ਇੱਛਾ ਪੈਦਾ ਹੋ ਗਈ, ਜਿਹੜੀ ਉਹਦੀ ਇੱਛਾ ਹੋਇਆ ਸੰਸਾਰ ਹੈ। ਸੰਸਾਰ ਉਹੀ ਹੈ ਜੀ। ਇੱਛਾ ਕੀ ਪੈਦਾ ਹੋਈ? ਐਵੇਂ ਸੰਸਾਰ ਚੱਲਦਾ, ਕੁਛ ਪਿੱਛੇ ਨੇ ਕੁਛ ਅੱਗੇ ਨੇ, ਕੋਈ ਯੂਨੀ ਚ, ਕੋਈ ਯੂਨੀ ਚ, ਕੋਈ ਯੂਨੀ ਚ। ਤੇ ਜਦੋਂ ਉਹਨੇ ਰਚਨਾ ਬੰਦ ਕਰਨੀ ਹੁੰਦੀ ਹੈ ਨਾ, ਉਹ ਦੱਸਦੇ ਨੇ ਬ੍ਰਹਮਾ ਦੇ ਰਾਤ ਆ ਗਈ, ਦਿਨ ਖਤਮ ਹੋ ਗਿਆ। ਸ਼ਾਸਤਰਾਂ ਦੱਸੇ ਨੇ ਇੰਨੇ ਲੱਖ ਸਾਲ ਬ੍ਰਹਮਾ ਦਾ ਦਿਨ ਹੁੰਦਾ, ਇੰਨੇ ਲੱਖ ਸਾਲ ਦੀ ਰਾਤ ਹੁੰਦੀ ਹੈ ਬ੍ਰਹਮਾ ਦੀ। ਉਹ ਸੌਂਦਾ ਹੀ ਨਹੀਂ, ਉਹਨਾਂ ਚ ਰਚਨਾ ਲੱਗੀ ਰਹਿੰਦੀ ਹੈ। ਬ੍ਰਹਮਾ ਵਿਸ਼ਨੂੰ ਤਿੰਨੇ ਨਹੀਂ ਸੌਂਦੇ, ਇਹ ਕਰਦੇ ਰਹਿੰਦੇ ਨੇ ਕੰਮ, ਦੇਖਭਾਲ ਪਾਲਣਾ ਕਰਨੀ ਹੈ, ਕਰਨਾ ਉਹ ਕਰਨਾ। ਇਹ ਸਭ ਲਿਖੇ ਹੋਏ ਨੇ ਗ੍ਰੰਥਾਂ ਚ, ਇਹ ਸੁਣੇ ਹੋਏ ਨੇ ਮੇਰੇ ਪਹਿਲੇ। ਗੁਰਬਾਣੀ ਨੇ ਜਿਹੜਾ ਸੰਸ਼ੋਧਨ ਉਹਨੇ ਤਾਂ ਲਾਈਟ ਮਾਰ ਕੇ ਕੀਤਾ ਹੈ, ਉਹ ਮੈਨੂੰ ਪਤਾ ਲੱਗ ਗਿਆ ਉਹਨੂੰ ਨਹੀਂ। ਬਸ ਆਹ ਗੱਲ ਹੈ, ਉਹਨਾਂ ਨੇ ਗੁਰਬਾਣੀ ਦੀ ਸਟੱਡੀ ਨਹੀਂ ਕੀਤੀ। ਜਿੱਦਣ ਉਹ ਕਰ ਲੈਣਗੇ, ਉਹ ਗੱਲ ਤਾਂ ਉਹਨਾਂ ਦੇ ਵਿੱਚ ਵੀ ਇਹੀ ਲਿਖੀ ਹੋਈ ਹੈ, ਅਰਥ ਬਦਲਦੇ ਉਹਦੇ ਨਾ। ਉਹ ਤਾਂ ਭਰੋਸਾ ਹੀ ਨਹੀਂ ਹੋਇਆ ਇਹਨਾਂ ਨੂੰ, ਕਿਉਂਕਿ ਅਕਲ ਦਾ ਭੰਡਾ ਨਹੀਂ ਵਧਿਆ। ਆਪਣੀ ਅਕਲ ਨਾਲ ਉਹਨੂੰ ਸਮਝਣ ਨੂੰ ਫਿਰਦੇ ਨੇ, ਜਿਵੇਂ ਆਪਣੀ ਅਕਲ ਨਾਲ ਅਸੀਂ ਚੰਡੀ ਦੀ ਵਾਰ ਨੂੰ ਸਮਝਣ ਨੂੰ ਫਿਰਦੇ ਸੀ। ਬਿਲਕੁਲ ਨਹੀਂ ਸਮਝ ਸਕਦੇ। ਚੰਡੀ ਦੀ ਵਾਰ ਦਾ ਗ੍ਰੰਥ ਲਿਖਿਆ ਗਿਆ ਆਦਿ ਗੁਰੂ ਗ੍ਰੰਥ ਸਾਹਿਬ ਤੇ ਬਾਅਦ। ਆਦ ਨੂੰ ਪਹਿਲਾਂ ਪੜ੍ਹ ਕੇ ਸਮਝ ਕੇ ਹੀ ਉਹ ਸਮਝ ਆਉਂਦੀ ਹੈ। ਇਹ ਲੜਾਈ ਆਦ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ। ਲੜਾਈ ਤਾਂ ਆਦ ਦੇ ਵਿੱਚ ਸ਼ੁਰੂ ਹੋਈ ਹੈ, ਸਾਰੀ ਲੜਾਈ ਹੋਈ ਹੈ 12 ਕਹਿ ਨੇ। ਚੰਡੀ ਦੀ 12 ਹੈ, 22 ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ। ਉਹ ਕੀ ਹੈ? ਉਹੀ ਹੈ, ਉਹੀ ਉਹ ਹੈ। ਉਹ ਵੀ ਹਮਲੇ ਵਾਰ ਕੀਤੇ ਨੇ ਸਾਰੇ ਧਰਮਾਂ ਤੇ, ਇਹ ਵੀ ਵਾਰ ਕਰਦੀ ਹੈ। ਇਹ ਜਾਣੀ ਗਿਆਨ ਚਰਚਾ ਜਿਹੜੇ ਆਮ ਲੋਕ ਕਰਦੇ ਨੇ ਸੰਸਾਰ 'ਚ, ਉਹ ਗੱਲ ਦਿਖਾਈ ਹੋਈ ਹੈ। ਉਹ ਹਮਲਾ ਕੀਤਾ ਹੈ, ਉਹ ਵੀ ਉਹ ਲਿਖ ਕੇ ਕੀਤਾ ਹੋਇਆ। ਇਹੀ ਆਪਣੇ ਕੀਤੇ ਵੀ ਸੀ, ਚਰਚਾ ਕੀਤੀ ਸੀ ਜਾ ਕੇ। ਜਿਹੜੀਆਂ 12 ਲਿਖੀਆਂ ਨੇ, ਇਹ ਚਰਚਾ ਕੀਤੀ ਹੋਈ ਆ ਗੁਰੂਆਂ ਦੀ, ਜਾ ਕੇ ਲੋਕਾਂ ਨਾਲ ਸਵਾਲ ਕੀਤੇ ਹੋਏ ਨੇ, ਉਹਨਾਂ ਦੇ ਜਵਾਬ ਕੋਈ ਨਹੀਂ ਦਿੱਤੇ ਉਹਨਾਂ ਨੇ। ਉਹ ਲਿਖ ਕੇ ਦੇ ਵੀ ਪੜ੍ਹਦੇ ਰਹੋ, ਇਹਨਾਂ ਨੇ ਜਵਾਬ ਇਹਦਾ ਸਾਡਾ ਤੁਹਾਨੂੰ ਭਰੋਸਾ ਹੋ ਜੂ ਵੀ ਗੁਰਬਾਣੀ ਦੇ ਖਿਲਾਫ ਨਹੀਂ ਉਹਨੇ ਬੋਲਣਾ। ਜਿਵੇਂ ਮੇਰੇ ਖਿਲਾਫ ਨਹੀਂ ਬੋਲਦੇ, ਲੋਕਾਂ ਨੂੰ ਤਾਂ ਵੀ ਝੂਠੇ ਨੇ। ਹੋ ਗਿਆ ਨਾ,
ਟੁੱਟੀ ਜਾਂਦੇ ਲੋਕ ਰੋਜ਼ ਜਵਾਬ ਦੇਣ। ਧਰਮ ਦਾ ਲੋਕਾਂ ਨੂੰ ਗਿਆਨ ਹੀ ਨਹੀਂ ਸੀ, ਹੁਣ ਲੋਕਾਂ ਨੂੰ ਗਿਆਨ ਹੋ ਗਿਆ। ਹੁਣ ਹੋਰ ਉੱਪਰ ਉੱਪਰਲੇ ਉੱਠ ਖੜੇ ਜਿਹਨਾਂ ਤੇ ਬੋਲ ਵੀ ਸਾਰੇ ਉੱਠ ਖੜੇ। ਆਪਾਂ ਨੂੰ ਗਿਆਨ ਹੋ ਗਿਆ ਕਿ ਛਾ ਜਾਓ ਤੇ ਇਸਲਾਮ ਛਾ ਜਾਵੇ ਸਾਰਿਆਂ ਤੇ। ਇਹ ਤੋਂ ਵਧੀਆ ਸਾਨੂੰ ਮੌਕਾ ਨਹੀਂ ਮਿਲਣਾ। ਇਮਾਨਦਾਰ ਆਦਮੀ ਨੂੰ ਕਦੇ ਮੌਕਾ ਮਿਲੋ, ਸੁਣਦਾ ਕੌਣ ਨੇ ਗੱਲ, ਜੋ ਇਕੱਠੇ ਹੋ ਜਾਣ ਉਹ ਵੀ ਬੋਲਣ ਆਪਣੀ। ਸਾਡੇ ਮੂਹਰੇ ਸਿੱਖ ਤਾਂ ਬੋਲਦੇ ਨਹੀਂ, ਹਿੰਦੂ ਵੀ ਨਹੀਂ ਬੋਲਦੇ। ਜਿਹੇ ਜਿਹੇ ਬੋਧੀਆਂ 'ਚ ਵੀ ਹੋ ਜਾਣ, ਹਜ਼ਾਰਾਂ ਲੱਖਾਂ ਆਦਮੀਆਂ ਦੇ ਵਿੱਚ ਬੋਲੀਏ ਬੈਠ ਕੇ, ਕਰੋੜਾਂ ਆਦਮੀ ਇਕੱਠੇ ਹੋ ਜਾਣਗੇ ਉੱਥੇ ਬੋਲੀਏ, ਦੂਏ ਨੇ ਤਾਂ ਲੱਭਣੇ ਨਹੀਂ ਉੱਥੇ, ਦੂਆ ਨੇ ਲੱਭਣਾ। ਆਮ ਲੋਕਾਂ ਨੇ ਗੱਲਾਂ ਉਹ ਇੱਥੇ ਤਾਂ ਲੱਖ ਆਦਮੀ ਇਕੱਠਾ ਕਰ ਦੋ, ਬਾਦਲ ਕਰਦਾ ਤਾਂ ਬੱਲੇ ਬੱਲੇ ਹੋ ਜਾਂਦੀ ਹੈ। ਸਾਡੇ ਉਹ ਸਾਰੀ ਵਰਡ ਹੈ, ਇਹਦਾ ਕਰਦੇ ਕਰਨਗੇ 2 ਕਰੋੜ ਆਦਮੀ ਇਕੱਠਾ, ਸਾਰੇ ਭੀੜਾਂ ਹੀ ਭੀੜਾਂ ਦਿਖਾਉਣ ਲੱਗ ਜਾਣ ਟੀਵੀਆਂ ਤੇ। ਜਿੰਨੇ ਮੁਲਕ ਨੇ ਮੁਸਲਮਾਨਾਂ ਦੇ, ਉਹ ਤਾਂ ਆਪਣੇ ਨਾਲੇ ਨੇ, ਬੋਧੀ ਆਪਣੇ ਨਾਲ ਨੇ, ਚੀਨ ਵਾਲੇ ਆਪਣੇ ਨਾਲ ਨੇ, ਓਬਾਮਾ ਆਪਣੇ ਨਾਲ ਹੈ, ਦੂਆ ਆਪਾਂ ਦੇ ਖਿਲਾਫ ਹੈ ਟਰੰਪ। ਜਿਹੜਾ ਅਮੀਰ ਧੜਾ ਹੈ ਉਹਨੇ ਸਾਡੇ ਖਿਲਾਫ ਹੋਣਾ ਹੁਣ, ਕਿਉਂਕਿ ਉਹਦਾ ਪੈਸਾ ਅਸੀਂ ਨਹੀਂ ਛੱਡੋ ਉਹਦੇ ਕੋਲ। ਉਹਨਾਂ ਨੂੰ ਪਤਾ ਮਾਇਆ ਇਕੱਠੀ ਕਰਕੇ ਦੇਵੇ ਵੀ ਕਬੂਲਤਾਂ ਪਾਕਿਸਤਾਨ ਨੂੰ ਬਖਸ਼ਣ ਕਿਸੇ ਨੂੰ ਨਹੀਂ। ਇਹਨਾਂ ਨੂੰ ਪਤਾ ਵਿਸ਼ਵਾਸ ਸਪੋਰਟ ਨਹੀਂ ਬਣਨੀ, ਇਹਨਾਂ ਕੋਲ ਛੱਡਣਾ ਹੀ ਨਹੀਂ ਕਿਸੇ। ਇਹਨਾਂ ਨੇ ਕਹਿਣਾ ਵੀ ਅਸੀਂ ਕਿਹੜਾ ਆਪਣੇ ਖਾਤਰ ਮੰਗਦੇ ਹਾਂ। ਭਾਈ ਤੁਸੀਂ ਆਪਣਾ ਜੀਵਨ ਸਫਲਾ ਕਰੋ, ਛੱਡੋ ਮਾਇਆ ਦਾ ਖਹਿੜਾ। ਅਸੀਂ ਤਾਂ ਆਹੀ ਕਹਿੰਦੇ ਜੀਵਨ ਸਫਲਾ ਕਰ ਲਓ। ਤੁਸੀਂ ਵੀ ਕੀ ਕਰਨਾ ਹੈ ਇਹ ਦੱਸੋ। ਤੁਹਾਨੂੰ ਨਹੀਂ ਮੰਨਦੇ ਤਾਂ ਜਵਾਬ ਕੀ ਦੇਣਗੇ। ਅਸੀਂ ਆਪਣੇ ਵਾਸਤੇ ਮੰਗਦੇ ਹਾਂ ਵੀ ਜੇ ਪਾਪ ਕੀਤੇ ਨੇ ਧੋ ਲੋ, ਕਾਰੂ ਬਾਦਸ਼ਾਹ ਨੇ 40 ਗੰਜ ਦਿੱਤੇ ਨਹੀਂ, ਤੁਸੀਂ ਦੇ ਦੋ। ਫਿਰ ਦੇਖਿਓ ਆਨੰਦ ਕਿਹੋ ਜਿਹਾ ਸੁੱਖ ਹੈ, ਤਸੱਲੀ ਹੁੰਦੀ। ਹਾਂ ਜਾਣਦੇ ਉਹ ਜਦ ਹਵਾ ਚੱਲ ਪੈਂਦੀ ਹੈ ਸਾਰੀ ਦੇਖਦੇ ਨੇ। ਉਹ ਜਿਹੜਾ ਅਵਤਾਰ ਨੇ ਤੁਸੀਂ ਦੋਏ ਨਹੀਂ ਸੁਣੇ ਸਮਾਰ ਕੇ, ਪਾਰਸਨਾਥ ਵੀ ਨਹੀਂ ਸੁਣਿਆ ਤੁਸੀਂ। ਉਹ ਜਿਹੜਾ ਰੁਦਰ ਅਵਤਾਰ ਨੇ ਦੋਏ ਅਵਤਾਰ ਨੇ ਰੁਦਰ, ਜਿਹਨਾਂ ਨੇ ਪਲਟਾ ਦਿੱਤਾ ਵਰਲਡ ਨੂੰ। ਸਭ ਤੋਂ ਪਹਿਲਾਂ ਗਿਆਨ ਇਹਨਾਂ ਨੂੰ ਹੋਇਆ। ਦੱਤ ਸ਼ਿਵ ਜੀ ਦੱਤ ਦਾ ਅਵਤਾਰ ਹੈ। ਦੱਤਾਤਰੇय ਦੱਤਾ, ਉਹ ਦੱਤ ਨੂੰ ਸਾਰੇ ਹੀ ਮੰਨਦੇ ਜੀ। ਤ੍ਰੈ ਦਾ ਮਤਲਬ ਹੈ ਆ ਜਿਹੜੇ ਨਾ ਵਿਸ਼ਨੂੰ ਬ੍ਰਹਮਾ ਔਰ ਸ਼ਿਵ ਤਿੰਨੇ ਦੱਤ ਨੂੰ ਮੰਨਦੇ ਨੇ, ਕਿਉਂਕਿ ਪਹਿਲਾ ਅਵਤਾਰ ਹੈ। ਉਹ ਤੋਂ ਦੱਤ ਤੋਂ ਬਾਅਦ 3 ਪ੍ਰਣਾਲੀਆਂ ਸ਼ੁਰੂ ਕੀਤੀਆਂ। ਠੀਕ ਹੈ, ਉਹਦੀਆਂ 3 ਪ੍ਰਣਾਲੀਆਂ ਦੱਤ ਤੋਂ ਬਾਅਦ ਨੇ। ਇਹਨਾਂ ਦਾ ਖਾਤਮਾ ਪਾਰਸਨਾਥ ਨੇ ਕੀਤਾ। ਫਿਰ ਤੁਸੀਂ ਕਿਹੜਾ ਸੁਣੀਆਂ ਨੇ, ਉਹ ਸੁਣੇ ਹੋਏ ਨੇ ਤੁਹਾਡੇ। ਤੁਹਾਡੀ ਬੁੱਧੀ ਉੱਥੇ ਕਿੱਥੇ ਆ? ਇਹ ਗੱਲਾਂ ਸਭ ਕਹੀਆਂ ਹੋਈਆਂ ਮੇਰੀਆਂ ਉੱਥੇ, ਪਰ ਤੁਹਾਡੇ ਉੱਥੇ ਨਵੀਆਂ ਗੱਲਾਂ ਹੈ, ਉੱਥੇ ਲਿਖੀਆਂ ਹੋਈਆਂ ਨੇ ਸਭ ਕੁਛ। ਕਿਵੇਂ ਕਿੱਥੋਂ ਦਾਤੋਂ ਪੈਦਾ ਹੋਇਆ ਬ੍ਰਹਮ ਗਿਆਨ, ਫਿਰ ਕਿਵੇਂ ਖਤਮ ਹੋਇਆ, ਕਿਹਨਾਂ ਨੇ ਕੀਤਾ? ਇਹ ਬ੍ਰਹਮਾ ਵਿਸ਼ਨੂੰ ਸ਼ਿਵ ਨੇ ਕੀਤਾ। ਇੱਥੋਂ ਬਣੇ ਨੇ 1 ਤੋਂ 3। ਉਹ ਹੀ ਓਂਕਾਰ ਦਾ ਮੰਦਰ ਹੈ, ਉੱਥੇ ਹੀ ਦੱਤ ਦਾ ਉਹ ਤ੍ਰੈ ਦਾ ਦੱਤਾਤਰੇय ਦਾ ਮੰਦਰ ਹੈ ਓਂਕਾਰ ਦਾ, ਜਿੱਥੇ ਹੈ ਉੱਥੋਂ ਇੱਕ ਓਂਕਾਰ ਚੱਲਿਆ ਦੱਤ ਤੋਂ ਹੀ। ਉਹ ਦੋਏ ਸ਼ਿਵ ਦੇ ਰੁਦਰ ਅਵਤਾਰ ਨੇ। ਹੋਰ ਕੋਈ ਦੂਆ ਵਿਸ਼ਨੂੰ ਦਾ ਅਵਤਾਰ ਨਹੀਂ ਹੋਇਆ ਇਹ ਜਾ। ਉਹ ਸਿਰਫ ਵੇਦ ਕੱਢ ਕੇ ਲਿਖਿਆ ਹੋਇਆ ਸਮੁੰਦਰ ਚੋਂ। ਇੱਕ ਬੜਾ ਅਵਤਾਰ ਹੈ ਹੋਰ, ਉਹ ਵੀ ਬੜਾ ਵੀ ਇਹਦਾ ਹੀ ਸ਼ਿਵ ਜੀ ਦਾ ਹੀ ਚੇਲਿਆਂ ਦੇ ਵਿੱਚੋਂ ਆਇਆ ਹੈ। ਦੱਤ ਦੇ ਵਿੱਚੋਂ ਤਾਂ 3 ਨੇ, ਪਰ ਦੱਤ ਵਾਲਾ ਸਰੂਪ ਹੈ ਜਿਹੜਾ ਉਹ ਸਿਰਫ ਸ਼ਿਵ ਨੇ ਰੱਖਿਆ। ਦੱਤ ਦੇ ਨੇੜੇ ਦਾ ਜਿਹੜਾ ਸੁਭਾਅ ਹੈ ਸਭ ਤੋਂ ਗੁਣ, ਉਹ ਸ਼ਿਵ ਚ। ਇਹ ਜਿਹੜੇ ਉਦੋਂ ਨਰਮ ਰੂਪ ਨੇ, ਵਿਸ਼ਨੂੰ ਹੈ ਖੇਤੀ ਖੂਤੀ ਕਰਨੀ, ਆ ਗਿਆ ਲਾਲਚ ਥੱਲੇ ਡਿੱਪਿਆ, ਤਿਆਗ ਦੋਹਾਂ ਚ ਨਹੀਂ ਰਿਹਾ। ਉਹ ਤਿਆਗ ਜਿਹੜਾ ਹੈ ਉਹ ਦੱਤ ਕੋਲੇ, ਇਹਨਾਂ ਕੋਲ ਹੀ ਹੈ ਉੱਪਰ।
शिव वाले कोल ही। बाकी त्याग छड्ड गए, ब्रह्म भी त्याग छड्ड गया, विष्णु भी त्याग छड्ड गया। संसारी सुख अल्प सुख ਜਿਹੜੇ ਨੇ ਉਧਰ ਨੂੰ ਝੁਕ ਗਏ। ਜਿਹੜੇ ਛੱਡਣੇ ਸੀ ਅਲਪ ਸੁਖ ਛਾੜ ਪਰਮ ਸੁਖ ਪਾਵਾ। ਜੇ ਅਲਪ ਸੁਖ ਦਾ ਤਿਆਗ ਕਰੇਗਾ ਤਾਂ ਪਰਮ ਸੁਖ ਮਿਲੂਗਾ, ਨਹੀਂ ਮਿਲਣਾ ਹੀ ਨਹੀਂ। ਇਹਨਾਂ ਨੇ ਪਰਮ ਸੁਖ ਦਾ ਤਿਆਗ ਕੀਤਾ ਹੋਇਆ, ਬ੍ਰਹਮਾ ਨੇ ਵੀ ਵਿਸ਼ਨੂੰ ਨੇ ਵੀ। ਉਹ ਕਬੀਰ ਨੇ ਕਹੀਆ ਨਾ, ਕਹਿੰਦੇ ਹਾਂ ਸੁਖ ਮੰਗਤ ਦੁੱਖ ਆਗੇ ਆਵੇ। ਜੇ ਸੁਖ ਮੰਗ ਲਈਏ ਉਹਦੇ ਬਾਅਦ ਦੁੱਖ ਵੀ ਮਿਲਣ ਦੀ ਸੰਭਾਵਨਾ ਹੈ ਅੱਗੇ। ਜਾਂ ਤਾਂ ਐਸਾ ਸੁਖ ਮੰਗੋ ਜਿਹਦੇ ਬਾਅਦ ਦੁੱਖ ਹੋਵੇ ਹੀ ਨਾ। ਜੇ ਦੁੱਖ ਦੀ ਸੰਭਾਵਨਾ, ਤੁਸੀਂ ਥੋੜੀ ਦੇਰ ਦਾ ਕਿਸੇ ਚੀਜ਼ ਦਾ ਸੁਖ ਮੰਗੋ, ਐਸਾ ਸੁਖ ਮੈਨੂੰ ਨਹੀਂ ਚਾਹੀਦਾ। ਜਿਹਦੇ ਸੁਖ ਤੇ ਬਾਅਦ ਦੁੱਖ ਆ ਜਾਵੇ ਉਹ ਸੁਖ ਮੈਂ ਨਹੀਂ ਮੰਗਦਾ। ਜਿਸ ਸੁਖ ਤੇ ਸ਼ਿਵ ਬ੍ਰਹਮ ਡਰਾਨੋ, ਬ੍ਰਹਮਾ ਵੀ ਡਰਦਾ ਵੈਸੇ ਸੁਖ ਤੇ, ਉਹ ਡਰਦਾ ਹੈ, ਉਹ ਸਾਵਧਾਨ ਹੈ ਸੁਖ ਤੇ। ਬ੍ਰਹਮ ਗਿਆਨੀ ਵਿਸ਼ਨੂੰ ਜਿਹੜਾ ਸਾਵਧਾਨ ਨਹੀਂ ਹੈ, ਬ੍ਰਹਮ ਗਿਆਨੀ ਸਾਵਧਾਨ ਹੈ ਸੁਖ ਤੇ। ਉਹ ਸੁੱਖਾਂ ਦੇ ਵਸ ਨਹੀਂ ਹੁੰਦਾ, ਦੁੱਖਾਂ ਤੋਂ ਘਬਰਾਉਂਦਾ ਨਹੀਂ। ਉਹ ਬੰਦਾ ਦੁੱਖ ਦਾਰੂ ਸੁੱਖ ਰੋਗ ਪਿਆ। ਬ੍ਰਹਮ ਗਿਆਨੀ ਤਾਂ ਜੇ ਇਹ ਨਹੀਂ ਬੰਦਾ ਬ੍ਰਹਮ ਗਿਆਨੀ ਨਹੀਂ ਹੈ। ਉਹ ਬ੍ਰਹਮ ਗਿਆਨ ਗੁਰਬਾਣੀ ਹੈ। ਬ੍ਰਹਮ ਗਿਆਨੀ ਦੀ ਭਾਸ਼ਾ ਇਹ ਹੋਣੀ ਚਾਹੀਦੀ ਹੈ। ਸਾਡੇ ਘਰ ਦੀ ਭਾਸ਼ਾ ਹੋਣੀ ਚਾਹੀਦੀ ਹੈ, ਸਮਾਜਿਕ ਭਾਸ਼ਾ ਇਹ ਹੈ ਅਸਲ 'ਚ। ਜਿੱਦਣ ਭਾਸ਼ਾ ਇਹ ਹੋ ਗਈ ਉਦੋਂ ਜੇ ਭਾਸ਼ਾ ਇਹੋ ਜਿਹਾ ਸੱਜੂਗਾ, ਹੋਰ ਕੀ। ਭਾਸ਼ਾ ਹੀ ਆਤ ਨਹੀਂ ਦਿੰਦੀ ਸਾਡੀ ਕੁਛ ਕਰਨ ਨੂੰ ਗਲਤ। ਸਾਡੀ ਭਾਸ਼ਾ ਅਵਿਦਿਆ ਹੋ ਗਈ, ਅਵਿਦਿਆ ਹਿਤਕੀਨ। ਵਿਦਿਆ ਛੱਡ ਕੇ, ਬ੍ਰਹਮ ਵਿਦਿਆ ਛੱਡ ਕੇ ਵਿਦਿਆ ਲੈ ਲਈ, ਇਹਨੂੰ ਆਪਣਾ ਹਿਤਕਾਰੀ ਮੰਨ ਲਿਆ ਵੀ ਇਹ ਅਲਪ ਸੁੱਖ ਨੇ, ਜ਼ਿੰਦਗੀ ਸੌਖੀ ਕੱਟੂ, ਮੁਸ਼ਕਲਾਂ ਤੋਂ ਬਚਾਂਗੇ। ਸਿਆਲ ਦੇ ਮਹੀਨੇ ਆ ਜਿਹੜਾ ਸੇਕ ਕੇ ਕੱਢਦੇ ਆ ਬਾਹਰ, ਵੀਹ ਪੈਣ ਲੱਗ ਜਾਂਦੇ ਬਾਹਰ, ਤਬਾਹੀ ਪੜਦੇ ਆ। ਇਹ ਤਾਂ ਘਰ ਬਣਾ ਲਓ, ਛੋਟਾ ਮੋਟਾ ਛੱਪਰੇ ਪਾ ਲਓ, ਬਸ ਜਾਂਦਾ 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 ਜਾਂਦਾ। ਕੱਚਾ ਹਰ ਸਾਲ ਲਿਪਣਾ ਪੈਂਦਾ, ਹੁਣ ਪੱਕਾ ਬਣਾਓ। ਪੱਕਾ ਚੰਗਾ ਨਹੀਂ ਲੱਗਦਾ, ਪੱਥਰ ਲਾਓ, ਪਲਾਸਟਰ ਕਰੋ। ਜਦੋਂ 2.5 ਨੂੰ 2.5 ਲਾਈ ਜਾ, ਜਿੰਨੀ ਮਰਜ਼ੀ ਤਸੀਲ ਮਿਲ ਜਾ, 2.5 ਨੂੰ 2.5 ਲਾਈ ਜਾਣੀ ਹੈ। ਉਹ ਕਹਿੰਦਾ ਇਹ ਨਾਲ ਲੱਗਦਾ ਕੀ ਲੈਣਾ। ਬਾਪੂ ਨੂੰ ਉਹਨੇ ਫੋਨ ਕੀਤਾ, ਉਹ ਸੀ ਮੇਜਰ। ਉਹ ਕਹਿੰਦਾ ਵੀ ਅੱਗੇ ਜ਼ਮੀਨ ਤੇਰੇ ਕੋਲ ਥੋੜੀ ਹੈ। ਉਹ ਕਹਿੰਦਾ ਨਹੀਂ ਨਾਲ ਲੱਗਦਾ। ਕਹਿੰਦਾ ਨਾਲ ਲੱਗਦਾ ਚੰਡੀਗੜ੍ਹ ਪਹੁੰਚ ਜਾਏਗਾ। ਜੇ ਨਾਲ ਲੱਗਦਾ ਲਿਆ ਮੇਰਾ ਚੰਡੀਗੜ੍ਹ ਚਲੇ ਜਾਏਗਾ, ਤੂੰ ਰਹਿਣ ਦੇ। ਓਏ ਨਾਲ ਉਹ ਆ ਲੈ ਲਿਆ, ਗਾਹ ਦਾ ਨਾਲ ਲੱਗ ਗਿਆ। ਆ ਲੈ ਲਿਆ, ਇੱਧਰ 2-3 ਹੋਰ ਲੱਗੇ, 3 ਪਾਸੇ ਨਾਲ। ਆਪਣੇ ਤਾਂ ਇੱਥੇ ਨਾਲ ਲੱਗਦਾ ਤਾਂ ਆ ਲੈ ਲਿਆ, 3 ਹੋਰ ਨਾਲ ਲੱਗ ਗਏ। ਉਹ ਵੀ ਲੈ। ਉਹ ਕਹਿੰਦੇ ਵੀ ਹੁਣ ਨਾਲ ਲੱਗਦਾ ਲੈਣਾ ਹੀ ਪਊਗਾ। ਉਹ ਕਹਿੰਦਾ ਚੰਡੀਗੜ੍ਹ ਪਹੁੰਚੇਗਾ ਫਿਰ। ਇਸ ਕਰਕੇ ਇਹ ਜਿਹੜਾ ਆਦਮੀ ਚਲਾ ਗਿਆ ਸੋਨੇ ਦੇ ਸੀਤਾ ਹਰਨ, ਉਹ ਜਿਹੜਾ ਸੋਨੇ ਦੇ ਮਿਰਗ ਪਿੱਛੇ ਭੇਜਿਆ ਨਾ ਰਾਮ ਨੂੰ, ਇਹ ਰਾਮ ਸੋਨੇ ਦੇ ਮਿਰਗ ਪਿੱਛੇ ਭੇਜਿਆ ਹੋਇਆ। ਇਹ ਮਿਰਗ ਸੋਨੇ ਦਾ ਫੜ ਲਓ। ਰਾਵਣ ਤਾਂ ਜਾਣਦਾ, ਰਾਵਣ ਵੀ ਗ੍ਰਸਤੀਆ ਪਰ ਫਸਦਾ ਨਹੀਂ ਹੈ। ਉਹ ਨਹੀਂ ਫਸਦਾ, ਉਹ ਨਹੀਂ ਪਰਵਾਹ ਕਰਦੇ। ਉਹ ਇਹ ਦੇਵਤੇ ਜਿਹੜੇ ਨੇ ਉਹ ਕਹਿੰਦੇ ਨੇ ਸੋਨੇ ਦੀ ਲੰਕਾ ਸੀ। ਸੋਨੇ ਦੀ ਕਾਹਨੂੰ ਸੀ ਲੰਕਾ? ਉਹਦੇ ਅੰਦਰ ਇਹ ਸੋਨਾ ਸੀ ਸਾਰਿਆਂ ਦੇ, ਕੰਚਨ ਦੇਹੀ ਸੀ ਸਾਰਿਆਂ ਦੀ। ਬੰਦੇ ਤੇ ਜਿਹੜੀ ਦੇਹੀ ਹੈ ਬਾਹਰਲੀ ਵਿਦੇਹੀ ਹੈ, ਅੰਦਰ ਕੰਚਨ ਦੇਹੀ ਹੈ। ਸਾਰੀ ਲੰਕਾ ਦੇ ਬੰਦੇ ਤੇ ਇਹ ਤਾਂ ਸੋਨੇ ਦੀ ਲੰਕਾ ਸੀ। ਉਹ ਸੋਨੇ ਦੀ ਲੰਕਾ ਸੀਗੀ। ਕੰਚਨ ਦੇਹੀ ਨਹੀਂ ਲਿਵਲਾਵੋ ਤਿਸ ਰਾਮ ਸੁਨੇਹੀ। ਜੇ ਪ੍ਰਸਾਦ
ਸੋਨਾ ਨਹੀਂ ਹੁੰਦਾ, ਸੋਨਾ ਇਹ ਕਹਿੰਦੇ ਨੇ ਹੁੰਦਾ ਹੈ ਜਿਹ ਚ ਕੱਚ ਨਾ ਰਹੇ, ਅੰਦਰੋਂ ਬਾਹਰੋਂ ਇੱਕੋ ਜਿਹਾ ਹੋਵੇ, ਪੱਕਾ ਮਜ਼ਬੂਤ, ਮਨ ਹੋਰ ਚ ਮੁਖ ਹੋਰ ਨਾ ਹੋਵੇ, ਉਹ ਕੰਚਨ ਤੇ ਹੀ ਹੁੰਦੀ। ਪੱਕੋ ਸੱਚ ਹੋਵੇ ਪੂਰਾ, ਝੂਠ ਨਾ ਹੋਵੇ ਵਿੱਚ। ਹੁਣ ਸੋਨੇ ਨੂੰ ਜੇ ਆਪਾਂ ਕਿਸੇ ਚੀਜ਼ ਨੂੰ ਆਪਾਂ ਧਾਤੂ ਨੂੰ ਜ਼ਿਆਦਾ ਆਪਾਂ ਗਰਮ ਕਰਦੇ, ਮੈਲਟ ਹੁੰਦੀ ਹੈ, ਉਹ ਘਟ ਜਾਂਦੀ। ਲੋਹਾ ਜ਼ਿਆਦਾ ਘਟਦਾ ਸਭ ਤੋਂ, ਹੋਰ ਵੀ ਧਾਤੂ ਘਟਦੀਆਂ ਨੇ, ਸੋਨਾ ਨਹੀਂ ਘਟਦਾ ਜਿੰਨੀ ਵਾਰ ਮਰਜ਼ੀ ਨੂੰ ਪਗੜਾ ਲੈ। ਇਸ ਕਰਕੇ ਇਹਨੂੰ ਕੰਚਨ ਕਹਿੰਦੇ। ਜਾਂ ਟਾਂਕਾ ਲਾਉਂਦੇ ਤਾਂਬੇ ਬਿਨਾਂ ਨਹੀਂ ਲੱਗਦਾ ਸੋਨੇ ਨੂੰ, ਉਹ ਜਿੰਨਾ ਟਾਂਕੇ ਚ ਸੋਨਾ ਲੱਗੇ, ਤਾਂਬਾ ਲੱਗਿਆ ਹੋਇਆ, ਉਹ ਗਰਮ ਹੋ ਜਾ ਤਾਂਬਾ ਬਾਹਰ ਆ ਜਾਣਾ। ਐਂਗਲ ਬਹੁਤ ਨੇ ਆਪਣੇ ਕੋਲ, ਇਹ ਸਾਰੇ ਇਹਨਾਂ ਦੇ ਜਿਹੜੇ ਸ਼ਾਸਤਰ ਨੇ ਬੇਸਡ ਨੇ ਵੈਸੇ ਆਪਣੇ ਉਹਦੇ ਤੇ ਨਾਲ ਅਟੈਚ ਨੇ। ਸਾਡੇ ਵੀ ਤਾਂ ਦ੍ਰੋਪਦੀ ਦੀ ਗੱਲ ਕੀਤੀ, ਪੰਚਾਲੀ ਕਿਹਾ ਉਹਨੂੰ, ਪੰਚਾਲੀ ਦ੍ਰੋਪਦੀ ਨੂੰ ਵੀ ਕਹਿੰਦੇ ਨੇ। ਇਹਦਾ ਨੂੰ ਦ੍ਰੋਪਦੀ ਦਾ ਰੱਖਿਆ ਹੋਇਆ ਬ੍ਰਹਮਗਿਆਨੀਆਂ ਦਾ। ਦ੍ਰੋਪਦੀ ਦਾ ਮਤਲਬ ਹੈ ਜਿਹਦੇ ਪਤੀ ਭੈੜੇ ਹੋਣ, ਭੈੜੇ ਪਤੀਆਂ ਵਾਲੀ। ਜੂਆ ਦਾ ਖੇਡਦੇ ਨੇ, ਜਨਾਨੀ ਹਾਰਤੀ ਭੈੜੇ ਤਾਂ ਹੋਰ ਕੀ ਨੇ। ਉਹਨਾਂ ਨਾਂ ਰੱਖਿਆ ਬ੍ਰਹਮਗਿਆਨੀਆਂ ਨੇ, ਇਹਨਾਂ ਨੂੰ ਨਹੀਂ ਪਤਾ ਕਿਉਂ ਹੈ। ਇਹਨਾਂ ਨੇ ਰੱਖਿਆ ਸੀ ਪੰਚਾਲੀ ਇੱਕ, ਉਹ ਵੀ ਬ੍ਰਹਮਗਿਆਨੀਆਂ ਰੱਖਿਆ ਇਹਨਾਂ ਨੂੰ ਪੰਚਾਲੀ। ਨੌ ਕੀ ਰੱਖੀਏ ਇਹ ਤਾਂ ਡਿਸਾਈਡ ਕੀਤੇ ਨਾ ਸਿਆਣਿਆਂ ਨੇ। ਜਿਹੜਾ ਉਹ ਬਣਾਉਣਾ ਸੀਗਾ ਮਤਲਬ ਹੈ ਮੈਟਰ, ਲਿਖੀਏ ਕਹਾਣੀ, ਉਹ ਲਿਖਾਰੀ ਨੇ ਲਿਖੀ ਹੈ, ਜਿਹੜਾ ਕਵੀ ਕਵਿਤਾ ਜਾਣਦਾ ਸੀ। ਪਾਤਰ डिसाइड हो गए हुए हैं लोग। पंचाली 5 प्रकार ही है की है, 40 जिसकी दो नो सजेस्ट किए, दो ही लिखते हैं उन्होंने भी, जे गुण लिखोगे उगण नाल लिखो। ਜਿਹੜੀ ਸਾਡੀ ਸੁਰਤ ਹੈ, ਸਾਡੀ ਬੁੱਧ ਹੈ, ਉਹਦਾ ਨਾਮ ਦ੍ਰੋਪਦੀ ਹੈ। ਇਸ ਵਕਤ ਉਹ ਕਾਮ ਕ੍ਰੋਧ ਲੋਭ ਪੰਜਾਂ ਬਕਾਰਾਂ ਨੂੰ ਪਤੀ ਬਣਾਈ ਬੈਠੀ ਹੈ, ਉਹਨਾਂ ਦੇ ਕਿਹਾ ਬੋਲਦੀ ਹੈ। ਆਹ ਹੈ ਗੱਲ ਦ੍ਰੋਪਦੀ ਦਾ। ਸਾਡੀ ਉਬਦ ਦ੍ਰੋਪਦੀ ਹੈ, ਮੇਰੀ ਮੱਥੇ ਦ੍ਰੋਪਦੀ ਹੈ। ਜਿਹੜੀ ਗੁਰੂ ਕੀ ਮੱਤ ਹੈ ਉਹਦੀ ਦ੍ਰੋਪਦੀ, ਸਮਝੇ ਜੀ। ਇਹ ਦੁਹਾਗਣ ਹੈ, ਉਹਦਾ ਨੂੰ ਸੁਹਾਗਣ। ਉਹ ਜਿਹੜਾ ਹੈਗਾ ਰਾਗ ਸੂਹੀ, ਉਹ ਚ ਸਾਰਾ ਚੈਪਟਰ ਡਿਸਕਸ ਕੀਤਾ ਹੋਇਆ। ਗੁਰਬਾਣੀ ਚ ਐ ਜੇ ਲੋਕਾਂ ਨੂੰ ਪਤਾ ਵੀ ਕੀ ਹੋਇਆ ਹੈ, ਆਮ ਲੋਕਾਂ ਨੂੰ ਕੀ ਪਤਾ ਕੀ ਹੈ ਗੁਰਬਾਣੀ। ਸਿਸਟਮੈਟਿਕ ਤਰੀਕੇ ਨਾਲ ਸਭ ਕੁਝ ਹੋਇਆ ਹੋਇਆ। ਰਾਗ ਕਿਵੇਂ ਪਾਏ ਨੇ, ਕਿਵੇਂ ਸਾਈਡ ਦਿੱਤੀ ਹੈ, ਕਿੱਥੇ ਜਾ ਕੇ ਕਿਹੜਾ ਕਿਹੜੀ ਅਵਸਥਾ ਚ ਰਾਗ ਹੈ, ਸਭ ਪਤਾ। ਇਹ ਤਾਂ ਮੂਰਖ ਨੇ ਸਾਰੇ ਜਿਹੜੇ ਗੱਲਾਂ ਕਰਦੇ ਨੇ, ਪਤਾ ਹੀ ਨਹੀਂ ਕੁਝ। ਤਾਂ ਹੀ ਤਾਂ ਪੂਰੇ ਚੁੱਪ ਕਰਕੇ ਸਾਰੀ ਚੁੱਪ ਨਹੀਂ ਕੀਤੇ, ਬੋਲੇ ਹੋਰ ਕਿਹੜਾ ਬੋਲਦਾ। ਉਹ ਜਿਹਨਾਂ ਨੂੰ ਪਤਾ ਸੀ ਸਾਰੀਆਂ ਗੱਲਾਂ ਦਾ, ਉਹ ਸਾਰੇ ਲੋਕਾਂ ਨੂੰ ਗੁਰੂ ਦੇ ਨਾਲੇ ਆਏ ਨੇ। ਕਿੰਨਾ ਚਿਰ ਹੋ ਗਿਆ ਹੁਣ ਤੁਸੀਂ ਸੁਣ ਲਿਆ, ਮੈਂ ਵੀ ਸੁਣਿਆ ਹੀ ਹੋਇਆ, ਤੁਹਾਨੂੰ ਨਹੀਂ ਪਤਾ ਲੱਗਿਆ। ਉਹ ਇਹ ਤਾਂ ਕੰਨ ਓਦਾਂ ਹੀ ਪਤਾ ਲੱਗਦਾ ਚਲਿਆ ਉਹਦਾ ਗੱਲਾਂ ਦਾ, ਅਰਥਾਂ ਦਾ। ਮੋਟੇ ਮੋਟੀਆਂ ਗੱਲਾਂ ਸਾਨੂੰ ਦੱਸੀਆਂ ਉਹਨਾਂ ਨੇ, ਦ੍ਰੋਪਦੀ ਇਹਦੇ ਅਰਥ ਐ ਹੋਣੇ ਚਾਹੀਦੇ ਨੇ। ਉਹ ਗਾਂ ਅਸੀਂ ਹਿਸਾਬ ਲਾ ਲਿਆ ਵੀ ਉਹ ਸੋਧੇ ਸਿਮਰਤ ਵੀ, ਇਹ ਤਾਂ ਨਿਰਾਕਾਰੀ ਜਿਹੜੀ ਆਪਾਂ ਗੱਲ ਅਰਥ ਕਰਦੇ, ਇਹ ਤੇ ਬਣਾਇਆ ਹੋਇਆ ਡਾਇਲਾਗ। ਆਹ ਕੋਈ ਔਰਤਾਂ ਬੰਦ ਕੇ ਫਰਜੀ ਅਰਜਨ ਸੀ, ਉਹ ਪੰਜਾਂ ਦੇ ਨਾਂ ਰੱਖ ਲਏ। ਫਿਰ 5 ਪ੍ਰਕਾਰ ਕੀ ਹੈ 40 ਜਿਸ, ਉਹ 5 ਗਿਆਨ ਇੰਦਰੇ ਨੇ। ਪੰਜਾਂ ਨਹੀਂ ਚੱਲਦੀ ਸੁਰਤ, ਅੱਖਾਂ ਚ, ਨੱਕ ਚ, ਜੀਭ ਤੇ, ਕੰਨਾਂ ਤੇ, ਬ੍ਰੇਨ ਤੇ, ਚਮੜੀ ਤੇ। ਆ ਬਹਿ ਗਿਆ ਇੱਥੇ ਮੱਛਰ ਲੜ ਗਿਆ, ਇਹਨੂੰ ਸਪਰਸ਼ ਕਹਿੰਦੇ ਨੇ। ਸਪਰਸ਼ ਦਾ ਵੀ ਪਤਾ ਲੱਗਦਾ ਸੁਰਤ ਨਾਲ, ਧਿਆਨ ਨਾਲ। ਸਪਰਸ਼ ਦਾ ਪਤਾ ਹੀ ਲੱਗਦਾ, ਅੱਖਾਂ ਨਾਲ ਪਤਾ ਲੱਗਦਾ, ਦੀਦਾ ਜਦ, ਕੰਨਾਂ ਨਾਲ ਸੁਣਦਾ ਕੁਛ ਪਤਾ ਲੱਗਦਾ, ਗਿਆਨ ਇੰਦਰੇ ਕਹਿੰਦੇ। ਜੀਭ ਨਾਲ
ਰਸ ਖੱਟਾ ਮਿੱਠੇ ਦਾ ਪਤਾ ਲੱਗਦਾ, ਨੱਕ ਨਾਲ ਸੁਗੰਧ ਦੁਰਗੰਧ ਦਾ ਪਤਾ ਲੱਗਦਾ। ਇਹੀ ਨੇ ਪੰਜ। ਛੇਵਾਂ ਫਿਰ ਉਹ ਹੈ ਮਨੋਵਿਗਿਆਨਿਕ, ਬਈ ਇੱਕ ਦੂਜੇ ਨੂੰ ਸਮਝ ਲੈਣਾ, ਦੇਖ ਕੇ ਵੀ ਉਹ ਜਿਹੜਾ ਬੰਦਾ ਟੇਢਾ ਜਾਂਦਾ, ਪੁਲਿਸ ਵਾਲੇ ਕਹਿੰਦੇ ਵੀ ਉਹ ਹੋਊਗਾ ਤਾਂ ਵੀ ਉਹ ਕੋਈ ਚੋਰ ਜਾਂ ਕੋਈ ਅਪਰਾਧੀ ਆਦਮੀ ਹੈ, ਕੁਛ ਹੈ ਤਾਂ ਐਸੀ ਚੀਜ਼ ਹੋਊ, ਸੱਤ ਅੱਖ ਬਚਾ ਕੇ ਗਿਆ ਹੈ, ਉਹਦਾ ਬੰਦੀ ਅਵਸਥਾ ਪਛਾਣਨ ਵਾਲੀ ਗੱਲ ਹੈ। ਉਹ ਦੂਰੋਂ ਉਹੀ ਦਵਾ, ਉਹ ਸਿੱਧੀ ਬੁੱਧੀ ਨਾਲ ਅਕਲ ਦੀ ਉਹ ਖੇਡ ਸਿੱਧੀ, ਉਹ ਛੇਵਾਂ ਜਜਮੈਂਟ। 6 ਘਰ 6 ਗੁਣ 6 ਉਪਦੇਸ਼ ਨੇ, 5 ਪ੍ਰਕਾਰ ਦੀ ਚਾਲੀ ਹੈ, ਉਹ ਧਿਆਨ ਦੀ ਗੱਲ ਹੈ। ਫਿਰ 540 ਕੋ ਰਾਜ ਸਭਾ, ਰਾਜ ਸਭਾ ਕਿਹੜੀ ਸੀ? ਰਾਜ ਸਭਾ, ਚਲੋ ਰਾਜ ਸਭਾ ਤਾਂ ਕਹਿੰਦੇ ਨੇ, ਉੱਥੇ ਰਾਜ ਸਭਾ ਚ ਬੈਠੀ ਸੀ ਉਹ, ਜਦੋਂ ਉਹਦਾ ਬੇਪੜਤ ਕਰਨਾ ਸੀ, ਉੱਥੇ ਵੀ ਕ੍ਰਿਸ਼ਨ ਯਾਦ ਆਇਆ ਉਹਨੂੰ ਜੀ, ਉਹ ਸਾੜੀ ਆ ਗਈ, ਉਹ ਜਿਹੜੀ ਕਹਾਣੀ ਉਸੇ ਦੀ ਗੱਲ ਹੈ ਚਲਦੀ। ਰਾਜ ਸਭਾ ਮੈਂ ਰਾਮ ਨਾਮ ਸੁਧਾ ਹੀ, ਉੱਥੇ ਤਾਂ ਕ੍ਰਿਸ਼ਨ ਮਦਦ ਕਰਦਾ ਤਾਂ ਰਾਮ ਨਾਮ ਸੁਧਾ ਹੀ ਲਿਖਿਆ। ਸਾਡੇ ਵਾਲੀ ਮਹਾਂਭਾਰਤ ਤੁਹਾਡੇ ਵਾਲੀ ਮਹਾਂਭਾਰਤ ਕਿਵੇਂ ਇੱਕ ਹੋ ਗਈਆਂ ਬਈ? ਹੁਣ ਰਾਜ ਸਭਾ ਕੀ ਹੋਈ? ਨਾ ਤਾਂ ਤੁਹਾਡੇ ਵਾਲੀ 540 ਹੈ ਭਾਈ, ਹੈ ਸਾਡੇ ਵਾਲੀ। ਤੁਹਾਡੇ ਵਾਲੀ ਬਾਹਰ ਹੋਊ ਕਿ ਨਹੀਂ ਹੋਊ, ਕਿੱਥੇ ਹੋਊ, ਸੀ ਵੀ ਜਾਂ ਨਹੀਂ ਸੀ, ਇਹ ਝਗੜੇ ਚ ਅਸੀਂ ਨਹੀਂ ਪੈਂਦੇ। ਸਾਡੇ ਵਾਲੀ ਹੈਗੀ ਵੀ ਹੈ, ਪਹਿਲਾਂ ਵੀ ਸੀ, ਹੁਣ ਵੀ ਆ, ਗਾਨ ਵੀ ਰਹੂ। ਇਹ ਤਿੰਨਾਂ ਕਾਲਾਂ ਚ ਐਵੇਂ ਚੱਲਦਾ ਜਿਹਦੀ ਅਸੀਂ ਗੱਲ ਕਰਦੇ ਹਾਂ। ਇਹ ਕੱਥ ਕਥਾ ਤਾਂ ਹੈ, ਤਿੰਨੇ ਲੋਕ ਦੀ ਕਥਾ, ਤਿੰਨੇ ਯੁੱਗ ਚ ਰਹਿੰਦੀ ਹੈ। ਚੌਥਾ ਯੁੱਗ ਸਤਜੁਗ, ਉੱਥੇ ਕਥਾ ਕੋਈ ਹੁੰਦੀ ਹੋਈ ਨਹੀਂ, ਉੱਥੇ ਸਭ ਸੁਰਨ ਸਮਾਨ ਹੁੰਦੇ ਨੇ। ਕੋਈ ਲੋਕ ਕੇ ਤਿੰਨ ਦੀ ਗੱਲ ਹੈ, ਪਤਾ ਹੀ ਤਿੰਨ ਲੋਕ ਚ ਨੇ, ਚੌਥੇ ਲੋਕ ਤਾਂ ਸੁਣਨਾ ਸੁਣ ਸੁਰਨ ਸਮਾਧ ਲਗਾ ਜਾਂਦਾ, ਉਹ ਚੌਥਾ ਲੋਕ। तीन लोग की बातें करनी है कबीर ने। जो पूछा भी चौथे लोग की गल क्यों नहीं करता बई, चौथे लोग कोई गल होंगी हुई नहीं, करा की उदो हुक्म नहीं होंदा, ना हुक्म पारा। उन्हें कितने गल गुरबाणी च लिखी हुई है, पर गल बुझण दी है, ध्यान दी है। बुझण दी नहीं, ध्यान दी है, समझ आती है सारी वो गल की है। पढ़ता कौन है ध्यान? गुरबाणी ਦਾ ਸਭ ਕੁਝ ਵਿੱਚ ਹੀ ਹੈ। ਸ਼ਬਦ ਨੇ, ਵਿਚਾਰ ਦੀ ਘਾਟ ਇਹਨਾਂ ਅੱਖਰਾਂ ਵਿੱਚ ਕੋਈ ਗੁਰਮ ਖੋਜ, ਅੱਖਰਾਂ ਦੀ ਖੋਜ ਹੀ ਹੋਰ ਕੀ ਹੈ? ਸਾਨੂੰ ਨਾ ਕਿਸੇ ਨੇ ਦੱਸੀ ਹੈ, ਨਾ ਸਾਨੂੰ ਪਤਾ ਅੱਖਰਾਂ ਦੀ ਖੋਜ ਹੁੰਦੀ ਕੀ ਹੈ। ਗੱਲ ਇੱਥੇ ਅੱਖਰ ਕਿਵੇਂ ਖੋਜੀ ਦੇ ਨੇ, ਨਾ ਕੋਈ ਖੋਜੀ ਮਿਲਿਆ, ਨਾ ਸਾਨੂੰ ਕਿਸੇ ਨੇ ਦੱਸਿਆ। ਪੜ੍ਹੀ ਗਏ, ਅਸੀਂ ਪੜ੍ਹੀ ਗਏ, ਜੇ ਜੀ ਆਪਣੀ ਬੁੱਧੀ ਦੀ ਹੋ ਜੀ ਖੋਜ ਕਰਦੇ ਰਹੇ। ਸੁਣੀਆਂ ਸੁਣੀਆਂ ਜੋ ਗੱਲਾਂ ਬਾਹਰ ਸੀਆਂ, ਉਹਨਾਂ ਦੇ ਵਿੱਚੋਂ ਬਾਹਰ ਨਿਕਲ ਨਹੀਂ ਸਕੇ। ਕਹੀ ਵੀ ਗਏ ਸਿਮਤ ਵੇਦ ਪੁਰਾਣ ਪਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀਆਂ ਅੱਛੀਆਂ। ਉਹ ਜਿਹੜੇ ਸਿਮਰਤ ਸ਼ਾਸਤਰਾਂ ਨੇ ਅਰਥ ਆਪਣੇ ਹਿਸਾਬ ਨਾਲ ਬਣਾਏ ਹੋਏ ਨੇ, ਗੁਰਬਾਣੀ ਉਹਦੇ ਅਰਥ ਠੀਕ ਕਰਕੇ ਦੱਸਦੀ ਹੈ। ਉਹਨਾਂ ਹੀ ਚੀਜ਼ਾਂ ਦੇ ਉਹਨਾਂ ਨੇ ਬਾਹਰਲੇ ਸ਼ੇਰ ਨੂੰ ਪ੍ਰਧਾਨ ਰੱਖ ਕੇ ਅਰਥ ਕਰ ਲਏ। ਗੱਲ ਅੰਦਰਲੇ ਸ਼ੇਰ ਦੀ ਸੀ, ਧਰਮ ਦੀ। ਧਰਮ ਦੀ ਗੱਲ ਬਾਹਰਲੇ ਸ਼ੇਰ ਦੀ ਹੁੰਦੀ ਹੋਈ ਨਹੀਂ। ਬਾਹਰਲੇ ਸ਼ੇਰ ਦੀ ਗੱਲ ਜੇ ਕਰਨੀ, ਉਹ ਡਾਕਟਰ ਕੋਲ ਹੁੰਦੀ ਹੈ। ਮੇਰਾ ਵੈਦ ਗੁਰੂ ਗੋਬਿੰਦ ਹੈ ਨਾ, ਮੇਰਾ ਵੈਦ ਗੁਰੂ ਗੋਬਿੰਦ ਹੈ, ਮੇਰੇ ਸ਼ੇਰ ਦਾ ਵੈਦ ਗੁਰੂ ਗੋਬਿੰਦ ਨਹੀਂ, ਉਹ ਹੋਰ ਬਾਹਰ ਹੈ। ਮੇਰੇ ਸ਼ੇਰ ਦਾ ਵੈਦ ਹੋਰ ਹੈ, ਮੇਰਾ ਵੈਦ ਹੋਰ ਹੈ। ਉਹਦੇ ਵੈਦ ਦਾ ਕੋਲ ਗੁਰੂ ਗੋਬਿੰਦ ਦਾ ਕਿੱਥੇ ਹੋ? ਇੱਕ ਵੈਦ ਗੁਰੂ ਗੋਬਿੰਦ ਦਾ, ਇੱਕ ਕੱਲਾ ਵੈਦ ਹੈ। ਵੈਦ ਤਾਂ ਹੈਗਾ ਇਹ ਦਵਾਈਆਂ ਦਿੰਦਾ ਬਾਹਰਲੇ ਸ਼ੇਰ ਦੀ,
ਜਿਹੜਾ ਵੈਦ ਗੁਰੂ ਕੋ ਮਿਲਦਾ ਉਹ ਦਿੰਦਾ ਮਾਨਸਿਕ ਲੈਵਲ ਦੀਆਂ ਦਵਾਈਆਂ ਦਿੰਦਾ, ਜਿਵੇਂ ਕ੍ਰੋਧ, ਮੋਹ, ਲੋਭ, ਹੰਕਾਰ, ਸੰਸਾਰ ਰੋਗੀ, ਨਾਮ ਦਾਰੂ, ਉਹ ਇੱਕੋ ਦਵਾਈ ਦਿੰਦਾ। ਬਿਮਾਰੀ ਕੋਈ ਵੀ ਹੋਵੇ, ਐਸਾ ਦਾਰੂ ਲੋੜ ਲਓ ਜਿਤ ਬੰਦਾ ਰੋਗਾਂ ਕਾਣ, ਰੋਗਾਂ ਸਾਰੇ ਰੋਗਾਂ ਦਾ ਕਾਣ ਹੋ ਜਾਵੇ, ਇੱਕੋ ਹੀ ਦਾਰੂ ਲੋੜ ਲਓ, ਲੱਭ ਲਓ, ਉਹਦੀ ਉਹ ਲੋੜ ਰੱਖੋ। ਇੱਕ ਦਾਰੂ ਦੀ ਲੋੜ ਹੈ, ਉਹ ਲੈ ਲਓ, ਉਹ ਹੈ ਨਾਮ ਦਾਰੂ। ਨਾਮ ਦਾਰੂ ਤਾਂ ਚਲੋ ਵਾਹਿਗੁਰੂ 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 ਤੁਸੀਂ ਕੀਤਾ, ਬਹੁਤ ਚਿਰ ਕਰਾਇਆ, ਕਿਸੇ ਦਾ ਰੋਗ ਦੂਰ ਹੋਇਆ। ਜੇ ਰੋਗ ਹੈ ਨਹੀਂ ਦੂਰ ਹੋਇਆ, ਇੱਕ ਪੁਸ਼ਤ, ਦੋ ਪੁਸ਼ਤ, ਚਾਰ ਪੁਸ਼ਤਾਂ, ਤੂੰ ਬਿਲਕੁਲ ਹੀ ਬੇਵਕੂਫ। 2 ਹਫ਼ਤੇ ਦੀ ਦਵਾ ਖਾਂਦਾ ਕੋਈ, ਜੇ ਆਰਾਮ ਨਾ ਕਰੇ ਲਾ ਕੇ ਪਰੇ ਮਾਰਦਾ ਚੱਕ ਕੇ। ਤੁਸੀਂ ਕੀ ਸੋਚ ਕੇ ਬੈਠੇ ਸੀ? ਇਹ ਕਰਨਾ ਨਹੀਂ ਸੀ, ਧਰਮ ਖਵਾਉਣ ਵਾਲੇ ਦੀਆਂ ਗੱਲਾਂ ਨਹੀਂ, ਬਹਾਨੇ ਵਾਲੇ, ਬਹਾਨੇ ਕੱਢਣ ਵਾਲੇ ਨਾ, ਧਰਮ ਅਲਾਂਭਾ ਲਾਉਣ ਵਾਲੇ ਦੀਆਂ ਗੱਲਾਂ ਨੇ। ਇਹ ਕਰਮ ਧਰਮ ਹੈ, ਧਰਮ ਨਹੀਂ। ਕਰਮ ਨੂੰ ਇਹ ਧਰਮ ਸਮਝ ਲਿਆ ਵੀ ਮੈਂ ਕਰਦਾ ਮਾੜਾ ਫੇਰਦਾ, ਕਰਮ ਧਰਮ ਬਣ ਗਿਆ। ਧਰਮ ਨੂੰ ਕਰਮ ਬਣਾਉਣਾ ਸੀ, ਉਲਟ ਕਰ ਲਿਆ ਕੰਮ। ਧਰਮ ਨੂੰ ਧਰਮ ਦੇ ਆਧਾਰ ਤੇ ਕਰਮ ਕਰਨਾ ਸੀ, ਕਰਮ ਦੇ ਆਧਾਰ ਤੇ ਧਰਮ ਬਣਾ ਲਿਆ। ਵਪਾਰ ਕਰਦਾ ਸੀ, ਵਪਾਰ ਬਣਾਤਾ ਧਰਮ। ਜੂਆ ਖੇਡਦਾ ਸੀ, ਸੱਟਾ ਲਾਉਂਦਾ ਸੀ, ਸੱਟਾ ਬਣਾ ਲਿਆ ਧਰਮ। ਮੈਂ ਜੇ ਕਰਾਉਂਗਾ 100 ਰੁਪਏ ਦੀ, ਮੇਰਾ ਆਹ ਕੰਮ ਕਰਦੇ, ਸੱਟਾ ਸੱਟਾ ਹੀ ਲਾ ਰਿਹਾ, ਸੌਦਾ ਕਰ ਰਿਹਾ ਗੁਰੂ ਨਾਲ। ਅਜੀਬ ਹੈ, ਧਰਮ ਹੈ। ਇਹਨੂੰ ਧਰਮ ਜਾਂ ਪ੍ਰਚਾਰਤਾ ਤੁਸੀਂ, ਇਹਦਾ ਸੌਦੇਬਾਜ਼ੀ ਹੈ, ਉਹ ਵੀ ਮਾਇਆ ਦੀ। ਇਹਨੂੰ ਕਬੀਰ ਕਹਿੰਦਾ, ਕਿਹਨੂੰ? ਲਾਦਿਆ ਕਾਂਸੀ ਤਾਂਬਾ, ਕਿਹਨੂੰ ਲੌਂਗ ਸੁਪਾਰੀ, ਕਿਹਨੂੰ ਬਣ ਜਾ ਕਾਂਸੀ ਤਾਂਬਾ, ਕਿਹਨੂੰ ਲੌਂਗ ਸੁਪਾਰੀ, ਸੰਤਨ ਬਣ ਜਾ ਰਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਉਹ ਸਾਡੀ ਦਾ ਜਿੰਨੀ ਵੀ ਖੇਪ ਹੈ, ਖੇਪ ਕੀ ਹੁੰਦੀ ਹੈ? ਖੇਪ ਅਸਲ 'ਚ ਹੁੰਦੀ ਹੈ, ਜਿਵੇਂ ਇੱਕ ਹੁੰਦਾ ਨਾ, ਵਪਾਰੀ ਵੱਡੇ ਹੁੰਦੇ ਸੀ ਜਿਹੜੇ ਬਣਜਾਰੇ, ਉਹਨਾਂ ਕੋਲ ਖੇਪ ਹੁੰਦੀ, ਪਰ ਕਿਤਾ ਕਿਸੇ ਕੋਲ 100 ਬਲਦ ਹੈ, 100 ਬਲਦ ਤੇ ਇੱਕ ਖੇਪ ਹੁੰਦੀ ਸੀ ਲੱਦੀ ਹੋਈ। ਕਣਕ ਲੱਦ ਲਈ ਸਾਰੀ, ਪਹਾੜ ਨੂੰ ਲੈ ਕੇ ਚੜ ਗਿਆ ਵੇਚਣ। 1000 2-2000 ਬਲਦ ਹੁੰਦਾ ਸੀ। ਵਪਾਰੀ ਦਰਿਆ ਦੇ ਨਾਲ ਚੱਲ ਦਿੱਤੇ ਯਾਰ, ਭਾਰ ਲੱਦਣ ਨੂੰ ਹੁੰਦਾ ਸੀ। ਹੁਣ ਟਰੱਕ ਨੇ, ਵੱਡੇ ਵਪਾਰੀ ਸੀ, ਬੁੜ ਤੇ ਲੱਦੇ ਤੇ। ਖੇਤੀ ਵੀ ਬੋਲਦਾਂ ਦਾ ਹੁੰਦੇ ਸੀ, ਬੋਲਦਾਂ ਨਹੀਂ, ਗੱਡੇ ਨਹੀਂ ਸੀ ਹੁੰਦੇ ਬਈ, ਉੱਤੇ ਹੀ ਲੱਦ ਕੇ ਜਾਂਦੇ ਸੀ। ਘੋੜੇ ਨਹੀਂ ਸੀ, ਕਦੇ ਨਹੀਂ ਸੀ ਹੁੰਦੇ। ਇੱਥੇ ਕਾਬਲ ਤੋਂ ਆਏ ਨੇ, ਇੱਥੇ ਬੁੜ ਤੇ ਸਵਾਰੀ ਸੀ, ਸ਼ਿਵਜੀ ਬੁੜ ਤੇ ਸਵਾਰੀ ਹੈ, ਬੁੜ ਤੇ ਹੀ ਮਾਲ ਲਾਤੇ ਸੀ। ਇੱਥੇ ਸਾਰਾ ਕੰਮੇ ਬੁਲਦ ਕਰਦੇ ਨੇ ਪਹਿਲਾਂ ਤੇ। ਉਹ ਜਿਹੜੇ ਲੋਕ, ਉਹ ਕਹਿੰਦੇ ਨੇ ਜਿਹੜੀ ਮੇਰੀ ਟੋਟਲ ਖੇਪ ਹੈ, ਜਿੰਨੇ ਮੇਰੇ ਟੋਟਲ ਮੇਰੇ ਨਾਲ ਦੇ ਬੰਦੇ ਨੇ, ਭਗਤ ਨੇ ਜਾਂ ਦੂਏ ਨੇ, ਮੈਨੂੰ ਸੁਣਨ ਵਾਲੇ ਨੇ, ਮੇਰੇ ਨਾਲ ਬੰਦੇ ਅਟੈਚ ਨੇ, ਉਹ ਸਾਰੀ ਖੇਪ ਹੈ ਸਾਡੀ। ਇੱਕੋ ਹੀ ਚੀਜ਼ ਹੈ ਸਾਰੀ ਖੇਪ ਦੇ ਵਿੱਚ ਸਾਡੇ, ਚਾਹੇ ਕਿਸੇ ਨੇ ਘੱਟ ਸੁਣੇ, ਚਾਹੇ ਕਿਸੇ ਨੇ ਵੱਧ ਸੁਣੇ, ਸਾਰੀ ਖੇਪ ਇੱਕੋ ਹੀ ਚੀਜ਼ ਦੇ ਵਿੱਚ ਹੈ। ਇਹ ਨਹੀਂ ਕਿਸੇ ਨੂੰ ਜੌਂ ਦੀ ਮੁੱਠੀ ਬਣਾਤੀ,
ਕਿਤੇ ਸਰੋਂ ਬੀਜਤੀ, ਕਿਤੇ ਕੁਛ ਖਣਾਤਾ। ਏਦਾਂ ਦੀ ਖੇਪ ਨਹੀਂ ਆਈ ਸਾਰੀ, ਸਾਰਾ ਸੌਦਾ ਲੈ ਕੇ ਚੱਲਿਆ ਮੈਂ। ਕਈ ਕਰਿਆਨੇ ਦੀ ਦੁਕਾਨ ਤੇ ਹਰ ਕਿਸਮ ਦੀ ਚੀਜ਼ ਹੁੰਦੀ ਹੈ, ਜਿਹੜੀ ਜੇ ਮਰਜ਼ੀ ਲੈ ਲੈ। ਉਹ ਕਹਿੰਦਾ ਮੇਰੇ ਇੱਕੋ ਹੀ ਸੌਦਾ, ਬਸ ਨਾਮ ਸੰਤਨ ਬਣ ਜਾ, ਨਾਮ ਗੋਬਿੰਦ ਕਾ। ਐਸੀ ਕਿ ਸਾਰਿਆਂ ਦੇ ਇੱਕੋ ਚੀਜ਼ ਲੱਦੀ ਹੈ, ਸਾਰਿਆਂ ਦੀ ਅਕਲ ਦੇ ਵਿੱਚ ਇੱਕੋ ਹੀ ਖੇਪ ਹੈ। ਐਸੀ ਖੇਪ ਹਮਾਰੀ ਹੈ, ਮੇਰੀ ਨਹੀਂ। ਹੋਰ ਬਹੁਤ ਨੇ ਦਾ ਮਤਲਬ ਹੈ, ਨਾਲ ਸੁਣਨ ਵਾਲੇ ਬੰਦੇ ਹੋਰ ਵੀ ਹੈ, ਮੰਨਣ ਵਾਲੇ। ਐਵੇਂ ਨਹੀਂ ਕਬੀਰ ਦਾ ਲੋਕ ਫੈਲ ਗਿਆ ਸਾਰੇ। ਮਗਰ ਦੇ ਸੈਂਟਰ ਵਿੱਚ ਜਿਹੜੇ ਕਬੀਰ ਪੰਥੀ ਸਾਰੇ ਜੁੜੇ ਤੇ ਜਿੱਥੇ ਮਗਰ ਨਾ, ਉੱਥੇ ਜਾ ਕੇ ਉਹਨੂੰ ਗਿਆਨ ਮਿਲਿਆ। ਕਬੀਰ ਦੇ ਪਹਿਲਾਂ ਹੀ ਚੱਲਦੇ ਤੇ ਸੈਂਟਰ ਬਹੁਤ ਜ਼ਿਆਦਾ। ਉੱਥੇ ਕਬੀਰ ਪੰਥੀਆਂ ਨੇ ਚਲਾਇਆ ਅਸਲ। ਕਬੀਰ ਪੰਥੀਆਂ ਕੋਲੇ ਗੁਰੂ ਨਾਨਕ ਗਏ ਨੇ, ਸਾਰੇ ਕਬੀਰ ਪੰਥੀਆਂ ਕੋਲ ਗਏ ਨੇ। ਉਹਨੂੰ ਪਤਾ ਵੀ ਉੱਥੇ ਹੀ ਪੈਦਾ ਮੈਨੂੰ ਜਾ ਕੇ। ਕਬੀਰ ਤੋਂ ਪ੍ਰਭਾਵਿਤ ਸੀ ਜਿਹੜੇ ਲੋਕ, ਉਹਨਾਂ ਲੋਕਾਂ ਨੂੰ ਜਾ ਕੇ ਗੱਲ ਕੀਤੀ ਆ। ਦੂਆ ਨਾਲ ਕੀ ਕਰਨੀ ਸੀ ਗੱਲ? ਲਾਲੋ ਉਹਨਾਂ ਚੋਂ ਸੀ, ਕਬੀਰ ਪੰਥੀਆਂ ਚੋਂ। ਔਰ ਜਿਹੜਾ ਉਹ ਦੂਏ ਨੇ ਆਪਣੇ ਮੁਸਲਮਾਨ ਵੀ ਮਿਲੇ ਨੇ। ਖੈਰ ਮੁਸਲਮਾਨ ਤਾਂ ਪਹਿਲੇ ਨੇੜੇ ਸੀ ਕਬੀਰ ਦੇ, ਕਬੀਰ ਮੁਸਲਮਾਨ ਵੀ ਸੀ ਨਾ, ਉਹ ਵੀ ਪ੍ਰਭਾਵਿਤ ਨੇ। ਉਹ ਤੋਂ ਪਹਿਲਾਂ ਬੁੱਲੇ ਸ਼ਾਹ ਹੋਇਆ, ਇਹ ਸਾਰੇ ਉਹ ਤੋਂ ਪ੍ਰਭਾਵਿਤ ਹੁੰਦੇ ਚਲੇ ਆਏ ਨੇ, ਨਾਲ ਨੇੜੇ ਹੀ ਨੇ ਆਪਣੇ। ਫਿਰ ਆਪਣੇ ਐਵੇਂ ਨਿਉਰ ਖਾਲੀ ਮੁਸਲਮਾਨ ਆਪਣੇ ਨਾਲ ਇੱਕਦਮ ਖੜੇ ਨਹੀਂ ਹੋ ਗਏ, ਜਕਾਰੇ ਛੱਡਣ ਲੱਗ ਗਏ, ਫਤਿਹ ਬੁਲਾਉਣ ਲੱਗ ਗਏ। ਉਹ ਕਹਿੰਦਾ ਇੱਕ ਮੁਸਲਮਾਨ ਔਰ ਹਿੰਦੂ ਦੇ ਵਿਚਾਲੇ ਇੱਕ ਆਦਮੀ ਨੂੰ ਗਿਆਨ ਜਦ ਹੁੰਦਾ, ਇੱਕ ਮੇਰੇ ਰੱਖਦੀ ਗੱਲ। ਉਹ ਮੁਸਲਮਾਨ ਤਾਂ ਹਿੰਦੂ ਨਹੀਂ ਹੋਇਆ, ਗੱਲ ਗਲਤ ਹੈ। ਹਿੰਦੂ ਨਹੀਂ, ਉਹ ਸਨਾਤਨ ਮਤ ਹੈ। ਹਿੰਦੂ ਦਾ ਕੋਈ ਧਰਮ ਨਹੀਂ ਹੁੰਦਾ। ਉਹ ਤਾਂ ਕਹਿੰਦਾ ਨਾਮ ਹਿੰਦੂ ਨਹੀਂ ਹੈਗਾ ਮੈਂ, ਨਾ ਮੁਸਲਮਾਨ ਵੀ ਨਹੀਂ ਹੈਗਾ ਮੈਂ। ਮੁਸਲਮਾਨ ਤਾਂ ਮੈਂ ਇਸਲਾਮ ਧਾਰਨ ਕੀਤਾ ਨਹੀਂ, ਹਿੰਦੂ ਮੈਂ ਹਾਂ ਨਹੀਂ। ਕਿਉਂਕਿ ਹਿੰਦੂ ਤਾਂ ਪੱਥਰ ਪੂਜਾ ਨੇ ਮੈਂ ਤਾਂ ਕਰਦਾ ਨਹੀਂ। ਮੈਂ ਤਾਂ ਮੁਸਲਮਾਨ ਨੇ ਨਹੀਂ ਪੱਥਰ ਪੂਜਾ ਤਾਂ ਕਰਦਾ ਸੀ। ਜੇ ਪੱਥਰ ਪੂਜਾ ਕਰਦਾ ਹੁੰਦਾ, ਉਹ ਤਾਂ ਇਸਲਾਮ ਨੂੰ ਵੀ ਘਟੀਆ ਸਮਝਦਾ ਸੀ ਕਬੀਰ। ਇਸਲਾਮ ਪੂਰਾ ਧਰਮ ਦੀ ਵਿੱਚ ਕਿੱਥੇ ਗੁੰਮ ਹੋਈ ਆ ਗੱਲ ਇਸਲਾਮ ਕੋਲੋਂ। ਉਹ ਤਾਂ ਉਹਨੂੰ ਉਧਰ ਪਤਾ ਨਹੀਂ ਲੱਗਿਆ, ਉਹ ਹਿੰਦੂਆਂ ਚ ਲੱਗ ਗਿਆ। ਬਨਾਰਸ ਵਿੱਚ ਹਿੰਦੂ ਵੀ ਸੀ ਨਾ, ਸਾਥ ਇਹਨਾਂ ਚ ਲੱਗ ਗਿਆ। ਇਹਨਾਂ ਗੱਲਾਂ ਚ, ਇਹਨਾਂ ਦੀਆਂ ਗੱਲਾਂ ਦੇ ਵਿੱਚ ਉਹ ਸਾਰੀਆਂ ਗੱਲਾਂ ਸੀ ਜਿਹੜੀਆਂ ਇਸਲਾਮ ਚ ਨੇ। ਕੋਈ ਬੇਚੋ ਨਿਕਲੇ ਨੇ, ਬੇਚੋ ਇਹ ਨਿਕਲੇ ਨੇ, ਗੱਲਾਂ ਤਾਂ ਉਹੀ ਸਾਂਝੀਆਂ ਨੇ। ਫਿਰ ਉਹਨੇ ਕਿਹਾ ਜਿਹੜੇ ਵੈਸ਼ਨੂ ਮਤ ਵਾਲੇ ਸੀ, ਇਹ ਥੋੜੇ ਜਿਹੇ ਦੂਆਂ ਨੂੰ ਚੰਗੇ ਸੀ। ਜਿਹੜਾ ਕਬੀਰ ਨੇ ਗੁਰੂ ਬਣਾਇਆ ਵੈਸ਼ਨੂ ਮਤ ਦਾ ਸੀ। ਹਿੰਦੁਸਤਾਨ ਚ ਉਦੋਂ ਵੱਡਾ ਕੋਈ ਸੰਤ ਨਿਰਮਲ ਵਧੀਆ ਇਮਾਨਦਾਰ ਹੈ ਨਹੀਂ ਸੀ ਉਦੋਂ ਕੋਈ ਵੀ। ਉਦੋਂ ਵੱਡਾ ਸਾਰੇ ਉਹਨੂੰ ਗੁਰੂ ਮੰਨਦੇ ਸੀ। ਜਿਹੜਾ ਕਬੀਰ ਨੇ ਜੀ ਤੋਂ ਮਾੜਾ ਨਹੀਂ ਹੈ, ਇਹ ਨਹੀਂ ਆ ਵੀ ਉਹ ਛੋਟਾ ਸੀ ਕੋਈ। ਉਹ ਕਿਸੇ ਨੂੰ, ਰਵਿਦਾਸ ਨੂੰ ਤਾਂ ਸ਼ਾਇਦ ਕਹਿੰਦੇ ਜਵਾਬ ਵੀ ਦੇਤਾ ਸੀ ਉਹਨੇ। ਮੈਂ ਤਾਂ ਕਹਿੰਦਾ ਜਵਾਬ ਦੇਤਾ ਹੋਵੇ, ਇਹਨਾਂ ਨੇ ਕਹਾਣੀ ਬਣਾਈ ਹੋਈ ਹੈ। ਰਵਿਦਾਸ ਨੂੰ ਉਹਨੇ ਦੇਤਾ ਮੰਤਰ ਵੀ ਜਪ। ਉਹ ਕਹਿੰਦਾ ਕੋਈ ਵੀ ਜਪੋ, ਲੋਕ ਸਾਰਿਆਂ ਨੂੰ ਜਪਣ ਦਾ ਅਖਤਿਆਰ ਹੈ। ਉਹ ਆਪਣੇ ਨਾਲ ਦਾ ਸੀ ਇੱਧਰਲਾ ਵੇਦ ਵਾਲੇ, ਪਰ ਅੜਜਿਆ ਹੋਇਆ ਸੀ ਸਨਾਤਨ ਮਤ ਮਾੜਾ ਜਿਹਾ, ਗਿਆਨ ਘੱਟ ਸੀ। ਕਬੀਰ ਨੂੰ ਫਿਰ ਕੁਝ ਹੋਰ ਆਦਮੀ ਮਿਲੇ, ਉਹਨਾਂ ਨੇ ਜਿਹੜੀਆਂ ਗੱਲਾਂ ਉਹ ਦੱਸੀਆਂ ਬਾਹਰ ਤੋਂ, ਜਿਹੜੀਆਂ ਇਹਨਾਂ ਦੀਆਂ ਲਕੋਈਆਂ ਹੋਈਆਂ ਸੀ,
ਇਹਨੂੰ ਸ਼ੱਕ ਪੈ ਗਈ। ਸ਼ੱਕ ਪੈ ਗਈ, ਫਿਰ ਕਹਿਣ ਲੱਗਾ ਮੈਨੂੰ ਆਹ ਚੀਜ਼ ਮਿਲੀ ਨਹੀਂ, ਕਿਉਂ ਨਹੀਂ ਮਿਲਦੀ, ਕਦ ਮਿਲੂ। ਫਿਰ ਬਹਾਨੇ ਵੀ ਲਾਈ ਗਏ। ਫਿਰ ਇਹਨੇ ਹੁਣ ਛੱਡਤਾ। ਉਹ ਕਹਿੰਦੇ ਰਿੱਧੀਆਂ ਸਿੱਧੀਆਂ ਮਿਲਣਗੀਆਂ, ਉਹ ਮਿਲੂ। ਪਹਿਲਾਂ ਰਿੱਧੀਆਂ ਸਿੱਧੀਆਂ, ਫਿਰ ਉਹ ਗਾਹਾਂ ਨਾ ਮਿਲੂ। ਕਹਿੰਦਾ ਰਿੱਧੀਆਂ ਸਿੱਧੀਆਂ ਛਡਾਈਆਂ ਤੁਸੀਂ ਪਹਿਲਾਂ, ਹੁਣ ਇਹ ਫਿਰ ਮਿਲਣਗੀਆਂ, ਫਿਰ ਨਾਮ ਕਿਵੇਂ ਮਿਲ ਜੂਗਾ। ਰਿੱਧੀ ਸਿੱਧੀ ਵਾਲੇ ਨੂੰ ਇਹਨੂੰ ਮਿਲਿਆ ਦੱਸੋ, ਸਾਖੀ ਦਿਖਾਓ। ਸਾਖੀ ਕੋਈ ਹੈ ਹੀ ਨਹੀਂ। ਸਾਖੀ ਤਾਂ ਪ੍ਰਹਲਾਦ ਵਾਲੀ ਹੈ। ਪ੍ਰਹਲਾਦ ਨੇ ਬਣਾਇਆ ਵੀ ਤਪ ਕੀਤਾ, ਉਹਨੇ ਇੱਕ ਲੱਤ ਭਰ ਹੋ ਗਏ, ਉਹ ਸੱਚ ਬਣ ਗਿਆ। ਉਹ ਜਿਹਾ ਕੁਛ ਆਪ ਕਰਨ ਲੱਗ ਗਿਆ। ਉਹ ਤਾਂ ਫਿਰ ਉਹ ਗ੍ਰੰਥਾਂ ਦੇ ਵਿੱਚ ਜਿਹੜਾ ਸੀਗਾ ਉੱਥੋਂ ਉਹਨੂੰ ਸਮਝ ਆਈ ਵੀ ਤਾਂ ਗੱਲ ਹੀ ਹੋਰ। ਕਿਸੇ ਪਰਮਾਤਮਾ ਕਿਸੇ ਪਰਮਾਤਮਾ ਦੇ ਵਿੱਚ ਲੀਨ ਨਹੀਂ ਹੋਣਾ ਹੈ ਇਹਨੇ। ਆਤਮਾ ਹੈ, ਪਰਮਾਤਮਾ ਦੇ ਟੁਕੜੇ ਹੋ ਸਕਦੇ ਨੇ। ਦੂਜੀ ਆਤਮਾ ਕਿਵੇਂ ਬਣ ਗਈ, ਕਿੱਥੋਂ ਬਣ ਚੁੱਕੀ। ਕੋਈ ਦਰਖਤ ਹੈ ਵੀ ਉਹਨੂੰ ਫੜ ਲੱਗਦੇ ਨੇ। ਕੱਲੀ ਕੱਲੀ ਆਤਮਾ ਹੈ, ਏਦਾਂ ਹੀ ਰਹਿੰਦੀ ਹੈ। ਕਿੰਨੀਆਂ ਆਤਮਾਵਾਂ ਨੇ ਕੋਈ ਗਿਣਤੀ ਨਹੀਂ ਹੈ। ਆਪਾਂ ਨੇ ਕਿਹੜਾ ਜਿੰਨੀਆਂ, ਆਪਾਂ ਆਪਣੀ ਗੱਲ ਕਰੋ। ਆਪਾਂ ਹੈਗੇ ਹੋਰ ਦੀ ਤਾਂ ਹੈਗੇ ਹੀ ਆ ਸਾਰੇ। ਅੱਜ ਕਿੰਨੇ ਜਾਨਵਰ ਨੇ, ਜੀਵ ਨੇ, ਆਤਮਾ ਸਭ ਚ ਸਾਰੇ ਸਮਝਦੇ ਨੇ ਆਪਣੀ ਗੱਲ। ਕੁੱਤੇ ਬਿੱਲੇ ਵੀ ਸਮਝਦੇ ਨੇ। ਚੱਲ ਇੰਨੀ ਗੱਲ ਬਹੁਤ ਹੈ, ਇੱਥੋਂ ਬੰਦ ਖੜ ਸਕਦਾ। ਜਿਹਨੇ ਨਹੀਂ ਦੇਖਣਾ, ਡੰਗਰ ਜਾਨਵਰ ਵੀ ਸਮਝਦੇ ਨੇ। ਦੁਸ਼ਮਣ ਨੂੰ ਵੀ ਸਮਝਦੇ ਨੇ, ਮਿੱਤਰ ਨੂੰ ਵੀ ਸਮਝਦੇ ਨੇ। ਜੰਗਲੀ ਦੇਖੇ ਨਹੀਂ ਆਪਾਂ ਸੂਰ, ਗਿੱਦੜ ਨਹੀਂ ਦੇਖੇ, ਆਪਣੇ ਤੇ ਭਰੋਸਾ ਨਹੀਂ ਕਰਦੇ। ਚਾਹੇ ਆਪਾਂ ਜਿੰਨਾ ਉਹਨਾਂ ਨੂੰ ਪ੍ਰੇਮ ਵੀ ਕਰੀਏ, ਚੂਹੇ ਨੇ ਹੋਰ ਨੇ, ਆਪਣੀ ਜਾਨ ਹਰੇਕ ਨੂੰ ਪੈਣ ਲੱਗਦਾ, ਸਾਥੇ ਡਰਦੇ ਨੇ, ਭਰੋਸਾ ਨਹੀਂ ਕਰਦੇ। ਚਾਹੇ ਅਸੀਂ ਕੁਝ ਕਹੀਏ ਚਾਹੇ ਨਾ ਕਹੀਏ, ਭਰੋਸਾ ਹੀ ਨਹੀਂ ਕਰਦੇ। ਹੋਰ ਤਾਂ ਕੋਈ ਨਹੀਂ, ਆਪਣੇ ਡਰ ਕਰਕੇ। ਇਹ ਨਾ ਭਰੋਸਾ ਕਰਨਾ, ਇਹਦੇ 84 ਲੱਖ ਜੂਨ ਦੇ ਵਿੱਚ ਆਇਆ ਹੋਇਆ। ਜੀਵ ਜੀਵਾਂ ਤੇ ਭਰੋਸਾ ਕਰਦੇ ਹੀ ਨਹੀਂ। ਜੀਵ ਜੀਵਾਂ ਦਾ ਆਹਾਰ ਨੇ ਤਾਂ ਨਹੀਂ ਕਰਦੇ। ਕੁੱਤੇ ਨੇ, ਬਿੱਲੀ ਨੇ ਚੂਹੇ ਨੂੰ ਖਾ ਜਾਣਾ, ਕਿਸੇ ਨੂੰ ਕਿਸੇ ਨੂੰ ਖਾ ਜਾਣਾ, ਕਿਸੇ ਨੇ ਕਿਸੇ ਨੂੰ। ਇੱਕ ਦੂਏ ਤੇ ਡਰਦੇ ਰਹਿੰਦੇ ਨੇ। ਹਰ ਜੀਵ ਨੂੰ ਖਤਰਾ ਹੈ ਕਿਤੋਂ ਨਾ ਕਿਤੋਂ, ਉਹ ਡਰਦਾ ਰਹਿੰਦਾ, ਲੁੱਕ ਕੇ ਰਹਿੰਦਾ। ਸ਼ੇਰ ਤੱਕ ਵੀ ਲੁੱਕ ਕੇ ਰਹਿੰਦੇ ਨੇ, ਜਿੱਥੇ ਆਦਮੀ ਹੋਵੇ ਉੱਥੋਂ। ਜਿੱਥੇ ਚਲੋ ਆਦਮੀ ਹੈ ਹੀ ਨਹੀਂ ਜੁਗਣਾ ਚ, ਉੱਥੇ ਸ਼ੇਰ ਨੂੰ ਲੁਕਣ ਦੀ ਲੋੜ ਵੀ ਕੀ। ਉੱਥੇ ਸ਼ੇਰ ਤੋਂ ਡਰਨ ਵਾਲੇ ਹੋਰ ਲੁੱਕ ਕੇ ਰਹਿੰਦੇ ਨੇ। ਇਹ ਡਰ ਭੈ ਇਹਦੇ ਅੰਦਰ ਸ਼ੁਰੂ ਤੋਂ ਆਇਆ ਹੋਇਆ, ਥੱਲੇ ਮਨ ਦਾ। ਇਹਨੂੰ ਇਹ ਨਹੀਂ ਪਤਾ ਵੀ ਮੈਂ ਮਰਿਆ ਤਾਂ ਇਹਦੀ ਸਰੀਰ ਬਦਲੇ। ਆ ਇੱਧਰ ਨੂੰ ਨਹੀਂ ਅਕਲ ਗਈ ਵੀ ਜੇ ਮੈਂ ਦੋ ਹੀ ਜੂਨ ਲਈ ਆ, ਆਤਮਾ ਤਾਂ ਉਹੀ ਆ। ਤੂੰ ਤਾਂ ਮਰਿਆ ਨਾ, ਸਰੀਰ ਬਦਲਿਆ, ਚੋਲਾ ਬਦਲਿਆ। ਇੱਧਰ ਨੂੰ ਨਹੀਂ ਸੋਚਦਾ ਕਦੇ। ਜਾਂ 84 ਲੱਖ ਜੂਨ ਚ ਤੂੰ ਘੁੰਮ ਗਿਆ ਹੈ। ਆਪਣੇ ਜਾਨਵਰ ਵੀ ਮੂਹਰੇ ਹੀ ਨੇ। ਚੋਲਾ ਹੀ ਬਦਲਦਾ ਹੈ, ਮਰਿਆ ਕਾਹਦਾ। ਫਿਰ ਕਹਿੰਦਾ 84 ਤਾਂ ਫੇਰ ਪੈ ਜੂ, ਫਿਰ ਵੀ ਚਾਹੁੰਦਾ ਹੀ ਆ, ਮਰਦਾ ਨਹੀਂ ਹੈਗਾ। ਇਹ ਸੌ ਜਾਣਾ ਹੀ ਮਰਨਾ ਇਹਦਾ। ਜਿਹੜੇ ਥੱਕਦਾ, ਨੀਂਦ ਆਉਂਦੀ ਹੈ ਨਾ, ਆਹੀ ਬਿਮਾਰੀ ਹੈ ਇਹਨੂੰ। ਬਸ ਆਪਾਂ ਨੀਂਦ ਨਹੀਂ ਆਉਂਦੀ, ਬਸ ਉਹ ਜਿਹੜੀ ਅਵਸਥਾ ਹੈ। ਇੱਥੇ ਭੁੱਖ ਲੱਗਦੀ ਆ, ਨੀਂਦ ਆਉਂਦੀ ਹੈ, ਦੋ ਚੀਜ਼ਾਂ ਨੇ। ਤਿੱਥੇ ਉਹ ਕਿੰਨਾ ਭੁੱਖ ਹੈ, ਉਹ ਦੋ ਹੀ ਨਹੀਂ ਹਨ। ਸਰੀਰ ਨਹੀਂ ਹੈ ਉੱਥੇ। ਜਿੰਨਾ ਚਿਰ ਸਰੀਰ ਨਾਲ ਜੁੜਿਆ ਹੋਇਆ, ਉਹਨਾਂ ਚਿਰ ਉਹ ਭੁੱਖ ਹੈ। ਜਦ ਇਹਦੇ ਨਾਲ ਡਿਟੈਚ ਹੋ ਗਿਆ, ਉਗਰ ਭੁੱਖ ਦੋ ਹੀ ਨਹੀਂ ਰਹਿੰਦੀ। ਭੁੱਖ ਮਾਇਆ ਦੀ, ਆਹ ਨਹੀਂ ਦੋਈ ਭੁੱਖ ਰੋਟੀ ਵਾਲੀ। ਇਹ ਭੁੱਖ ਨਹੀਂ ਹੁੰਦੀ, ਲੋੜ ਹੈ। ਉਹ ਮਾਇਆ ਵਾਲੀ, ਮੇਰਾ ਤੇਰਾ ਜਿਹੜਾ ਹੈ, ਉਹ ਵੀ ਇੱਥੇ, ਉਹਦੀ ਇੱਥੇ ਪਕੜ ਨਹੀਂ ਹੁੰਦੀ ਮਾਇਆ ਤੇ। ਉਹਨੇ ਕੀ ਲੈਣਾ।
ਵੱਧ ਹੋਈ ਘੱਟ ਹੋਈ, ਜੋ ਹੋ ਜਾਂਦਾ ਕਰੀ ਵੀ ਜਾਣਾ। ਉਹ ਵੱਧ ਹੋ ਜਾ, ਮੇਰਾ ਤਾਂ ਨਹੀਂ, ਜਿਹਦਾ ਹੈਗਾ ਉਹਦਾ ਹੋਇਆ ਵੱਧ, ਅਸੀਂ ਉਹਨੂੰ ਘੱਟ ਕਿਉਂ ਕਰੀਏ? ਜੇ ਵੱਧ ਤੋਂ ਵੱਧ ਹੋ ਜੇ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰੀਏ, ਘਟਾਈਏਗਾ ਤੇ ਜੇ ਵਧਾਵਾਂਗੇ ਸਾਡੀ ਸ਼ਾਬਾਸ਼ ਹੈ, ਜੇ ਘਟਾਵਾਂਗੇ ਨਲਾਇਕੀ ਹੈ। ਇਹ ਤਾਂ ਹੈ, ਜੇ ਉਨਾ ਹੀ ਪੈਸਾ ਆਇਆ ਉਹਦੇ ਨਾਲ ਅਸੀਂ ਵੱਧ ਤੋਂ ਵੱਧ ਚੀਜ਼ ਇੱਥੇ ਦਿਖਾ ਦਿੰਦੇ ਹਾਂ, ਇਹ ਲਾਇਕੀ ਹੈ। ਜੇ ਉਹਦੇ ਵਿੱਚ ਅਸੀਂ ਖਰਚ ਜ਼ਿਆਦਾ ਕਰਦੇ ਹਾਂ ਹੋਰ ਪਾਸੇ, ਇੱਥੇ ਅਸੀਂ ਜੋ ਸਾਨੂੰ ਲੋੜਾਂ ਨੇ ਉਹਨਾਂ 'ਚ ਕਮੀ ਰੱਖਦੇ ਹਾਂ, ਲੋੜਾਂ ਤਾਂ ਵੱਧ ਜਾਣੀਆਂ ਨੇ, ਵੱਧਦੀਆਂ ਰਹਿਣੀਆਂ ਨੇ। ਕਰਨ ਨੂੰ ਬਹੁਤ ਕੁਛ ਹੈ ਤੇ ਸ਼ੁਰੂ ਨਹੀਂ ਹੋਇਆ ਆਪਣੇ ਕੋਲ, ਔਰ ਬਹੁਤ ਛੇਤੀ ਚਾਹੀਦਾ ਵੀ ਛੇਤੀ ਹੈ। ਅਸੀਂ ਐ ਨਹੀਂ ਕਰ ਸਕਦੇ ਵੀ ਚੱਲ 20 ਸਾਲ 'ਚ ਹੌਲੀ ਹੌਲੀ ਹੋ ਜੂ, ਔਰ ਹੋ ਵੀ ਜਾਣਾ, ਕੋਈ ਖਾਸ ਗੱਲ ਨਹੀਂ ਹੈ। ਇਹ ਨਹੀਂ ਵੀ ਹੁਣ ਨੂੰ ਕੋਈ ਪ੍ਰੋਬਲਮ ਹੈ, ਉਹ ਆਪੇ ਹੀ ਜਾਣਾ ਮਿੰਟਾਂ 'ਚ। ਨਾਲੇ ਆਪਾਂ ਨੂੰ ਤਾਂ ਸੋਚਣ ਦੀ ਲੋੜ ਹੀ ਨਹੀਂ, ਹੋ ਜਾਣਾ ਨਹੀਂ ਹੋ ਜਾਣਾ, ਛੇਤੀ ਛੇਤੀ ਹੋ ਜੂਗਾ। ਅਵੇਅਰਨੈਸ ਦੀ ਗੱਲ ਹੈ, ਜਿਸ ਤਰੀਕੇ ਨਾਲ ਅਵੇਅਰਨੈਸ ਆ ਰਹੀ ਹੈ, ਨੇਚਰ ਵੀ ਉਹਦੇ ਹੱਕ 'ਚ ਅਵੇਅਰਨੈਸ ਦੇ ਕੁਛ ਕਰ ਰਹੀ ਹੈ। ਕਰੋੜਨ ਵਾਲੇ ਲੋਕ ਸੋਚਣ ਲੱਗਤੇ, ਰੱਬ ਵੱਲ ਨੂੰ ਸੋਚਣ ਲੱਗਤੇ। ਆਪਾਂ ਜਿਹੜੀ ਗੱਲ ਕਹਾਂਗੇ ਉਹਨੂੰ ਲੋਕ ਸੁਣਨਗੇ। ਕਈ ਲੋਕ ਹੋਰ ਵੀ ਕਰਦੇ ਨਾ ਗੱਲਾਂ, ਉਹ ਮੁਸਲਮਾਨ ਕਹੀ ਜਾਂਦਾ ਐਵੇਂ ਕਰੋ, ਨੋਟ ਚੜਦੇ ਸਾਨੂੰ ਕੋਈ ਨਹੀਂ ਹੁੰਦਾ, ਸਾਡਾ ਅੱਲਾ ਬਚਾਊ ਸਾਨੂੰ, ਕਰਦੇ ਨਾ। ਉਹਨਾਂ ਦੇ ਲਿਖਿਆ ਹੋਇਆ ਜਿਹੜਾ ਅੱਲਾ ਨਾਲ ਜੁੜਾ ਬਚਣਾ ਉਹ ਨਹੀਂ ਹੈ, ਉਹ ਸਾਡੇ ਵੀ ਉਹ ਲਿਖਿਆ ਹੋਇਆ। ਇੱਕ ਦੂਏ ਦੇ ਨਕਲਾਂ ਮਾਰੀਆਂ ਗ੍ਰੰਥਾਂ ਦੀਆਂ ਇਹਨਾਂ ਨੇ, ਇਹ ਨਕਲਾਂ ਹੀ ਮਾਰੀਆਂ ਇੱਕ ਦੂਏ ਦੀਆਂ। ਗ੍ਰੰਥ ਇੱਕੋ ਹੀ ਹੈ ਭਵਿੱਖਬਾਣੀ ਦਾ, ਉਹ ਥੋੜਾ ਥੋੜਾ ਨੀਲਾ ਬਾਣਾ ਔਰ ਦਾੜੀ ਕੇਸ ਬਾਲ ਸਾਰੇ ਮੁਸਲਮਾਨਾਂ ਦੇ ਤਾਂ ਹੀ ਪਾਏ ਨੇ, ਇਹ ਲਿਖਿਆ ਹੈ ਪਤਾ ਹੈ। ਖਾਲਸੇ ਵਾਲੀ ਵੇਸ਼ਭੂਸ਼ਾ ਇਹ ਮੁਸਲਮਾਨਾਂ ਦੀ ਵੀ ਉਹੀ ਲਿਖੀ ਹੋਈ ਹੈ। ਉਹ ਮੁਗਲਾਂ ਦਾ ਦਮਾਲਾ ਸੀ, ਉਹ ਤਾਂ ਕੱਲਾ, ਹੋਰ ਤਾਂ ਉਹਨਾਂ ਦਾ ਪਜਾਮਾ ਹੁੰਦਾ ਸੀ, ਪਠਾਨਾਂ ਦਾ ਵੇਸ਼। ਇਹ ਦਸਤਾਰ ਜੰਗ ਜਦ ਕਰਦੇ ਆ ਤਲਵਾਰ ਦੀ ਲੜਾਈ 'ਚ ਇਹੀ ਭੁਗਤੀਆਂ ਦੀ ਲੈ ਜਾਂਦੀ ਹੈ। ਸਿਰ ਤੇ ਕੱਪੜਾ ਬੰਨਿਆ ਰਹੂ ਤਾਂ ਹੀ, ਜੇ ਕਿਸੇ ਹਿਸਾਬ ਨਾਲ ਬੰਨਿਆ ਹੋਊ ਉੱਥੇ ਜੰਗ ਦੇ ਵਿੱਚ ਤੇ ਲੈ ਗਈ ਦਸਤਾਰ, ਫਿਰ ਤੈਨੂੰ ਕੋਈ ਬੰਨਣ ਦਊਗਾ ਉੱਥੇ? ਬਾਲ ਖੁੱਲ ਕੇ ਅੱਖਾਂ 'ਚ ਪੈ ਜਾਣਗੇ, ਬਾਲ ਖੁੱਲ ਕੇ ਮਾਰਿਆ ਗਿਆ ਬਸ, ਆਪਣੇ ਬਾਲ ਆਪਣੇ ਅੱਖਾਂ 'ਚ ਪੈ ਗਏ, ਫਿਰ ਤੈਨੂੰ ਸੁਰਤ ਲੈਣ ਦੇ ਦੂ ਕੋਈ? ਇਹ ਕੁਛ ਹੋਰ ਹਿਸਾਬ ਦੀਆਂ ਚੀਜ਼ਾਂ ਸੀ, ਉਹ ਸਾਰੀ ਇਹੀ ਬੰਦੇ ਤੇ ਦੱਸ ਲੋੜ ਸੀ। ਹੈਲਮਟ ਹੈ ਲੋਹੇ ਦਾ, ਸਾਰੀਆਂ ਫੌਜਾਂ ਲੈਂਦੀਆਂ ਨੇ, ਕੋਈ ਇੱਕ ਦੇਸ਼ ਦੀ ਫੌਜ ਲੈਂਦੀ ਹੈ। ਬਚਾਓ ਹੈ ਨਾ, ਧਰਮ ਉਸ ਸਟੈਂਡਰਡ ਦਾ ਜੇ ਨਾ ਹੋਵੇ, ਉਸ ਸਟੈਂਡਰਡ ਦੇ ਵਿੱਚ ਇਹ ਨਾ ਗੱਲ ਕਰੇ, ਬਲਕਿ ਉਸ ਸਟੈਂਡਰਡ ਤੋਂ ਉੱਚੀ ਗੱਲ ਕਰੇ, ਜਿਸ ਸਟੈਂਡਰਡ ਦਾ ਬਹੁਤ ਗਿਆਨ ਸੰਸਾਰ ਕੋਲ ਹੈ, ਫਿਰ ਧਰਮ ਉੱਤੇ ਆਉਂਦਾ, ਉਹ ਆਊਗਾ। ਉਹ ਇਹ ਧਰਮ ਤੋਂ ਬਿਨਾਂ ਹੋਰ ਕੋਈ ਹੈ ਨਹੀਂ, ਕਿਉਂਕਿ ਧਾਰਮਿਕ ਲੋਕਾਂ ਨੇ ਅਗਿਆਨਤਾ ਫੈਲਾ ਕੇ ਹੀ ਗੁਰੂ ਬਣੇ ਦੀ ਮਤਲਬ ਹੈ, ਗੁਰੂ ਬਣਦੇ ਨੇ ਉਹ। ਜੇ ਗਿਆਨ ਫੈਲਾ, ਗਿਆਨ ਦੀ ਰੋਸ਼ਨੀ ਗੁਰੂ ਬਣਨਾ ਹੁੰਦਾ ਤਾਂ ਉਹ ਵੀ ਆਪ ਰੋਸ਼ਨ 'ਚ ਆ ਜਾਂਦਾ। ਰੋਸ਼ਨੀ ਕਰਨ ਵਾਲਾ ਰੋਸ਼ਨੀ ਨਹੀਂ, ਉਹ ਆਪਣੇ ਅੰਦਰ ਖੋਟ ਕਿਵੇਂ ਰੱਖ ਲੂ ਬਈ? ਉਹਨਾਂ ਨੇ ਰੱਖਣੀ ਹੈ ਖੋਟ ਦੋਆਂ ਨੇ, ਉਹ ਰੋਸ਼ਨੀ ਵਾਲੇ ਪਾਸੇ ਜਾਂਦੇ ਹੀ ਨਹੀਂ, ਜਾਣ ਕੇ ਉਹ ਉਹਨਾਂ ਦਾ ਆਪਣਾ ਆਪ ਲੱਗਾ ਹੁੰਦਾ, ਉਹਨਾਂ ਦੀ ਮਜਬੂਰੀ ਹੈ ਹਨੇਰਾ ਰੱਖਣ, ਸਮਝੇ? ਸਾਡੀ ਮਜਬੂਰੀ ਹੈ ਹਨੇਰਾ ਹਟਾਉਣਾ,
ਅਸੀਂ ਤਾਂ ਹਨੇਰਾ ਹਟਾ ਰਹੇ ਹਾਂ, ਉਹ ਹਨੇਰਾ ਫਿਰ ਰੱਖ ਰਹੇ ਨੇ। ਚੋਰ ਨੂੰ ਹਨੇਰੇ 'ਚ ਫਾਇਦਾ ਹੁੰਦਾ, ਹਨੇਰੇ 'ਚ ਚੋਰੀ ਕਰੇ ਨਾ ਤੂੰ। ਚੋਰ ਨੂੰ ਹਨੇਰੇ 'ਚ ਫਾਇਦਾ, ਮਾਲਕ ਨੂੰ ਜਿਹਨੇ ਰਾਖੀ ਕਰਨੀ ਹੈ ਚੋਰ ਤੋਂ ਬਚਣ ਵਾਸਤੇ ਉਹਨੂੰ ਲਾਈਟ ਰੱਖਣੀ ਪੈਣੀ ਹੈ। ਹੁਣ ਚੋਰ ਜਿਹੜੇ ਹਰਾਮਖੋਰ ਨੇ ਉਹਨਾਂ ਤੋਂ ਬਚਾਉਣ ਵਾਸਤੇ ਸਟਰੀਟ ਲਾਈਟਾਂ ਜਾਲਣੀਆਂ ਪੈਣੀਆਂ ਨੇ। ਜਲਦੀ ਆ ਗਵਰਨਮੈਂਟ ਸਟਰੀਟ ਲਾਈਟ ਨਾ, ਹਰ ਸਟਰੀਟ ਦੇ ਵਿੱਚ ਕੋਈ ਆਪਣੀ ਸਿਆਣਾ ਬੰਦਾ ਹੋਵੇ, ਉਹ ਆਪਣਾ ਦੋਆਂ ਨੂੰ ਸਮਝਾਉਣ ਵਾਲਾ ਹੋਵੇ, ਹੋ ਜਾਣਾ। ਸਟਰੀਟ ਲਾਈਟ ਮੋਬਾਈਲ ਨਾਲ ਹੈਗੇ ਨੇ ਮੁੰਡੇ, ਸਟਰੀਟ ਲਾਈਟਾਂ ਲੱਗ ਜਾਣੀਆਂ। ਹਰੇਕ ਕਈਆਂ ਦੇ ਦਰਾਂ ਮੂਹਰੇ ਲੱਗ ਜਾਣੀ ਹੈ ਲਾਈਟ, ਉਹਨਾਂ ਦੇ ਅੰਦਰ ਕਈਆਂ ਦੇ ਲੱਗ ਜਾਣੀ ਹੈ। ਚੋਰਾਂ ਖਾਤਰ ਬਹੁਤ ਔਖਾ ਹੋ ਜਾਣਾ। ਪਤਾ ਨਹੀਂ ਕਿਹਦੇ ਘਰ ਗਿਆ, ਉਹਦੇ ਬੱਚੇ ਹੀ ਬੋਲ ਪਏ, ਸਵਾਲ ਕਰਤਾ। ਹਾਂ, ਓਹੋ, ਅੱਛਾ ਜੀ। ਨਹੀਂ, ਉਹ ਸੋਚਣਗੇ ਵੀ ਇਹਨਾਂ ਦੇ ਬੱਚੇ ਤਾਂ ਨਹੀਂ ਕਿਤੇ ਕੁਝ ਮੈਨੂੰ ਕਹਿ ਦੇਣਗੇ, ਸਵਾਲ ਕਰ ਦੇਣਗੇ। ਬੱਚੇ ਸੁਣਦੇ ਨੇ ਮੋਬਾਈਲ ਤੋਂ, ਜੇ ਕੁਝ ਬੋਲਤਾ ਰੋਜ਼ ਉੱਥੇ ਟੀਵੀ ਤੇ ਚਰਚਾ ਹੁੰਦੀ ਹੈ, ਜੇ ਕੁਝ ਬੋਲਤਾ ਘਰਾਂ ਨੂੰ ਜਾਣ ਤੇ ਹਟ ਜਾਣਗੇ। ਸੰਤ ਉਹਨਾਂ ਨੂੰ ਇਹ ਵੀ ਪਤਾ, ਜਿਹੜੇ ਸਾਡੇ ਸੇਵਕ ਨੇ ਉਹਨਾਂ ਨੂੰ ਪਤਾ ਲੱਗ ਗੱਲ ਦਾ। ਚਰਚਾ ਹੁਣ ਅਸੀਂ ਕਿਹੜੇ ਮੂੰਹ ਨਾਲ ਜਾਈਏ ਉਹਨਾਂ ਸਾਹਮਣੇ। ਹੁਣ ਤਾਂ ਬਸ ਚਰਚਾ ਹੈ, ਮੰਨਣਾ ਪਊ ਉਹਨਾਂ ਨੂੰ ਬਈ ਇਹੋ ਜਾਂ ਤਾਂ ਇਹਦਾ ਵਿਰੋਧ ਕਰ ਜਾਂ ਮੰਨਣ। ਫੈਲ ਤੇ ਜਾਣੀ ਹੈ ਗੱਲ, ਹੈ ਫੈਲ ਰਹੀ ਹੈ ਰੋਜ਼। ਇਹੀ ਗੱਲਾਂ ਕਰਦੇ ਹੁੰਦੇ ਤੇ ਸਿੰਘ, ਪਰ ਇਸ ਤਰੀਕੇ ਨਾਲ ਨਹੀਂ ਕਰਦੇ, ਗੁਰਬਾਣੀ ਨਾਲ ਮਿਲਾ ਕੇ। ਕਮਲੀਆਂ ਮਾਰੀ ਜਾਂਦੇ ਤੇ ਖਵਾ ਹੋ ਜੂ, ਉਹ ਹੋ ਜੂ, ਉਹ ਹੋ ਜੂ, ਉਹ ਹੋ ਜੂ। ਕਰੂ ਕੌਣ? ਮੈਂ ਕਰੂ ਕੌਣ? ਕਰਨ ਵਾਲਾ ਵੀ ਤਾਂ ਕੋਈ ਚਾਹੀਦਾ ਹੈ। ਅਕਾਲ ਪੁਰਖ ਕਰੂ। ਚਲੋ ਮੈਂ ਜਾ ਅਕਾਲ ਪੁਰਖ ਕਰ ਲੂ, ਤੁਸੀਂ ਤਾਂ ਆਪਣਾ ਰੋਟੀ ਖਾ ਲਓ। ਐਵੇਂ ਸਿਰ ਦੁਖੀ ਜਾਂਦਾ, ਸਿਰ ਹੀ ਦੁਖਦਾ ਤੁਹਾਡਾ ਇਹਨਾਂ ਬੋਲਦਿਆਂ ਦਾ। ਫਾਇਦਾ ਬਸ ਸੁੱਖਾ ਵੀ ਕਮਣਾ ਬੋਲੀ ਜਾਣਾ। ਉਹ ਤਾਂ ਐਂ ਤਾਂ ਕਹਿੰਦੇ ਵੀ ਐ ਹੋ ਜੂ, ਐ ਹੋ ਜੂ, ਸੁਣੀਆਂ ਸੁਣਾਈਆਂ। ਮੈਂ ਕਰੂ ਕੌਣ? ਜਾਂ ਕਰਨ ਵਾਲਾ ਉਹ, ਜਾਂ ਰੌਲਾ ਪਾ ਲਿਓ, ਜਾਂ ਹੋ ਜੂ ਦੇਖੀ ਜਾਊ। ਤੁਸੀਂ ਤਾਂ ਆਪ ਕੀ ਕਰ ਰਹੇ ਹੋ ਇਹਦੇ ਵਾਸਤੇ? ਅਸੀਂ ਕਰੀਏ? ਤੁਸੀਂ ਬਾਣੀ ਸਮਝਿਆ ਕਰੋ, ਇਹ ਕੁਛ ਹੋਰ ਕਹਿੰਦੀ ਹੈ, ਤੁਸੀਂ ਕੁਛ ਹੋਰ ਕਰਦੇ ਹੋ। ਪੜ੍ਹਦੇ ਹੋ ਵਿਚਾਰ ਲਿਆ ਕਰੋ, ਜੋ ਕੁਛ ਤੁਹਾਨੂੰ ਕਿਹਾ ਜਾਂਦਾ, ਅਰਥ ਕੀਤੇ ਜਾਂਦੇ ਨੇ। ਪੰਜ ਬਾਣੀਆਂ ਦਾ ਪਾਠ ਤੁਸੀਂ ਕਰਨ ਲੱਗ ਗਏ, ਯਾਦ ਕਰਨ ਲੱਗ ਗਏ। ਤੁਹਾਨੂੰ ਤਾਂ ਸਾਥ ਸਾਥ ਸਿਮਰੋ ਗੋਬਿੰਦ ਨੂੰ ਕਿਹਾ ਸੀ, ਉਹ ਕੌਣ ਕਦ ਕਰੋਗੇ? ਚੁੱਪ ਕਰ ਜਾਂਦੇ ਮੈਨੂੰ ਸੁਣ ਕੇ। ਮੇਰੇ ਕੋਲ ਨਹੀਂ ਕੋਈ ਖੜਦਾ, ਸਾਰੇ ਭੱਜਾਂ ਦੇ ਪਰੇ। ਉਹ ਕਹਿੰਦਾ ਉਹਦਾ ਸਿੱਧਾ ਹੀ ਪੈਂਦਾ। ਤੁਸੀਂ ਲਿਖਿਆ ਕੀ ਹੈ, ਤੂੰ ਕਰੀ ਕੀ ਜਾਂਦੇ ਹੋ? ਹਿੰਦੂਆਂ ਨੂੰ ਉਹ ਕਰੀ ਜਾਂਦੇ, ਕਮਲੇ ਇਹੀ ਕਰਦੇ ਨਾ ਸਾਰੇ ਸੁੱਤੇ ਪਏ। ਉਹਨਾਂ ਨੂੰ ਬਾਣਾ ਪਾ ਕੇ ਹੀ ਵਹਿਮ ਹੋ ਗਿਆ ਵੀ ਅਸੀਂ ਤਾਂ ਗੁਰੂ ਦਾ ਰੂਪ ਹੋ ਗਏ। ਸਾਰਿਆਂ ਨੂੰ ਬਾਣਾ ਪਾ ਕੇ ਹੋ ਜਾਂਦਾ। ਉਹ ਐ ਲੋਕ ਇਹੋ ਜਿਹੇ ਨੇ, ਅਸੀਂ ਇਹੋ ਜਿਹੇ। ਥੋੜਾ ਜਿਹਾ ਫਰਕ ਨੂੰ ਬਹੁਤ ਬੜਾ ਫਰਕ ਸਮਝ ਲੈਂਦੇ। ਫਰਕ ਤਾਂ ਉਹਨਾਂ ਲੋਕਾਂ ਨੂੰ ਬਿਲਕੁਲ ਥੋੜਾ ਜਿਹਾ ਹੀ ਹੈ। ਉਹ ਸਮਝਦੇ ਨੇ ਅਸੀਂ ਫਰਕ ਸਾਡੇ ਚ ਪੈ ਗਿਆ, ਅਸੀਂ ਤਾਂ ਠੀਕ ਹੋ ਗਏ, ਪਹਿਲਾਂ ਨਾਲੋਂ ਜ਼ਰੂਰ ਠੀਕ ਹੋ ਗਏ। ਬਈ ਸਾਡੇ ਨਾਲ ਜਿਹੜੇ ਠੀਕ ਨੇ ਉਹ ਉਧਰ ਵੀ ਅਸੀਂ ਜਾਈਏ, ਜਿਹੜੇ ਹੋਰ ਠੀਕ ਨੇ ਉਧਰ ਨਹੀਂ ਜਾਂਦੇ।
ਅਸੀਂ ਇੱਥੇ ਸੌਖੇ ਹਾਂ, ਠੀਕ ਆ, ਬਸ ਰੋਟੀ ਮਿਲ ਜਾਂਦੀ ਹੈ ਵਧੀਆ, ਆਈ ਆ, ਹੋਰ ਕੀ ਆ, ਇੱਜ਼ਤ ਹੋਈ ਜਾਂਦੀ ਹੈ, ਕੁਛ ਨਹੀਂ ਹੈ ਪੱਲੇ। ਤੁਸੀਂ ਉਸ ਮਿਸ਼ਨ ਖਾਤਰ ਕੀ ਕਰ ਰਹੇ ਹੋ? ਜਿਹੜੇ ਮਿਸ਼ਨ ਖਾਤਰ ਉਹਨਾਂ ਨੇ ਸਾਰੀ ਲੜਾਈ ਲੜੀ, ਇੰਨੀਆਂ ਕੁਰਬਾਨੀਆਂ ਹੋਈਆਂ, ਉਹ ਮਿਸ਼ਨ ਵਿਚਾਲੇ ਕੀ ਪੂਰਾ ਹੋ ਗਿਆ? ਕੀ ਪੰਥ ਚੱਲ ਗਿਆ? ਪੰਥ ਚਲੇ ਤਾਂ ਜਗਤ ਮੈਂ, ਕੀ ਪੰਥ ਚੱਲ ਗਿਆ? ਨਹੀਂ ਚੱਲਿਆ, ਤੁਸੀਂ ਕਰਦੇ ਹੋ ਫਿਰ ਪਾਣਾ ਕਾਸ ਨੂੰ ਪਾਇਆ, ਚਲਾਊ ਕੌਣ? ਜਾਂ ਚੱਲਣ ਦੇਣ ਦੀ ਸਲਾਹ ਨਹੀਂ ਤੁਹਾਡੀ, ਚਲਾਉਣ ਦੀ ਸਲਾਹ ਨਹੀਂ, ਪਤਾ ਹੀ ਨਹੀਂ ਤੁਹਾਨੂੰ। ਝੰਡੇ ਬਰਦਾਰੀ ਤੁਹਾਡੇ ਕੋਲ ਸੀ, ਕੀ ਕਰਦੇ ਰਹੇ ਉੱਥੇ? ਸਮਝਿਆ ਜੀ? ਹਾਂਜੀ ਠੀਕ ਹੈ ਜੀ। ਹਾਂਜੀ ਕਥਾ ਉਹੀ ਰਹਿਣੀ ਆ, ਬਦਲ ਨਹੀਂ ਸਕਦੀ ਕਿਤੇ ਵੀ ਜਾ ਕੇ। ਇਹ ਇੱਕ ਦੂਏ ਨਾਲ ਸਾਰੀ ਕੁੰਡੇ ਫਸੇ ਨੇ, ਸਵਾਟਰ ਨੂੰ ਸਵਾਟਰ ਨਹੀਂ ਬੁਣਨੀਆਂ ਕੁੜੀਆਂ, ਧਾਗਾ ਤੇ ਕੋਨ ਦਾ ਸਿੱਧਾ, ਗਿਆਨ ਤਾਂ ਉਹ ਧਾਗਾ ਹੀ ਆ। ਚੱਲ ਸੰਤੋਖ ਦਾ ਸੂਤ ਕਹਿ ਲੋ, ਉਹਦਾ ਹੀ ਬਣਨਾ। ਪਰ ਤਾਣਾ ਪੇਟਾ ਦੋ ਚੀਜ਼ਾਂ ਆ ਜਾਂਦੀਆਂ ਨੇ ਕੱਪੜੇ 'ਚ, ਤਾਣਾ ਵੀ ਹੈ, ਪੇਟਾ ਵੀ ਹੈ। ਤਾਣਾ ਸੱਚ ਦਾ ਹੁੰਦਾ, ਪੇਟਾ ਝੂਠ ਦਾ ਹੁੰਦਾ। ਪੇਟਾ ਉਹਦਾ ਵਿਰੋਧ ਨਹੀਂ ਕਰਦਾ ਤਾਣੇ ਦਾ, ਉਲਟੀ ਦਿਸ਼ਾ ਨੂੰ ਰੋਕਦੀ ਆ ਮਾਇਆ ਉਹ ਪੇਟਾ ਰਾਹ ਤਾਣੇ ਦਾ। ਤਾਣੇ ਦਾ ਰਾਹ ਬਾਣਾ ਰੋਕੀ ਬੈਠਾ। ਆ ਜਿਹੜਾ ਬਾਣਾ ਨਾ, ਬਾਣਾ ਸਾਡਾ ਉਹ ਤਾਣਾ ਆਤਮਾ ਦਾ ਸਿੱਧਾ ਜਾਣਾ, ਬਾਣੇ ਰੋਕ ਲਿਆ ਰਾਹ 'ਚ। ਜੇ ਤਾਂ ਨਿਕਲੇਗਾ ਬੇਦੀ ਪਾਲੇ ਪਾਸੇ ਬਾਣੇ ਦੇ, ਨਿਕਲ ਵੀ ਸਕਦਾ, ਦੋ ਸਿਰੇ ਹੈ, ਧਾਗਾ ਦੋਵੇਂ ਪਾਸੇ ਆ ਤਾਣੇ ਦਾ। ਬਾਣੇ ਵਾਲਾ ਇੱਧਰ ਮੁੱਕ ਜਾਂਦਾ ਜਾ ਕੇ ਸਿਰੇ ਤੇ, ਤਾਣਾ ਸਿੱਧਾ ਹੀ ਜਾਂਦਾ ਹੁੰਦਾ। ਘੁੰਮਦਾ ਦਾ ਬਾਣਾ, ਕਦੇ ਉਧਰ ਨੂੰ ਕਦੇ ਉਧਰ ਨੂੰ। ਬਾਣੇ ਵਾਲਾ ਧਾਗਾ ਘੁੰਮਦਾ, ਤਾਣੇ ਵਾਲੇ ਸਿੱਧੇ ਹੀ ਹੁੰਦੇ ਨੇ ਸਾਰੇ। ਤਾਣੇ ਵਾਲੇ ਗੁਰਮੁਖ ਨੇ, ਬਾਣੇ ਵਾਲੇ ਦੂਏ ਨੇ, ਮਾਇਆ ਧਾਰੀ ਨੇ। ਮਾਇਆ ਬਾਣਾ ਆਕਾਸ਼ ਹੈ, ਤਾਣਾ ਜੋਤ ਹੈ। ਉਹ ਕਿਰਨ ਸਿੱਧੀ ਜਾਂਦੀ ਹੈ, ਤਾਣੇ ਚਾਉਂਦੀ ਹੈ। ਲਾਈਟ ਸਿੱਧੀ ਜਾਂਦੀ ਹੈ, ਹਨੇਰਾ ਵਿਰੋਧ ਕਰਦਾ, ਹਨੇਰਾ ਬਾਣਾ ਬਣ ਗਿਆ, ਆਕਾਸ਼ ਬਾਣਾ ਬਣ ਗਿਆ। ਪਰ ਬੀਤੀ ਨਿਕਲ ਜਾਂਦੀ ਹੈ ਲਾਈਟ, ਉਹ ਆਲੇ ਦੁਆਲੇ ਘੁੰਮਦਾ ਹੀ ਆ, ਇਹਨੂੰ ਲਾਈਟ ਨੂੰ ਰੋਕ ਨਹੀਂ ਸਕਦਾ। ਜੇ ਆਉਂਦਾ ਵੀ ਆ ਤਾਂ ਬੀਤੀ ਨਿਕਲ ਜਾਂਦੀ ਹੈ ਪਾਲੇ ਪਾਸੇ ਹਨੇਰੇ ਦੇ। ਜਿੰਨਾ ਮਰਜੀ ਹਨੇਰਾ ਹੋਵੇ, ਲਾਈਟ ਬੀਤੀ ਨਿਕਲਦੀ ਚਲੀ ਜਾਂਦੀ ਹੈ। ਜਿੱਥੇ ਨਿਕਲਦੀ ਆ ਉੱਥੇ ਸਾੜਦੀ ਚਲੀ ਜਾਂਦੀ ਹੈ, ਹਨੇਰੇ ਨੂੰ ਪਾਸੇ ਕਰਦੀ ਚਲੀ ਜਾਂਦੀ ਹੈ। ਉੱਥੋਂ ਇਕੱਠਾ ਹੋ ਜਾਂਦਾ, ਚਮਕ ਜਾਂਦਾ ਜੀ ਸਾਰਾ ਹੀ, ਦੀਂਦਾ ਹੀ ਨਹੀਂ ਹੈ ਬਾਣਾ ਵਿੱਚ, ਤਾਣਾ ਹੀ ਦੀਂਦਾ। ਤਾਣੇ ਬਾਣੇ ਦੀ ਗੱਲ ਹੈ ਕਿੱਥੋਂ ਆਈ ਹੋਈ? ਜਬ ਤੁਮ ਸੁਣਿਓ ਵੇਦ ਪੁਰਾਣਾ, ਤਾਬਾ ਇਤਨਾ ਕਤਣਿਓ ਤਾਣਾ। ਓਹੋ, ਜਿੰਨਾ ਚਿਰ ਮੈਂ ਇੱਥੋਂ ਮਗਰ ਚਲਿਆ ਗਿਆ ਛੱਡ ਕੇ ਤੁਹਾਨੂੰ, ਜਿੰਨਾ ਚਿਰ ਵੇਦ ਪੁਰਾਣ ਸੁਣਦੇ ਰਹੇ, ਆਪਾਂ ਸਿਰਫ ਤਾਣਾ। ਆ ਮੇਰੇ ਅੰਦਰ ਇੰਨੀ ਕੁ ਜੋਤ ਪਸਰ ਗਈ, ਉੱਥੇ ਜਾ ਕੇ ਇੱਥੇ ਨਹੀਂ ਸੀ ਪਸਰੀ। ਇੱਥੇ ਜਿਹੜਾ ਬਾਣਾ ਪਾਇਆ ਤਾਂ ਨਾ ਮਾਲਾ ਵਾਲਾ, ਉਹ ਵਿਰੋਧ ਕਰਦਾ ਸੀ, ਉਹ 'ਚ ਫਸ ਗਿਆ ਸੀ। ਉਹ ਵੇਦ ਪੁਰਾਣਾ ਦਾ ਹੀ ਬਾਣਾ ਸੀ, ਬਣ ਗਿਆ ਸੁਣਨ ਨਾਲ। ਭਰਮ ਪੈਦਾ ਹੋ ਗਿਆ ਸੀ, ਮੈਂ ਧਾਰਮਿਕ ਬੰਦਾ,
ਪਰ ਕਬੀਰ ਦੇ ਹੋਇਆ ਨਹੀਂ, ਉਹਨਾਂ ਦੇ ਹੋਇਆ ਹੋਇਆ ਸੀ। ਉਹਨਾਂ ਨੇ ਮੰਨ ਲਿਆ ਸੀ ਧਾਰਮਿਕ, ਹਾਂ ਧਰਮ ਕਮਾ ਰਹੇ ਹਾਂ। ਜਦੋਂ ਮੰਨ ਲਈਏ ਮੈਂ ਧਾਰਮਿਕ ਹੋ ਗਿਆ, ਧਰਮ ਕਮਾ ਰਿਹਾ ਨਾ, ਅਰ ਕਮਾ ਰਿਹਾ ਨਾ ਹੋਵੇ, ਉਹ ਬਹੁਤ ਖਤਰਨਾਕ ਸਟੇਜ ਹੈ। ਬਸ ਉੱਥੋਂ ਨਹੀਂ ਕਹਾ ਜਾਂਦਾ ਮੂਰਖ ਬਣਾਤਾ ਉਹਨੇ, ਮੂਰਖ ਅੰਤ ਕੋਰ ਹੋ ਗਿਆ। ਜੇ ਕਿਸੇ ਨੂੰ ਉਲਟੀ, ਜੇ ਇਮਾਨਦਾਰ ਵੀ ਹੈ, ਜੇ ਇਮਾਨਦਾਰ ਵੀ ਹੈ, ਬਾਣਾ ਪਾ ਕੇ ਬਹਿ ਗਿਆ ਕਿਤੇ, ਅੱਗੇ ਨਹੀਂ ਵੱਧ ਰਿਹਾ, ਸਾਹਿਬ ਮੇਰਾ ਨੀਤਰਮਾ ਕੀ ਹੁੰਦਾ, ਇਹਦੀ ਸਿਰ ਤੇ ਬੋਝ ਨਹੀਂ ਹੈ। ਮੈਨੂੰ ਇਹ ਕਿਉਂ ਨਹੀਂ ਸਮਝ ਆਈ ਨੀਤਰਮਾ ਕੀ ਹੁੰਦਾ, ਚੜ੍ਹਦੀ ਕਲਾ ਕੀ ਹੁੰਦੀ ਹੈ, ਕਿਉਂ ਕਹੀ ਹੈ ਇਹ ਗੱਲਾਂ ਦੀ ਜੇ ਜਿਗਿਆਸਾ ਅੰਦਰ ਹੈ ਨਹੀਂ, ਤਾਂ ਫਿਰ ਉੱਥੇ ਹੀ ਉਹਨਾਂ ਉੱਥੇ ਭਾਂਡਾ ਹੁਣ ਉੱਥੇ ਚੋਟ ਨਹੀਂ ਕਰ ਰਹਾ, ਸ਼ਬਦ ਚੋਟ, ਸ਼ਬਦ ਦੀ ਚੋਟ ਸਹਾਰ ਨਹੀਂ ਰਿਹਾ। ਕਬੀਰ ਕਹਿੰਦਾ ਚੋਟ ਸਹਾਰੇ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਤਾਸ ਗੁਰੂ ਹੈ, ਤਾਸ ਗੁਰੂ ਮੈਂ ਦਾਸ ਹੈ, ਉਸ ਬੰਦੇ ਦਾ ਦਾਸ ਨਹੀਂ ਹੈਗਾ। ਜਿਹੜਾ ਚੋਟ ਸਹਿੰਦਾ, ਉਹ ਸਹਿਣ ਵਾਲੇ ਦਾ ਗੁਰੂ, ਸ਼ਬਦ ਗੁਰੂ ਹੈ। ਉਹ ਸਹਾਰਦਾ ਚੋਟ, ਜਿਹਦਾ ਸ਼ਬਦ ਗੁਰੂ ਹੈ, ਉਹ ਨਹੀਂ ਸਹਾਰਦਾ ਕੋਈ। ਸ਼ਬਦ ਨੂੰ ਗੁਰੂ ਹੁੰਦਾ, ਸ਼ਬਦ ਦੀ ਚੋਟ ਹੈ। ਹਿੱਟ ਪਾਉਣਾ ਆਈਡੀਆ ਦੀ ਚੋਟ ਹੈ, ਔਰ ਕਾਹਦੀ ਚੋਟ ਹੈ। ਤਾਸ ਗੁਰੂ ਹੈ, ਉਸ ਬੰਦੇ ਦਾ ਗੁਰੂ ਜਿਹੜਾ ਚੋਟ ਸਹਾਰਦਾ, ਉਹਦਾ ਮੈਂ ਦਾਸ ਹਾਂ। ਇਹ ਕਹਿੰਦਾ ਉਹ ਬੰਦੇ ਦਾ ਦਾਸ ਹਾਂ, ਐ ਕਿਵੇਂ ਕਹਿ ਦੂਗਾ। ਫਿਰ ਤਾਂ ਬੰਦਾ ਗੁਰੂ ਮੰਨ ਲਿਆ ਉਹਨੇ, ਫਿਰ ਤਾਂ ਬੰਦਾ ਗੁਰੂ ਮੰਨ ਲਿਆ। ਇਹ ਨਹੀਂ ਅਰਥ ਹੈ ਕਿ ਤਾਸ ਗੁਰੂ ਮੈਂ ਦਾਸ। ਜੇ ਚੋਟ ਸਹਾਰਦਾ ਹੈ ਤਾਂ ਚੋਟ ਉਹਦੀ ਅਕਲ ਦਾ ਭਾਂਡਾ ਵੱਡਾ ਹੁੰਦਾ। ਕਿਉਂ? ਗੁਰੂ ਕੁਮਾਰ, ਉਹਦਾ ਗੁਰੂ ਕੁਮਾਰ ਹੈ ਜਿਹੜਾ ਚੋਟ ਸਹਾਰਦਾ। ਉਹ ਸਿੱਖ ਹੈ ਜਿਹੜਾ ਸ਼ਿਸ਼ ਕੁੰਭ ਹੈ, ਉਹ ਕੜਾ ਗਾੜ ਗਾੜ ਕਾਢੇ ਖੋਟ, ਘਟਦਾ ਵੀ ਰਹਿੰਦਾ। ਜੇ ਵਿੱਚ ਕੋਈ ਰੋੜੀ ਆਵੇ, ਕੋਈ ਚੀਜ਼ ਗਲਤ ਆਵੇ, ਜਿਹਦੇ ਨਾਲ ਉਹ ਘੜੇ ਚ ਪਾਣੀ ਨਾ ਟਿਕੇ, ਔਗਣ ਹੋਵੇ ਕੋਈ, ਔਗਣ ਵੀ ਕੱਢਦਾ ਰਹਿੰਦਾ। ਖੋਟ ਔਗਣੇ ਨੇ, ਅੰਤਰ ਹਾਰ ਦੇ ਬਾਹਰ ਮਾਰੇ ਚੋਟ। ਜੇ ਚੋਟ ਮਾਰਦਾ ਉਹਨੂੰ ਬਤਾਉਂਦਾ ਤਾਂ ਉਹ ਅੰਦਰ ਸਾਰਾ ਵੀ ਦੇ ਕੇ ਰੱਖਦਾ ਹੈ, ਉਹਨੂੰ ਕੁਝ ਪ੍ਰਾਪਤੀ ਵੀ ਹੁੰਦੀ ਹੈ ਅੰਦਰ। ਚੋਟ ਸਹਿਣ ਦੀ ਸ਼ਕਤੀ ਵੀ ਦੇ ਕੇ ਰੱਖਦਾ। ਜੇ ਸ਼ਕਤੀ ਚੋਟ ਅੰਦਰ ਹੱਥ ਨਾ ਹੋਵੇ, ਉਹ ਕੜਾ ਦਾ ਥੱਲੇ ਬਹਿ ਜਾ। ਉਹ ਜਿਹੜਾ ਗੱਲਾ ਹੁੰਦਾ ਕਾਰਾ, ਉਹਦਾ ਥੱਲੇ ਬਹਿ ਜਾ, ਜੇ ਪੈ ਜਾ ਉੱਥੇ ਤਾਂ ਚੋਟ ਤੇ ਬਿਨਾ ਕੜਾ ਬਣੇ ਨਹੀਂ ਸਕਦਾ। ਸਾਰੇ ਤੇ ਬਿਨਾ ਕੜਾ ਬਣੇ ਨਹੀਂ ਸਕਦਾ। ਸਹਾਰਾ ਵੀ ਉਹਦਾ ਅੰਦਰ ਹੈ, ਚੋਟ ਵੀ ਆਪੇ ਮਾਰਦਾ ਹੈ। ਇੱਕ ਹੱਥ ਨਾਲ ਚੋਟ ਮਾਰਦਾ ਕੁਮਾਰ, ਇੱਕ ਹੱਥ ਨਾਲ ਸਹਾਰਾ ਵੀ ਦੇ ਕੇ ਰੱਖਦਾ। ਇਵੇਂ ਪਰਮੇਸ਼ਰ ਦੇ ਕੇ ਰੱਖਦਾ, ਪਰਮੇਸ਼ਰ ਦੇ ਕੇ ਰੱਖਦਾ ਤਾਂ ਜੇ ਉਹਦੀ ਕਿਰਪਾ ਮੰਗੀ, ਅਸੀਂ ਉਹਦਾ ਸਾਰਾ ਮੰਗੀਏ। ਜੇ ਮੰਗਿਆ ਹੀ ਨਾ, ਉਹਦੇ ਨਿਕਲ ਹੁੰਦਾ, ਫਿਰ ਕੜਾ ਉਹਦੇ ਗਲੇ ਨਹੀਂ ਹੋਣਾ। ਉਤਨਾ ਕਾਰਨ ਆਈ, ਪਤਾ ਹੀ ਨਹੀਂ ਹੈ ਘੜਿਆ ਕਿਵੇਂ ਜਾਣਾ ਹੈ, ਕਾਰ ਦਾ ਸਮਝ ਨਹੀਂ। ਕਾਰ ਤਾਂ ਇਹਦੇ ਗੁਰਬਾਣੀ ਚੋਂ ਸਮਝ ਆਉਣੀ ਸੀ, ਕਾਰਨ ਕੀ ਕਰਨਾ, ਉਹ ਤਾਂ ਪੜ੍ਹੇ ਨਹੀਂ, ਸਮਝੇ ਨਹੀਂ। ਚੱਲਣਾ ਤਾਂ ਗੁਰਬਾਣੀ ਦੇ ਅਨੁਸਾਰ ਸੀ, ਉਹ ਤਾਂ ਪਤਾ ਨਹੀਂ। ਇਹ ਨਹੀਂ ਮੰਗੀ, ਨਹੀਂ ਹੈ ਕਦੇ ਕਿਰਪਾ, ਉਹ ਨਹੀਂ ਮੰਗੀ।
ਉਹਦੇ ਸਾਰੇ ਤੇ ਬਿਨਾਂ ਨਵੀਂ ਗੱਲ ਸਮਝ ਆਉਂਦੀ ਹੋਈ ਨਹੀਂ। ਬੁੱਧੀ ਕਿਉਂਕਿ ਜੇ ਘੜਾ ਵਧੂ ਨਹੀਂ, ਫੈਲੂ ਨਹੀਂ, ਤਾਂ ਵਸਤੂ ਹੋਰ ਆਊ ਕਿਵੇਂ? ਫੈਲੂ ਵਧੂ ਤਾਂ ਜੇ ਸਾਡੀ ਮੰਨਣ ਦੀ ਇੱਛਾ ਹੋਊਗੀ। ਜੇ ਮੰਨਣ ਦੀ ਇੱਛਾ ਹੈ ਫਿਰ ਫੈਲ ਜਾਊਗਾ। ਜੇ ਮੰਨਣ ਦੀ ਇੱਛਾ ਨਹੀਂ ਫਿਰ ਹੀ ਫੈਲਦਾ। ਬਸ ਫਿਰ ਉਹਨਾਂ ਹੀ ਫੈਲੂਗਾ ਜਿੰਨਾ ਫੈਲਣਾ ਸੀ। ਕੋਕੜੂ ਬਣ ਗਿਆ। ਉਹਨੇ ਗੱਲ ਦਾ ਗਿਆ ਜਿੰਨਾ ਚਿਰ ਮੰਨੂਗਾ, ਮੰਨੇ ਕੀ ਕਦ ਕਹੀ ਨਾ ਜਾਏ, ਉਹਨਾਂ ਚਿਰ ਵਧੂਗੀ ਬੁੱਧ। ਜਦ ਮੰਨਣ ਤੇ ਅੜਗਾ ਬੁੱਧੀ ਉੱਥੇ ਘੜ ਜਾਣੀ। ਕੋਈ ਰਾਸ ਅੰਦਰ ਜਾਣਾ ਨਹੀਂ, ਰਾਸ ਉਹਨੇ ਲੈਣਾ ਨਹੀਂ, ਫੜਨੇ ਬਦਲਣਾ ਨਹੀਂ, ਉੱਥੇ ਰਹੂਗਾ ਬੁੱਧ। ਤਾਂ ਹੀ ਜੇ ਰਸ ਰਹੂਗਾ ਜਾਊਗਾ। ਰਾਤਾਂ ਲੈ ਨਹੀਂ ਰਿਹਾ, ਰਾਤਾਂ ਨੂੰ ਪਾਣੀ ਚ ਆ ਨਹੀਂ ਰਿਹਾ, ਫੜ ਉੱਥੇ ਖੜ ਗਿਆ। ਫੜ ਕੇ ਮੈਂ ਬੜਾ ਹੋ ਜਾਊਗਾ। ਮਤਲਬ ਸਾਰੀ ਪ੍ਰਕਿਰਿਆ ਬਾਹਰ ਵਾਲੀ ਹੋਈ ਜਾਂ ਅੰਦਰ ਵਾਲੀ ਵੀ। ਜਿਵੇਂ ਬਾਹਰ ਫੜ ਲੈ, ਇਹ ਗਿਆਨ ਦਾ ਵੀ ਤਾਂ ਫੜ ਹੈ। ਭਾਂਡਾ ਬੜਾ ਹੋ ਤਾਂ ਗਿਆਨ ਬੜਾ ਪਊ। ਜੇ ਇੱਛਾ ਹੋ ਤਾਂ ਐਕਸਟਰਾ ਹਿੱਟ ਅਪਾਉਨ ਆਈਡੀਆ ਹੋਊ। ਹਿੱਟ ਅਪਾਉਨ ਆਈਡੀਆ ਉਹਨਾਂ ਨੂੰ ਹੋਇਆ ਜਿਹਨਾਂ ਨੂੰ ਇੱਛਾ ਸੀ, ਭੁੱਖ ਸੀ। ਜਿਹੜੇ ਖੋਜੀ ਸੀ, ਖੋਜ ਕਰਦੇ ਤੇ ਉਹਨਾਂ ਨੂੰ ਖੋਜ ਮਿਲੀ ਹੈ। ਨਾ ਕਰ ਲੈਣ ਨੂੰ ਕਿਹਨੂੰ ਮਿਲੀ ਹੋਵੇ ਖੋਜ? ਅੱਜ ਤੱਕ ਇਹਦੀ ਦੁਨੀਆ ਕੋ ਖੋਜੀ ਹੈ। ਖੋਜ ਕਰੂਗਾ ਮਿਲ ਜੂਗੀ, ਨਹੀਂ ਕਰੂਗਾ ਨਹੀਂ ਮਿਲਦੀ। ਤਾਂ ਖੋਜ ਆਪਣੀ ਆਪਣੀ ਖੋਜ ਕਰੂ ਜਿਹਨੂੰ ਭੁੱਖ ਹੋਊ। ਖੋਜ ਨਹੀਂ ਕਰਨੀ, ਖੋਜ ਵਾਲੇ ਨੂੰ ਇੰਨਾ ਹੀ ਫਰਕ ਹੈ। ਖੋਜ ਵਾਲੇ ਨੂੰ ਕੋਈ ਨਵੀਂ ਗੱਲ ਮਿਲੂ। ਪਹਿਲਾਂ ਖੋਜ ਮੈਂ ਇਸ ਗੱਲ ਦੀ ਕਹਿਣਾ ਵੀ ਇੰਨੇ ਧਰਮ ਨੇ, ਇਹਨਾਂ ਚੋਂ ਖੋਜ ਕਰੋ ਵੀ ਠੀਕ ਕਿਹੜਾ ਗਲਤ ਕਿਹੜਾ। ਇਹ ਤਾਂ ਖੋਜਣ ਦਾ ਵਿਸ਼ਾ ਹੈ। ਉਹ ਇੰਨੇ ਨਾਮ ਦੁਨੀਆ ਕਹਿੰਦੀ ਹੈ ਖੋਜ ਕਰੋ, ਕਿਹਦਾ ਫਾਇਦਾ ਕਿਹਦਾ ਨਹੀਂ, ਕਿਹੜਾ ਕਾਮਯਾਬ ਹੈ ਕਿਹੜਾ ਨਹੀਂ ਕਾਮਯਾਬ। ਇਹ ਵੀ ਤਾਂ ਖੋਜ ਹੈ। ਸੱਚਾ ਝੂਠ ਦੀ ਖੋਜ ਕਰੋ ਕੀ ਹੈ। ਜਿਹੜੇ ਸੱਚ ਹੀ ਨਹੀਂ ਉਹਨੂੰ ਧਰਮ ਕਿਵੇਂ ਮੰਨ ਲਿਆ ਸੀ, ਕਿਉਂ ਮੰਨੀਏ? ਇਹ ਵੀ ਖੋਜ ਦਾ ਵਿਸ਼ਾ। ਖੋਜ ਕੇ ਇਹ ਨਹੀਂ ਹੈ ਵੀ ਕਹਾਂ ਤੇ ਕਹਾਂ ਖੋਜ ਕਰੋ। ਖੋਜ ਤੋਂ ਬਿਨਾਂ ਨਿਕਲ ਹੀ ਨਹੀਂ ਸਕਦਾ। ਫਸਿਆ ਕਿਵੇਂ ਨਿਕਲ ਜੂ ਖੋਜ ਤੋਂ ਬਿਨਾਂ? ਤਾਂ ਫਸਿਆ ਉਲਝਿਆ ਹੋਇਆ। ਚੱਜਾ ਉਲਝੀ ਸੁਲਝ ਨਹੀਂ ਜਾਣਾ। ਜਿਹੜੀ ਬੁੱਧ ਉਲਝ ਗਈ ਸੁਲਝ ਆਪਣੇ ਆਪ ਨਹੀਂ ਸਕਦੀ। ਕਿਸੇ ਤੋਂ ਰਹਿ ਲਓ। ਕੀ ਤੋਂ ਰਹਿ ਲਈਏ? ਕਿਸੇ ਸੁਲਝੇ ਤੋਂ ਰਹਿ ਲਓ। ਜਿਹੜਾ ਆਪ ਸੁਲਝਿਆ, ਜਿਹਨੇ ਆਪਣੀ ਤਾਣੀ ਸੁਲਝਾ ਲਈ, ਉਹ ਤੋਂ ਰਹਿ ਲਓ ਵੀ ਮੈਂ ਮੇਰੀ ਤਾਣੀ ਉਲਝੀ ਹੈ, ਮੈਂ ਕਿਵੇਂ ਸੁਲਝਾਵਾਂ। ਉਹ ਗੁਰਮੁਖ ਨੇ ਇਹਨਾਂ ਨੇ ਤਾਣੀ ਸੁਲਝਾਈ ਹੈ। ਸੁਲਝੇ ਹੋਏ ਆਦਮੀ, ਸਭ ਤੋਂ ਸੁਲਝੇ ਹੋਏ ਆਦਮੀ ਗੁਰਬਾਣੀ ਚ ਬੈਠੇ ਨੇ। ਗੁਰੂ ਪੋਥੀ ਸਾਹਿਬ ਦੇ ਵਿੱਚ ਬੈਠੇ ਜਿਹਨਾਂ ਬਾਣੀ ਲਿਖੀ, ਸਭ ਤੋਂ ਸੁਲਝੇ ਹੋਏ ਨੇ। ਜ਼ਿਆਦਾ ਲਿਖਤਾਂ ਤੋਂ ਪਤਾ ਲੱਗਦਾ, ਗੁਰਬਾਣੀ ਤੋਂ ਪਤਾ ਲੱਗਦਾ ਵੀ ਇਹਨਾਂ ਦੀ ਰਹਿ ਲੈ ਲਓ, ਇੱਥੋਂ ਰਹਿ ਲਓ। ਸੁਲਝੀ ਦਾ ਕਿਵੇਂ ਹੁੰਦਾ? ਉਲਝੇ ਨਹੀਂ, ਆਪ ਨਹੀਂ ਸੁਲ ਸਕਦੀ। ਅਸੀਂ ਉਲਝੇ ਹੋਏ ਆਪਣੀ ਆਪੇ ਸੁਲਝਣਾ ਚਾਹੁੰਦੇ। ਗੱਲ ਆ ਹੈ। ਟੀਕਾਕਾਰ ਕੌਣ ਨੇ, ਵਿਦਵਾਨ ਕੌਣ ਨੇ? ਬੁੱਧ ਉਹੀ ਹੈ। ਸੁਲਝਣਾ ਚਾਹੁੰਦੇ ਨੇ। ਕਦੇ ਮੰਗੀ ਹੈ, ਅਰਦਾਸ ਕੀਤੀ ਹੈ? ਮਿਲ ਕੀ ਗਿਆ ਫਿਰ ਇਹਨਾਂ ਨੂੰ? ਮਿਲਦਾ ਵੀ ਕੁਝ ਨਹੀਂ। ਹਾਂ, ਮਾਇਆ ਮੁਇਆ ਦੀ ਜਿਹੜੀ ਖੋਜ ਆ ਮਿਲ ਜਾਂਦੀ ਹੈ, ਨਹੀਂ ਮਿਲਦੀ ਦੂਈ। ਇਹ ਉਹਦੀ ਆਪਣੀ ਬੁੱਧ ਹੈ। ਉਹ ਕਹਿੰਦੇ ਇਹਨਾਂ ਨੂੰ ਉਹ ਆਦਮੀ ਪਾਸੇ ਛੱਡੀ ਹੋਈ ਆ ਬੁੱਧੀ ਦੂਈ। ਆ ਜਿਹੜੀ ਦੂਈ ਥੱਲੇ ਦੀ ਮਾਇਆ ਦੀ ਖੋਜ ਹੈ, ਇਹ ਜਿਹੜਾ ਮਨ ਬੁੱਧੀ ਦੀ ਵਿਸ਼ਾ ਹੈ, ਇਹ ਮਨ ਬੁੱਧੀ ਦਾ ਵਿਸ਼ਾ ਹੈ। ਇਹ ਜਿੰਨਾ ਖੋਜੇ ਸੋ ਪਾਵੇ, ਜੋ ਖੋਜੇ ਸੋ ਪਾਵੇ। ਕਈ ਪੱਖ ਤੋਂ ਜੇ ਅਸੀਂ ਇਹਨੂੰ ਸਮਝੀਏ ਨਾ ਗੱਲ ਨੂੰ, ਤਾਂ ਪਹਿਲਾਂ ਪਤਾ ਲੱਗਦਾ ਵੀ ਗੁਰਬਾਣੀ ਕਿਉਂ ਨਹੀਂ ਸਮਝ ਆਈ, ਕੀ ਗੱਲ ਹੈ, ਕਰਨਾ ਕੀ ਹੈ, ਕੀ ਨਹੀਂ ਕਰਨਾ ਚਾਹੀਦਾ। ਰੋਜ਼ ਤੁਸੀਂ ਕਥਾ ਕਰੀਓ, ਫਰਕ ਨਹੀਂ। ਕੀ ਫਰਕ ਹੈ?
ਘੜਿਆ ਥੋੜੀ ਕਿਹਾ ਉਹਦੇ ਨਾਲ। ਗੁਰਬਾਣੀ ਕੁਛ ਹੋਰ ਗੱਲ ਕਹਿੰਦੀ ਹੈ। ਉਹ ਤਾਂ ਉਹ ਦਿੰਦੀ ਆ ਰਸ ਪਾਉਣੇ ਵਾਲਾ। ਉੱਥੇ ਕਈ ਗੱਲਾਂ ਗੁਰਬਾਣੀ ਐਸੀਆਂ ਵੀ ਕਰਦੀ ਹੈ, ਸਾਨੂੰ ਦਿੰਦੀ ਦੱਸਦੀ ਹੈ। ਉਹ ਪੱਖਾਂ ਤੇ ਅਸੀਂ ਵਿਸ਼ਿਆਂ ਤੇ ਗੌਰ ਨਹੀਂ ਕਰਦੇ, ਜਿਹੜੇ ਪੱਖ ਦੱਸਦੀ ਹੈ। ਉਹ ਵੀ ਪੱਖ ਜ਼ਰੂਰੀ ਨੇ। ਸਾਡੇ 'ਚ ਕੀ ਕਮੀ ਰਹਿ ਜਾਂਦੀ ਹੈ ਮੰਨਣ 'ਚ? ਕਿਉਂ ਨਹੀਂ ਸਾਡੇ ਤੇ ਅਸਰ ਕਰਦੀ ਦਵਾਈ? ਇਹ ਪੱਖ ਵੀ ਹੈ। ਇਹ ਪੱਖ ਦੀ ਡਿਸਕਸ਼ਨ ਜਿੱਥੇ ਹੁੰਦੀ ਹੈ ਉੱਥੇ ਫਿਰ ਸਮਝ ਤਿਆਰ ਹੋ ਜਾਂਦੇ, ਘੜੇ ਜਾਂਦੇ। ਤਾਂ ਜਿਹਨੇ ਘੜਨਾ ਘੜਿਆ ਜਾਂਦਾ, ਜੇ ਨਹੀਂ ਘੜਨਾ ਉਹ ਜਿਹਾ ਪੱਠੇ ਪਾਉਣ ਵਾਲੇ ਰਹਿ ਜਾਂਦਾ। ਫਿਰ ਉਹ ਕਰਨ ਰਾਜਾ ਹੀ ਹੁੰਦਾ, ਉਹਨਾਂ ਦਾ ਸੁਣ ਕੇ ਚਲੇ ਜਾਂਦੇ ਨੇ। ਜਿਹੜੇ ਸਿਆਣੇ ਹੁੰਦੇ ਨੇ ਉਹ ਤਰੱਕੀ ਕਰ ਜਾਂਦੇ। ਤੇ ਬੁੱਧੀ ਦੀ ਉਹ ਗੱਲ ਹੈ ਨਾ। ਕਿਸੇ ਨੇ ਕੀ ਉਹਦੇ ਚੋਂ ਲਾਈਟ ਨਹੀਂ ਲੈਣਾ, ਸਟਰੋਂਗ ਨਹੀਂ ਲੈਣਾ। ਇੱਕ ਕਹਿੰਦਾ ਮੈਂ ਤਜਰਬਾ ਹੀ ਕਰਨਾ, ਫਿਰ ਬਿਲਕੁਲ ਇਹ ਗੱਲ ਹੁੰਦੀ ਹੋਏ। ਜਿਹੜਾ ਪਰਖਣ ਦੀ ਗੱਲ ਕਰ ਲੂਗਾ ਫਿਰ ਇਹ ਸੱਚਾ ਹੀ ਹੈ, ਜਦ ਵੀ ਸੱਚਾ ਹੀ ਹੈ। ਹੁਣ ਅਸੀਂ ਕਿੰਨਾ ਕੁਛ ਇਹ ਚੋਂ ਲੈਣਾ ਚਾਹੁੰਦੇ ਹਾਂ। ਸਵਾਲ ਇਹ, ਆਦਮੀ ਖੁਦ ਕਿੰਨੀ ਹਾਈਟ ਤੱਕ ਚੜ੍ਹਨਾ ਚਾਹੁੰਦਾ ਉਹ ਹੈ। ਇਹਦੀ ਹਾਈਟ ਦੀ ਨਹੀਂ ਕੋਈ ਕਮੀ ਹੈ। ਇਹ ਉੱਚੇ ਤੋਂ ਉੱਚਾ ਭਗਵੰਤ ਹੈ। ਇਹ ਅਵਸਥਾ ਉੱਚੀ ਤੋਂ ਉੱਚੀ ਪਈ ਹੈ। ਇੱਥੇ ਇੱਕ ਲੈਵਲ ਤੋਂ ਜੇ ਉੱਚਾ ਚਲਾ ਜਾਵੇ, ਸੰਸਾਰੀ ਲੈਵਲ ਤੋਂ ਉੱਚਾ ਚਲਾ ਜਾਵੇ, ਉਪਾਸ ਹੈ ਬਸ। ਉੱਥੋਂ ਉੱਚੇ ਤੋਂ ਉੱਚੇ ਫਿਰ ਗਾਂ ਨਹੀਂ ਕੋਈ ਰੌਲਾ। ਜਿਹੜਾ ਕੁਆਲੀਫਾਈ ਕਰ ਜਵੇ ਬੰਦਾ ਕਿਸੇ ਇਮਤਿਹਾਨ ਨੂੰ, ਕਿਸੇ ਜੋਬ ਨੂੰ, ਉਹ ਲੈ ਲੈਂਦੇ ਨੇ। ਜੋਬ ਤੋਂ ਜ਼ਿਆਦਾ ਕੁਆਲੀਫਿਕੇਸ਼ਨ ਉਹਨੂੰ ਕਿਹੜੇ ਛੱਡਦੇ ਨੇ? ਜ਼ਿਆਦਾ ਵਾਲੇ ਵੀ ਹੋ ਸਕਦੇ ਨੇ। ਉਹ 33 ਨੰਬਰ ਵਾਲੇ ਪਾਸ ਹੁੰਦੇ ਨੇ, ਕਹਿੰਦੇ 33% ਵਾਲੇ। ਜੇ 60% ਵਾਲੇ ਪਾਸ ਤਾਂ ਉਹ ਵੀ ਪਾਸ ਨੇ। ਉਹ ਕਿਹੜਾ ਕੁਝ ਹੋਰ ਨੇ। ਉੱਥੇ ਤੇ ਇੰਨਾ ਅੱਗੇ ਫਰਕ ਹੁੰਦਾ। ਫਿਰ ਕਹਾਂ ਜਾ ਕੇ ਪਾਸ ਤਾਂ ਹੋ ਗਏ, 10ਵੀਂ ਤਾਂ ਸਾਰੇ ਹੀ ਮੰਨੇ ਜਾਣਗੇ। ਪਰ ਕੁਆਲੀਫਿਕੇਸ਼ਨ ਦਾ ਫਰਕ, ਉਹੀ ਫਰਕ ਦੀ ਗੱਲ ਸੀ। ਦਸਮ ਪਾਤਸ਼ਾਹ ਨੂੰ ਕਿਹਾ ਵੀ ਤੂੰ ਜਾ, ਐ ਤਾਂ ਸਾਰੇ ਬਰਾਬਰ ਏ। ਪਰ ਜਿਹੜੀ ਕੁਆਲੀਫਿਕੇਸ਼ਨ ਤੇਰੇ ਕੋਲ ਹੈ ਨਾ ਗੁਣ, ਉਹ ਇਹਨਾਂ ਕੋਲ ਨਹੀਂ ਹੈ। ਹਾਂ, ਮਾਇਆ ਤੋਂ ਬਚਣ ਜੋਗਾ ਇਹਨਾਂ ਕੋਲ ਹੈ। ਮਾਇਆ ਨਹੀਂ ਇਹਨਾਂ ਤੇ ਪ੍ਰਭਾਵ ਕਰਦੇ, ਔਗਣ ਨਹੀਂ ਪ੍ਰਭਾਵ ਕਰਦੇ। ਇਹ ਤਾਂ ਹੈ, ਔਗਣ ਨਹੀਂ ਪ੍ਰਭਾਵ ਕਰਦੇ। ਉਹ ਪਾਸ ਹੋ ਗਿਆ, ਉੱਥੇ ਚਲਾ ਗਿਆ। ਕਿੰਨੇ ਭਾਰੂ ਨੇ, ਜ਼ਿਆਦਾ ਗੁਣ ਮਜ਼ਬੂਤ ਨੇ, ਫਿਰ ਉੱਥੇ ਜਾ ਕੇ ਹੋਈ ਜਾਣਾ। ਗੁਣ ਮਜ਼ਬੂਤ ਹੋਈ ਜਾਂਦੇ ਨੇ ਕਹਾਂ ਜਾ ਕੇ। ਬਿਰਛ ਬੜਾ ਹੋਈ ਜਾਂਦਾ ਕਹਾਂ ਜਾ ਕੇ। ਪੱਟ ਕੇ ਉੱਧਰ ਲੱਗ ਜਾਂਦਾ, ਪਨੀਰੀ ਹੁੰਦੀ ਹੈ ਜਦ ਤੱਕ। ਜੇ ਪੱਟ ਕੇ ਲਾਉਨੇ ਆਪਾਂ, ਇੱਧਰ ਪੱਟ ਕੇ ਇੱਧਰ ਲਾਉਨੇ, ਪਨੀਰੀ ਕਹਿੰਦੇ ਉਹਨੂੰ ਤਾਂ। ਬਸ ਫਿਰ ਉੱਧਰ ਲੱਗਣ ਦੇ ਮਤਲਬ ਪਨੀਰੀ ਦੇ ਕਾਬਲ ਹੈ। ਲੱਗਣ ਦੇ ਕਾਬਲ ਹੋ ਗਿਆ, ਉਹਨੂੰ ਮੁਕਤ ਕਹਿੰਦੇ ਨੇ। ਉੱਥੇ ਜਾ ਕੇ ਪੜ੍ਹਾਈ ਫਿਰ ਹੈਗੀ ਬਥੇਰੀ, ਫਾਈਨਲ ਹੋ ਗਈ ਕਿਤੇ। ਉੱਚੇ ਤੋਂ ਉੱਚਾ ਭਗਵੰਤ ਹੈ, ਸਾਹਿਬ ਮੇਰਾ ਨੀਤਰਾਮ ਹੈ। ਹੁਣ ਜਦ ਅਸੀਂ ਉੱਥੇ ਦੀਆਂ ਗੱਲਾਂ ਇੱਥੇ ਪੁੱਛਣ ਲੱਗ ਜਾਂਦੇ ਹਾਂ, ਤੇ ਫਿਰ ਉਹਨੂੰ ਦੱਸ ਕੀ ਕਹੀਏ। ਇੱਥੇ ਤਾਂ ਉਹ ਸਮਝਣ ਦੀ ਪੁੱਛਦਾ ਕਹਾਣੀ ਆ। ਉੱਥੇ ਤੱਕ ਦਾ ਪੁੱਲ ਲੈ ਪਹਿਲਾਂ। ਉਹ ਯਾਰ ਦਿੱਲੀ ਪਹੁੰਚ ਜਾਏਗਾ, ਬੰਬਈ ਦਾ ਪੁੱਛ ਨਹੀਂ ਰਹਾ। ਫਿਰ ਇੱਥੋਂ ਪਹਿਲਾਂ ਰਾਜਪੁਰੇ ਤੱਕ ਦਾ ਪਤਾ ਨਹੀਂ, ਤੂੰ ਕਲਕੱਤੇ ਦਾ ਰਾਹ ਪੁੱਛਦਾ ਪਰੇ ਪਰੇ। ਰਾਜਪੁਰੇ ਤੱਕ ਦਾ ਪੁੱਛਦਾ ਇੰਨੀ ਸਾਰੀ ਜ਼ਿੰਦਗੀ। ਤੈਨੂੰ ਉਹ ਰਾਹ ਦਾ ਪੁੱਛਦਾ ਕਿ ਤੈਂ ਕਿਹੜਾ ਦੇਖ ਲਿਆ? ਦੇਖੇ ਬਿਨਾਂ ਤਾਂ ਫਿਰ ਸੁਣਨ ਦਾ ਕੋਈ ਫਰਕ ਫਾਇਦਾ ਹੀ ਨਹੀਂ। ਸੁਣ ਕੇ ਤੂੰ ਅੰਦਾਜ਼ੇ ਲਾ ਲੈ, ਗਿਆ ਤਾਂ ਹੈ ਨਹੀਂ ਉੱਥੇ। ਉਹ ਭਾਈ ਰਾਹ ਉੱਥੇ ਪੁੱਛਣ ਚਾਹੀਦੇ ਜੇ ਜਾਣਾ ਹੋਵੇ। ਜੇ ਜਾਣਾ ਨਹੀਂ ਉੱਥੇ ਪੁੱਛਣ ਦਾ ਕੀ ਫਾਇਦਾ? ਜਾਣਾ ਨਹੀਂ, ਕਹਿੰਦਾ ਜਿਹੜੇ ਜਾਣਾ ਨਹੀਂ ਕਰਾਓ ਉਹਦਾ ਲੈਣਾ ਕਿਹਨੂੰ? ਉਹਦਾ ਜ਼ਿਕਰ ਕਿਉਂ ਕਰੀਏ ਜਿਹੜੇ ਤੁਸੀਂ ਜਾਣਾ ਹੀ ਨਹੀਂ?
ਇਹ ਧਰਮ ਦੇ ਖੇਤਰ ਦੀਆਂ ਗੱਲਾਂ ਨੇ। ਇਹ ਤੋਂ ਪਤਾ ਲੱਗਦਾ ਕਿੰਨੇ ਬੇਵਕੂਫ ਨੇ ਉਹ ਆਦਮੀ ਜਿਹੜੇ ਧਰਮ ਚਰਚਾ ਕਰਨ ਵਾਲੇ ਨੇ। ਹਾਂ, ਜਿਹੜੇ ਸੰਤ ਨੇ ਧਰਮ ਚਰਚਾ ਉਹ ਕਰ ਸਕਦੇ ਨੇ, ਉਹ ਕਰਦੇ ਨੂੰ ਪਤਾ ਕੀ ਗੱਲ ਪੁੱਛਣੀ ਹੈ, ਕੀ ਕਰਨੀ ਹੈ, ਕਿਵੇਂ ਕਰਨੀ ਹੈ, ਇਹਨਾਂ ਨੂੰ ਕੀ ਪਤਾ। ਸਿੱਖਾਂ ਤਾਂ ਉਹੀ ਬਹੁਤ ਨੇ, ਉਹੀ ਪਤਾ ਇਹਨੂੰ ਹੋ ਗਿਆ ਅਸੀਂ ਧਰਮ ਬਣ ਜੋ ਪੜ ਲਈ। ਉਹ ਤਾਂ ਹੁੰਦਾ ਜੋ ਐ ਨਹੀਂ ਪਤਾ ਜਵਾਨੀ ਆਦਮੀ ਜੇ ਪੁੱਛਣ 4 ਪਦਾਰਥ ਕੀ ਨੇ, 3 ਗੁਣ ਕੀ ਨੇ, 3 ਲੋਕ ਕੀ ਨੇ, 4 ਜੋ, ਇਹਦਾ ਵੀ ਨਹੀਂ ਪਤਾ ਜੀ ਉਹਨਾਂ ਨੂੰ। ਉਹ ਜਵਾਨੀ ਯਾਦ ਹੁੰਦੇ ਨੇ ਉਹਨਾਂ ਦੇ ਸਾਰਿਆਂ ਦੇ, ਫਿਰ ਸਾਰੇ ਕਰੇ ਹੋਏ, ਜਿਵੇਂ ਉਹ ਪਹਾੜ ਯਾਦ ਕੀਤੇ ਹੁੰਦੇ ਨਿਆਣਿਆਂ ਦੇ। ਹਿੰਦੂਆਂ ਦੇ ਸਾਰਿਆਂ ਦੇ ਜਵਾਨੀ ਯਾਦ ਹੁੰਦੇ ਨੇ, ਯਾਦ ਕਰਾਉਂਦੇ ਨੇ ਜਿਹੜੇ ਪੜਾਉਂਦੇ ਨੇ।